ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਉ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਹਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰਿ ਕੈ ਦੁਆਰ। ਮਤ ਹਰਿ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੇ ਨਾ ਜਾਣਿਆ ਕੋਇ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਰਬੱਤ ਸਾਧ ਸੰਗਤ ਜੀ, ਜੋ ਅੱਜ ਦੂਸਰੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਮਾਤਾ ਜੀ ਮਾਤਾ ਗੁਜਰ ਕੌਰ, ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਅਤੇ ਹੋਰ ਬੇਅੰਤ ਸਿੰਘ, ਜਿਹੜੇ ਇਸ ਇੱਕ ਹਫ਼ਤੇ ਦੇ ਵਿੱਚ 6 ਪੋਹ ਤੋਂ ਲੈ ਕੇ 13 ਪੋਹ, ਇਹਨਾਂ 7-8 ਦਿਨਾਂ ਦੇ ਵਿੱਚ ਅਨੇਕਾਂ ਹੀ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸੋ ਸਮੁੱਚੇ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਦੂਸਰੇ ਦਿਨ ਜੁੜਨ ਦਾ ਸਤਿਗੁਰਾਂ ਨੇ ਆਪਾਂ ਨੂੰ ਸਮਾਂ ਬਖਸ਼ਿਸ਼ ਕੀਤਾ ਹੈ। ਕੱਲ੍ਹ ਆਪਾਂ ਸਰਵਣ ਕੀਤਾ ਹੈ ਸਤਿਗੁਰੂ ਦਾ ਚਮਕੌਰ ਦੀ ਗੜੀ ਦੇ ਵਿੱਚ ਸਾਰਾ ਇਤਿਹਾਸ, ਕਿੰਝ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੋਹੇ ਸਾਹਿਬਜ਼ਾਦੇ ਸਤਿਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦੀਆਂ ਪ੍ਰਾਪਤ ਕਰਦੇ ਨੇ। ਤੇ ਗੁਰੂ ਸਾਹਿਬ ਜੀ ਜਦੋਂ ਸਾਹਿਬਜ਼ਾਦੇ ਸ਼ਹੀਦ ਹੁੰਦੇ ਹੈ, ਧਰਤੀ ਉੱਪਰ ਡਿੱਗਦੇ ਆ ਤੇ ਜੈਕਾਰਾ ਗੜੀ ਦੇ ਉੱਪਰੋਂ ਬੁਲਾਉਂਦੇ ਹੈ। ਇਸ ਤਰ੍ਹਾਂ ਆਪਾਂ ਸਾਰਾ ਇਤਿਹਾਸ ਸਰਵਣ ਕੀਤਾ। ਸਤਿਗੁਰੂ ਜੀ ਫਿਰ ਉੱਥੋਂ ਤਾੜੀ ਮਾਰ ਕੇ, ਬੈਰੀ ਨੂੰ ਲਲਕਾਰ ਕੇ 3 ਸਿੰਘਾਂ ਦੇ ਨਾਲ ਵੱਖਰੋ ਵੱਖਰੇ ਰਾਹਾਂ 'ਤੇ ਤੁਰ ਪੈਂਦੇ ਨੇ। ਤੁਰਦੇ ਹੋਏ ਸਤਿਗੁਰੂ ਜੀ ਚਮਕੌਰ ਸਾਹਿਬ ਤੋਂ ਮਾਛੀਵਾੜੇ ਦੇ ਸਾਧ ਸੰਗਤ ਜੀ ਨੇੜੇ ਪਿੰਡਾਂ ਦੇ ਪਹੁੰਚ ਜਾਂਦੇ ਹੈ। ਸਿੰਘ ਤਿੰਨੇ ਹੋਰਾਂ ਰਸਤਿਆਂ ਤੋਂ ਆਏ ਨੇ, ਗੁਰੂ ਸਾਹਿਬ ਜੀ ਇਕੱਲੇ ਵੱਖਰੇ ਰਸਤੇ ਤੋਂ। ਆਪਾਂ ਕੱਲ੍ਹ ਸਾਰਾ ਸਰਵਣ ਕੀਤਾ ਕਿ ਰਸਤੇ ਵਿੱਚ ਕੀ ਕੀ ਔਕੜਾਂ ਸਤਿਗੁਰਾਂ ਨੇ ਝੱਲੀਆਂ। ਇਹ ਸਾਰਾ ਕੁਝ ਇਤਿਹਾਸ ਆਪਾਂ ਅੱਲਾ ਯਾਰ ਖਾਂ ਜੋਗੀ ਜਿਹਨੇ ਇਤਿਹਾਸ ਲਿਖਿਆ ਹੋਇਆ, ਉਹ ਆਪਾਂ ਸਰਵਣ ਕੀਤਾ ਸੀ।
ਇਹ ਸਾਰਾ ਕੁਝ ਵੇਖ ਕੇ ਉਹ ਜਦੋਂ ਇਤਿਹਾਸ ਲਿਖਦਾ ਤੇ ਅਖੀਰ ਤੇ ਆ ਕੇ ਜਦੋਂ ਇਤਿਹਾਸ ਨੂੰ ਬੰਦ ਕਰਦਾ ਹੈ ਤੇ ਫਿਰ ਕੁਝ ਸ਼ਬਦ ਉਹ ਲਿਖਦਾ ਹੈ। ਸਾਰੀ ਦੁਨੀਆ ਨੂੰ ਸੰਬੋਧਨ ਕਰਕੇ ਉਹ ਕਵੀ ਫਿਰ ਲਿਖਦਾ ਹੈ ਵੀ ਇਹ ਲੋਕੋ, ਤੁਸੀਂ ਭਾਰਤ ਦੇ ਵਿੱਚ ਬੇਅੰਤ ਤੀਰਥ ਹਨ, ਤੀਰਥਾਂ ਦੇ ਉੱਪਰ ਜਾਂਦੇ ਹੋ। ਗੁਰਬਾਣੀ ਵਿੱਚ ਵੀ ਤੀਰਥਾਂ ਦਾ ਜ਼ਿਕਰ ਕੀਤਾ ਹੈ। ਹਿੰਦੂ ਧਰਮ ਦੇ ਗ੍ਰੰਥਾਂ ਵਿੱਚ 68 ਤੀਰਥ ਮੰਨੇ ਗਏ ਆ। 68 ਤੀਰਥ ਸਾਧ ਸੰਗਤ ਜੀ 68 ਉਹਨਾਂ ਦੀ ਗਿਣਤੀ ਵੀ ਬਾਣੀ ਵਿੱਚ ਆਉਂਦੀ ਹੈ ਵੀ 8 ਤੀਰਥ ਜਹ ਸਾਧ ਪਗ ਧਰੈ। 8 ਇੱਕ ਗਿਣਤੀ ਕੀਤੀ ਹੈ। 8 ਕਹਿੰਦੇ ਆ 8 ਪਲੱਸ 60 ਇਹ ਜੋੜ ਕੀਤਾ ਵੀ 8 ਤੇ 60 68 ਤੀਰਥ ਕਿ 68 ਤੀਰਥਾਂ ਦੇ ਉੱਪਰ ਦੁਨੀਆ ਘੁੰਮਣ ਵਾਸਤੇ ਜਾਂਦੀ ਹੈ। ਹੋਰ ਬੇਅੰਤ ਯਾਤਰਾ ਵਾਸਤੇ ਸਿੱਖ ਵੀ ਜਾਂਦੇ ਨੇ। ਹਜ਼ੂਰ ਸਾਹਿਬ, ਬੇਅੰਤ ਗੁਰਦੁਆਰੇ, ਪਟਨਾ ਸਾਹਿਬ, ਹੋਰ ਧਰਤੀ ਦੇ ਉੱਪਰ ਕਿੰਨੇ ਨੇ। ਪਰ ਕਵੀ ਲਿਖਦਾ ਵੀ ਜਦੋਂ ਮੈਂ ਸਾਰੇ ਤੀਰਥਾਂ ਵੱਲ ਨਿਗਾਹ ਮਾਰ ਕੇ ਵੇਖਦਾ ਤੇ ਇੱਕੋ ਇੱਕ ਤੀਰਥ ਮੈਨੂੰ ਨਜ਼ਰ ਆਉਂਦਾ ਦੁਨੀਆ ਦੇ ਉੱਪਰ। ਉਹ ਕਿਹੜਾ ਤੀਰਥ ਹੈ? ਉਹ ਲਿਖਦਾ ਕਹਿੰਦੇ ਬਸ ਹਿੰਦ में एक तीर्थ है यात्रा के लिए। ਵੀ ਇਹ ਦੁਨੀਆ ਦੇ ਲੋਕੋ ਮੇਰੀ ਨਿਗਾਹ ਨਾਲ ਵੇਖੋ ਤੇ ਪੂਰੇ ਹਿੰਦ ਦੇ ਵਿੱਚ, ਇਸ ਭਾਰਤ ਦੇ ਵਿੱਚ ਇੱਕੋ ਹੀ ਇੱਕ ਤੀਰਥ ਹੈ ਯਾਤਰਾ ਕਰਨ ਵਾਸਤੇ। ਉਹ ਕਿਹੜਾ ਹੈ? ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ लिए। ਉਹ ਕਹਿੰਦਾ ਮੈਂ ਬੜੇ ਪੀਰ ਪਕੰਬਰ, ਬੜੇ ਹੋਰ ਔਲੀਆਂ ਦਾ ਇਤਿਹਾਸ ਵੇਖਿਆ, ਪੜ੍ਹਿਆ, ਸੁਣਿਆ, ਵਾਚਿਆ ਹੈ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਵੇਖਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਪੂਰੀ ਦੁਨੀਆ ਨਾਲੋਂ ਇੱਕ ਵਿਲੱਖਣ, ਇੱਕ ਵੱਖਰਾ ਇਤਿਹਾਸ ਹੈ ਕਿ ਜਿਸ ਬਾਪ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ 2 ਬੇਟੇ ਸ਼ਹੀਦ ਕਰਵਾਏ, ਕਟਵਾਏ। ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ लिए। ਖੁਦਾ ਸ਼ਬਦ ਵਰਤਿਆ ਵੀ ਖੁਦਾ ਤੋਂ ਭਾਵ ਧਰਮ ਦੀ ਖਾਤਰ। ਹੋਰ ਜਿੰਨੇ ਵੀ ਸਾਧ ਸੰਗਤ ਜੀ ਕਿਸੇ ਰਾਜਿਆਂ ਮਹਾਰਾਜਿਆਂ ਦੇ ਬੱਚੇ ਤੇ ਹੋਰ ਵੀ ਬਹੁਤ ਸ਼ਹੀਦੀਆਂ ਹੋਈਆਂ ਨੇ, ਹੋਰ ਧਰਮਾਂ ਦੇ ਵਿੱਚ ਵੀ ਹੋਈਆਂ ਨੇ। ਪਰ ਉਹਨਾਂ ਦੀਆਂ ਸ਼ਹੀਦੀਆਂ, ਉਹਨਾਂ ਦੀਆਂ ਲੜਾਈਆਂ ਦੇ ਮਗਰ ਕੋਈ ਨਾ ਕੋਈ ਮਕਸਦ ਸੀ ਉਹਨਾਂ ਦਾ ਆਪਣਾ। ਭਾਵੇਂ ਰਾਜਗੱਦੀ ਦਾ ਹੋਵੇ, ਭਾਵੇਂ ਕਿਸੇ ਰਾਜੇ ਰਾਣੀ ਦੀ ਲੜਕੀ ਦਾ ਹੋਵੇ, ਕੋਈ ਨਾ ਕੋਈ ਉਹਨਾਂ ਦਾ ਆਪਣਾ ਨਿੱਜੀ ਕੋਈ ਲੜਾਈ ਦਾ ਉਹਨਾਂ ਦਾ ਵਿੱਚ ਸੀ। ਪਰ ਕਵੀ ਲਿਖਦਾ ਜਦੋਂ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੇ ਇਤਿਹਾਸ ਵੱਲ ਵੇਖਦਾ ਹਾਂ ਵੀ ਉਹਨਾਂ ਨੇ ਆਪਣੇ ਪੁੱਤਰ ਕਿਉਂ ਸ਼ਹੀਦ ਕਰਵਾਏ ਆ, ਤਾਂ ਮੈਨੂੰ ਉਹਨਾਂ ਦਾ ਆਪਣਾ ਤੇ ਕੋਈ ਲੱਭਿਆ ਹੀ ਨਹੀਂ ਉਹਦੇ ਵਿੱਚੋਂ ਕਿ ਮਹਾਰਾਜ ਦਾ ਕੋਈ ਆਪ ਦਾ ਵਿੱਚ ਨਫਾ ਨੁਕਸਾਨ ਹੋਵੇ। ਇਹ ਕੁਝ ਨਹੀਂ ਲੱਭਿਆ। ਸਿਰਫ ਜੇ ਉਹਨੇ ਬੇਟੇ ਆਪਣੇ ਸ਼ਹੀਦ ਕਰਵਾਏ, ਬੇਟੇ ਕਟਵਾਏ, ਤਾਂ ਸਿਰਫ ਧਰਮ ਦੀ ਖਾਤਰ। ਜੇ ਆਪਣੇ ਪਿਤਾ ਨੂੰ ਤੋਰਿਆ, ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਤੇ ਸਾਧ ਸੰਗਤ ਜੀ ਕੀ ਮਹਾਰਾਜ ਦਾ ਕੋਈ ਨਿੱਜੀ ਆਪਣਾ ਰੌਲਾ ਸੀ? ਗੁਰੂ ਤੇਗ ਬਹਾਦਰ ਦਾ ਤੇ ਕੋਈ ਰੌਲਾ ਨਹੀਂ ਸੀ। ਔਰੰਗਜ਼ੇਬ ਦੇ ਨਾਲ, ਆਪਣੇ ਆਨੰਦ ਦੇ ਨਾਲ, ਆਨੰਦਾਂ ਦੀ ਪੁਰੀ ਵਿੱਚ ਵਸ ਰਹੇ ਸੀ। ਤੇ ਦੁੱਖ ਤੇ ਆਇਆ ਸੀ। ਕਸ਼ਮੀਰ ਵਿੱਚ ਜੰਜੂਆਂ ਦੇ ਉੱਪਰ ਜੰਜੂ ਲਾਏ ਜਾ ਰਹੇ ਸਨ। ਦੁੱਖ ਹੋਰ ਕਿਸੇ ਤੇ ਆਇਆ, ਪਰ ਸੀਸ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ। ਕਹਿੰਦਾ ਜਿਵੇਂ ਉਹ ਵੀ ਵੇਖਦਾ ਤੇ ਸ਼ਹੀਦੀ ਵਿੱਚ ਉਹਨਾਂ ਦਾ ਆਪਣਾ ਕੋਈ ਮਤਲਬ ਨਹੀਂ ਸੀ, ਦੂਸਰੇ ਦੀ ਖਾਤਰ ਆਪਣਾ ਸਰੀਰ ਦਿੱਤਾ। ਹੁਣ ਜੇ ਚਮਕੌਰ ਦੀ ਗੜੀ ਵਿੱਚ ਵੇਖਦਾ ਹੈ ਤੇ ਕਵੀ ਲਿਖਦਾ ਵੀ ਉੱਥੇ ਵੀ ਬਾਪ ਨੇ ਬੇਟੇ ਕਟਵਾਏ ਖੁਦਾ ਕੇ लिए ਕਿ ਉਹਦੇ ਵਿੱਚ ਨਾ ਤੇ ਗੁਰੂ ਸਾਹਿਬ ਦਾ ਕੋਈ ਆਪਣਾ ਰਾਜ ਦਾ ਰੌਲਾ ਸੀ, ਨਾ ਕੋਈ ਗੱਦੀ ਦਾ ਰੌਲਾ ਸੀ, ਨਾ ਕੋਈ ਜ਼ਮੀਨ ਜਾਇਦਾਦ, ਕੋਈ ਰੌਲਾ ਹੀ ਨਹੀਂ ਸੀ ਆਪ ਦਾ। ਜੇ ਆਪ ਦਾ ਰੌਲਾ ਹੁੰਦਾ ਤੇ ਆਨੰਦਪੁਰ ਛੱਡ ਕੇ ਕਿਉਂ ਆਉਂਦੇ? ਐਡੇ ਵੱਡੇ 5 ਕਿਲੇ ਬਣਾਏ ਹੋਏ, ਐਡਾ ਸੁੰਦਰ ਸੋਹਣਾ ਸ਼ਹਿਰ ਜਿਹਨੂੰ ਆਨੰਦਾਂ ਦੀ ਪੁਰੀ ਕਹਿੰਦੇ ਸੀ। ਜੇ ਕੋਈ ਆਪਣੀ ਜਾਇਦਾਦ ਦਾ ਰੌਲਾ ਹੁੰਦਾ ਤੇ ਸਤਿਗੁਰੂ ਜੀ ਉਹਨੂੰ ਛੱਡ ਕੇ ਕਿਉਂ ਆਉਂਦੇ? ਪਰ ਕਵੀ ਲਿਖਦਾ
ਕਿ ਮੈਂ ਦੁਨੀਆ ਦੇ ਵਿੱਚ ਹੋਰ ਵੀ ਬੜੇ ਰਾਜੇ ਦੇਖੇ। ਉਹ ਤੋਂ ਬਾਅਦ ਫਿਰ ਉਹ ਕੁਝ ਲਾਈਨਾਂ ਲਿਖਦਾ ਹੈ। 115ਵੇਂ ਜਦੋਂ ਸੰਦ ਦੇ ਵਿੱਚ ਆਉਂਦਾ, ਕਹਿੰਦੇ ਯਾਕੂਬ ਕੇ ਯੂਸਫ ਨੇ ਵਿਛੜਨੇ ਨੇ ਰੁਲਾਇਆ। ਕਹਿੰਦੇ ਯਾਕੂਬ ਇੱਕ ਰਾਜਾ ਹੋਇਆ, ਉਹਦਾ ਪੁੱਤਰ ਸੀ ਯੂਸਫ। ਕਵੀ ਕਹਿੰਦਾ ਮੈਂ ਹੁਣ ਉਹਨਾਂ ਨੂੰ ਮਿਲਾ ਕੇ ਵੇਖਦਾ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਨੂੰ ਵੇਖਦਾ ਤੇ ਇੱਕ ਪਾਸੇ ਮੈਂ ਦੁਨੀਆ ਦੇ ਰਾਜਿਆਂ ਨੂੰ ਵੇਖ ਰਿਹਾ। ਤੇ ਜਿਹੜਾ ਸਾਧ ਸੰਗਤ ਜੀ ਯਾਕੂਬ ਬਹੁਤ ਮੰਨਿਆ ਹੋਇਆ ਇੱਕ ਰਾਜਾ ਸੀ, ਉਹਦਾ ਪੁੱਤਰ ਸੀ ਯੂਸਫ। ਇਹ ਰਾਜੇ ਦੀਆਂ ਦੋ ਰਾਣੀਆਂ ਸੀ। ਨਿੱਕੀ ਰਾਣੀ ਦਾ ਪੁੱਤਰ ਸੀ ਯੂਸਫ, ਜਿਹਨੂੰ ਇਤਿਹਾਸ ਵਿੱਚ ਇਹਦਾ ਹਿਸਟਰੀ ਵੀ ਹੈ, ਇਹਨਾਂ ਦੀ ਮਿਲ ਜਾਂਦੀ ਹੈ ਨੈੱਟ 'ਤੇ। ਕਹਿੰਦੇ ਯੂਸਫ ਬਹੁਤ ਜ਼ਿਆਦਾ ਦੁਨੀਆ ਤੋਂ ਸੋਹਣਾ ਮੰਨਿਆ ਗਿਆ। ਹੁਣ ਪਿਤਾ ਯਾਕੂਬ ਆਪਣੇ ਨਿੱਕੇ ਪੁੱਤਰ ਨੂੰ ਬਹੁਤ ਪਿਆਰ ਕਰਦਾ ਹੈ। ਇਹ ਵੈਸੇ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਆਪਣੀਆਂ 12 ਦੇ ਵਿੱਚ ਵੀ, ਅਨਕ ਪਿਆਰੋ ਸੁਤ ਗੋਦ ਕੋ, ਕਿ ਜਿਹੜਾ ਗੋਦੀ ਦਾ ਪੁੱਤਰ ਹੁੰਦਾ ਨਾ ਮਾਂ ਬਾਪ ਨੂੰ, ਉਹ ਦੂਜਿਆਂ ਨਾਲੋਂ ਪਿਆਰਾ ਹੁੰਦਾ ਹੈ। ਘਰ ਵਿੱਚ ਭਾਵੇਂ 4-5 ਪੁੱਤਰ ਹੋਣ, ਪਰ ਜਿਹੜਾ ਗੋਦ ਵਿੱਚ ਹੁੰਦਾ ਸਾਰਿਆਂ ਨਾਲੋਂ ਛੋਟਾ ਹੁੰਦਾ, ਉਹਦਾ ਪਿਆਰ ਜ਼ਿਆਦਾ ਕਰਦੇ ਹੈ। ਇਸੇ ਤਰ੍ਹਾਂ ਕਹਿੰਦੇ ਯਾਕੂਬ ਯੂਸਫ ਦਾ ਬਹੁਤ ਪਿਆਰ ਕਰਦਾ ਹੈ। ਜਿਹੜੇ ਦੂਸਰੀਆਂ ਰਾਣੀਆਂ ਦੇ ਉਹਦੇ ਪੁੱਤਰ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕ ਸ਼ੰਕਾ ਪੈ ਗਈ ਵੀ ਪਿਤਾ ਨਿੱਕੇ ਦੇ ਨਾਲ ਬਹੁਤ ਪਿਆਰ ਕਰਦਾ, ਕੋਈ ਸਮਾਂ ਆਇਆ ਕਿਤੇ ਇਹ ਨਾ ਹੋਵੇ ਸਾਰਾ ਕੁਝ ਇਹਨੂੰ ਦੇ ਦੇਵੇ, ਆਪਾਂ ਵੱਡੇ ਹਾਂ, ਆਪਾਂ ਰਾਜ ਤੋਂ ਵਾਂਝੇ ਨਾ ਰਹਿ ਜਾਈਏ। ਕਹਿੰਦੇ ਇਸ ਤਰ੍ਹਾਂ ਮਨ ਦੇ ਵਿੱਚ ਉਹਨਾਂ ਨੇ ਇੱਕ ਸਕੀਮ ਬਣਾਈ। ਇੱਕ ਦਿਨ ਯੂਸਫ ਨੂੰ ਆਪਣੇ ਨਾਲ ਘੋੜਿਆਂ ਉੱਪਰ ਬਿਠਾਇਆ। ਕਹਿੰਦੇ ਵੀ ਚੱਲ ਵੀਰ ਆਪਾਂ ਸ਼ਿਕਾਰ ਖੇਡਣ ਵਾਸਤੇ ਚੱਲੀਏ। ਉਹਨੂੰ ਜੰਗਲਾਂ ਦੇ ਵਿੱਚ ਬਹੁਤ ਦੂਰ ਲੈ ਗਏ। ਅੱਗੇ ਜਾ ਕੇ ਇੱਕ ਸਾਧ ਸੰਗਤ ਜੀ ਖੂਹ ਸੀ, ਜਿਹਦੇ ਵਿੱਚ ਨਾ ਕੋਈ ਆਉਂਦਾ ਨਾ ਜਾਂਦਾ। ਉਹਨਾਂ ਨੇ ਉਹ ਖੂਹ ਦੇ ਵਿੱਚ ਸੁੱਟ ਦਿੱਤਾ ਉਹਨੂੰ, ਔਰ ਉਹਦੇ ਤਨ ਦੇ ਉੱਪਰੋਂ ਇੱਕ ਕੱਪੜਾ ਲਾਹ ਕੇ ਕਿਸੇ ਜਾਨਵਰ ਦੇ ਲਹੂ ਦੇ ਨਾਲ ਰੰਗ ਕੇ ਵਾਪਸ ਲੈ ਆਏ। ਆ ਕੇ ਆਪਣੇ ਪਿਤਾ ਯਾਕੂਬ ਨੂੰ ਲਿਆ ਕੇ ਉਹ ਕੱਪੜਾ, ਉਹਦਾ ਚੱਗਾ ਦਿਖਾਇਆ। ਉਹੇ ਜਿਹੇ ਰੋਣ ਵਾਲੇ ਮੁਖੜੇ ਬਣਾਏ। ਕਹਿਣ ਲੱਗੇ ਪਿਤਾ ਜੀ ਬੜੀ ਮਾੜੀ ਗੱਲ ਹੋਈ, ਛੋਟੇ ਭਰਾ ਯੂਸਫ ਨੂੰ ਇੱਕ ਬਘਿਆੜ ਖਾ ਗਿਆ, ਤੇ ਆਹ ਵੇਖੋ ਉਹਦਾ ਅਸੀਂ ਕੱਪੜਾ ਲੈ ਕੇ ਆਏ ਹਾਂ, ਉਹ ਸਾਰਾ ਹੀ ਖਾ ਗਿਆ ਉਹਨੂੰ। ਤੇ ਕਵੀ ਲਿਖ ਰਿਹਾ, ਕਹਿੰਦੇ ਉਹਨੇ ਸਿਰਫ ਕੱਪੜਾ ਹੀ ਵੇਖਿਆ ਆਪਣੇ ਪੁੱਤਰ ਦਾ ਕਿ ਮੇਰੇ ਪੁੱਤਰ ਨੂੰ ਜਾਨਵਰ ਕੋਈ ਬਘਿਆੜ ਖਾ ਗਿਆ। ਕਹਿੰਦੇ ਰੋ ਰੋ ਕੇ ਯਾਕੂਬ ਅੰਨਾ ਹੋ ਗਿਆ। ਹੁਣ ਉਹ ਦੇਖ ਰਿਹਾ ਹੈਗਾ ਵੀ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਪਾਸੇ ਤੇ ਉਹ ਰਾਜਾ ਹੈ ਜਿਹਨੇ ਆਪਣੇ ਪੁੱਤਰ ਦਾ ਸੁਣਿਆ ਹੀ ਆ ਕਿ ਉਹ ਮਰ ਗਿਆ, ਉਹ ਰੋ ਰੋ ਕੇ ਅੰਨਾ ਆ ਗਿਆ। ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਅੱਖਾਂ ਦੇ ਸਾਹਮਣੇ ਵੇਖ ਕੇ ਆਇਆ। ਜਦੋਂ ਲੰਘ ਕੇ ਵੀ ਆਇਆ, ਇਤਿਹਾਸ ਵਿੱਚ ਆਉਂਦਾ ਨਾ, ਅੰਬਰਾਂ ਦੇ ਵਿੱਚ ਬਿਜਲੀ ਚਮਕਾਰੇ ਸੀਗੀ ਮਾਰਗ ਦੀ, ਦਇਆ ਸਿੰਘ ਉੱਪਰ ਨਜ਼ਰ ਪਈ ਤਾਂ ਦਤਾਰ ਦੀ, ਬੁੱਕਲ 'ਚ ਲੈ ਕੇ ਬੈਠਾ ਲਾਸ਼ ਸੀ ਜੁਝਾਰ ਦੀ। ਕਹਿੰਦੇ ਜੁਝਾਰ ਦੀ ਲਾਸ਼ ਲੈ ਕੇ ਆਪਣੇ ਪੱਟਾਂ ਵਿੱਚ ਬੈਠਾ ਹੋਇਆ। ਮਹਾਰਾਜ ਨੇ ਪੁੱਛਿਆ ਭਾਈ ਦਇਆ ਸਿੰਘ ਕੀ ਕਰਦਾ ਹੈ? ਕਹਿਣ ਲੱਗਿਆ ਸੱਚੇ ਪਾਤਸ਼ਾਹ ਮੈਥੋਂ ਤਾਂ ਗਾਂਹ ਪੈਰ ਨਹੀਂ ਪੱਟੇ ਜਾਂਦੇ। ਵੇਖੋ ਤੁਹਾਡਾ ਪੁੱਤਰ ਧਰਤੀ ਦੇ ਉੱਪਰ ਪਿਆ ਹੋਇਆ, ਮਹਾਰਾਜ ਕਿਰਪਾ ਕਰੋ 2 ਗਜ ਖੱਪਣ ਤੇ ਪਾ ਦੇਵੋ ਇਹਦੇ ਉੱਪਰ। ਕਹਿੰਦੇ ਉਦੋਂ ਸਤਿਗੁਰੂ ਜੀ ਨੇ ਆਵਾਜ਼ ਮਾਰੀ, ਦਇਆ ਸਿੰਘ ਜੀ ਆ ਜਾ। ਕਿਹਦੇ ਕਿਹਦੇ ਤੇ ਖੱਪਣ ਪਾਵੇਂਗਾ? ਇੱਥੇ ਮੇਰਾ ਇੱਕ ਜੁਝਾਰ ਨਹੀਂ, ਪਤਾ ਨਹੀਂ ਕਿੰਨੇ ਕੁ ਜੁਝਾਰ ਪਏ ਨੇ। ਮੈਂ ਆਪਣੇ ਪੁੱਤਰਾਂ ਨੂੰ ਤੇ ਦੂਸਰੇ ਸਿੰਘਾਂ ਨੂੰ ਕੋਈ ਵੱਖਰੇ ਨਹੀਂ ਸਮਝਿਆ। ਇਹ ਮੇਰਾ ਕੱਲਾ ਜੁਝਾਰ ਨਹੀਂ ਹੈ, ਦੂਸਰੇ ਵੀ ਸਾਰੇ ਜੁਝਾਰ ਨੇ। ਜੇ ਖੱਪਣ ਪਾਉਣ ਲੱਗ ਗਿਆ ਦੱਸ ਕਿਹਦੇ ਕਿਹਦੇ ਤੇ ਪਾਵੇਂਗੇ? ਜਿੱਥੇ ਸਾਰਿਆਂ ਤੇ ਪਾ ਸਕਦਾ ਤਾਂ ਪਾ ਦੇ, ਨਹੀਂ ਜੁਝਾਰ ਸਿੰਘ ਨੂੰ ਵੀ ਛੱਡਿਆ। ਕਵੀ ਲਿਖਦਾ ਵੀ ਵੇਖੀਏ ਕਿੱਡਾ ਫਰਕ ਹੈ। ਇੱਕ ਨੇ ਨਾਮ ਹੀ ਸੁਣਿਆ ਤੇ ਉਹ ਸਾਧ ਸੰਗਤ ਜੀ ਅੰਨਾ ਹੋ ਗਿਆ। ਭਾਵੇਂ ਉਹਦਾ ਹਿਸਟਰੀ ਜਿਹੜੀ ਹੈ ਯੂਸਫ ਦੀ, ਉਹ ਮਰਿਆ ਨਹੀਂ ਸੀ, ਬਾਅਦ ਵਿੱਚ ਬਣਜਾਰੇ ਲੈ ਗਏ ਉਹਨੂੰ ਕੱਢ ਕੇ। ਉਦੋਂ ਲੋਕਾਂ ਦੀਆਂ ਮੰਡੀਆਂ ਲੱਗਦੀਆਂ ਸੀ, ਜਨਾਨੀਆਂ ਬੰਦੇ ਵੇਚੇ ਜਾਂਦੇ ਸੀ। ਉਹਨੂੰ ਇੱਕ ਮੰਡੀ ਵਿੱਚ ਵੇਚਤਾ। ਉਹ ਮਿਸਰ ਦੇ ਰਾਜੇ ਨੇ ਉਹਨੂੰ ਖਰੀਦ ਲਿਆ। ਉਹਦੀ ਇੱਕ ਨਿੱਕੀ ਰਾਣੀ ਸੀ ਜ਼ੁਲੇਖਾ, ਇਹਨਾਂ ਦਾ ਬੜੇ ਪਿੱਛੇ ਚੱਲਦੇ ਆ ਯੂਸਫ ਜ਼ੁਲੇਖਾ। ਉਹਨੇ ਫਿਰ ਉਹਦੇ ਨਾਲ ਵਿਆਹ ਕਰ ਲਿਆ ਸੀ, ਫਿਰ ਇਹ ਮਿਸਰ ਦਾ ਰਾਜਾ ਬਣ ਗਿਆ ਸੀ। ਇਹ ਉਦਾਹਰਨ ਦਿੱਤੀ ਹੈ ਕਵੀ ਜੀ ਨੇ। ਉਸ ਤੋਂ ਅੱਗੇ ਕਹਿੰਦਾ ਹੈ, ਸਾਬਰ ਕੋਈ ਐਸਾ ਕੰਮ ਐਸਾ ਰਸੂਲੋਂ ਮੈਂ ਆਇਆ। ਮਹਾਰਾਜ ਕਹਿੰਦੇ ਇਹੋ ਜਿਹਾ
ਦੁਨੀਆ ਦੇ ਰਸੂਲੋਂ ਜਿਹੜੇ ਹੋਰ ਵੀ ਸਾਧੂ ਸੰਤ ਜਿਹਨੂੰ ਕੋ ਪੀਰ ਪੈਗੰਬਰ ਕਿਸੇ ਵੀ ਧਰਮ ਦੇ ਆਪਣੇ ਆਪਣੇ ਬੁਲਾਉਂਦੇ ਹੈ, ਉਹ ਕਹਿੰਦਾ ਵੀ ਮੈਂ ਇਹੋ ਜਿਹਾ ਪਹਿਲਾਂ ਦੁਨੀਆ ਤੇ ਕੋਈ ਆਇਆ ਨਹੀਂ ਵੇਖਿਆ। ਕਟਵਾ ਕੇ ਪਿਸਰ ਚਾਰੇ ਇੱਕ ਆਂਸੂ ਨਾ ਗਰਾਇਆ। ਕਹਿੰਦਾ ਜਿਹਨੇ 4 ਪੁੱਤਰ ਆਪਣੇ ਵਾਰ ਦਿੱਤੇ ਹੋਣ ਤੇ ਅੱਖ ਤੋਂ ਇੱਕ ਹੰਝੂ ਵੀ ਨਾ ਘੇਰਿਆ ਹੋਵੇ, ਇਹੋ ਜਿਹਾ ਪੈਗੰਬਰ, ਇਹੋ ਜਿਹਾ ਪੀਰ, ਇਹੋ ਜਿਹਾ ਗੁਰੂ ਮੈਂ ਦੁਨੀਆ ਤੇ ਪਹਿਲਾਂ ਕੋਈ ਆਇਆ ਨਹੀਂ ਵੇਖਿਆ। ਅੱਗੇ ਹੋਰ ਉਦਾਹਰਨ ਦਿੰਦਾ, ਕਹਿੰਦਾ ਡੰਡਕ ਮੇਂ ਫਿਰੇ ਰਾਮ ਤੋਂ ਸੀਤਾ ਥੀ ਬਗਲ ਮੇਂ। ਰਾਮਚੰਦਰ ਜਿਹਨੂੰ ਭਗਵਾਨ ਰਾਮ ਵੀ ਕਿਹਾ ਜਾਂਦਾ ਹੈ, ਉਹਨੂੰ ਵੀ ਫਤਵਾ ਮਿਲਿਆ ਸੀ। ਉਹਦਾ ਪਿਓ ਵੀ ਰਾਜਾ ਸੀ ਅਯੁੱਧਿਆ ਦਾ, ਜਥਰਥ ਦਾ ਨਾਮ ਸੀ ਸਾਧ ਸੰਗਤ ਜੀਓ। ਉਹਦੀ ਉਦਾਹਰਨ ਦਿੰਦਾ ਹੈ, ਕਹਿੰਦੇ ਜਿਸ ਤਰ੍ਹਾਂ ਰਾਮਚੰਦਰ ਦਾ ਪਿਤਾ, ਉਹਨਾਂ ਦਾ ਭਾਵੇਂ ਨਿੱਜੀ ਲੜਾਈ ਸੀ ਉਹ ਵੀ ਆਪਸ ਵਿੱਚ ਦੀ, 14 ਸਾਲ ਦਾ ਬਨਵਾਸ ਮਿਲਿਆ ਰਾਮਚੰਦਰ ਨੂੰ। ਉਹਦੇ ਘਰ ਵਾਲੀ ਮਾਤਾ ਸੀਤਾ ਉਹ ਵੀ ਨਾਲ ਤਿਆਰ ਹੋ ਗਈ, ਛੋਟਾ ਭਰਾ ਲక్ష్మణ ਉਹ ਵੀ ਤਿਆਰ ਹੋ ਗਿਆ ਵੀ ਅਸੀਂ ਨਾਲ ਜਾਵਾਂਗੇ। ਹੁਣ ਪਿਓ ਨੂੰ ਇਹ ਪਤਾ ਸੀ ਵੀ ਮੇਰਾ ਪੁੱਤਰ ਜਾ ਰਿਹਾ, ਨਾਲੇ ਹੁਣ ਕਵੀ ਲਿਖਦਾ, ਕਹਿੰਦਾ ਸੀਤਾ ਥੀ ਬਗਲ ਮੇਂ, ਉਹਦੀ ਘਰ ਵਾਲੀ ਸੀਤਾ ਉਹ ਵੀ ਨਾਲ ਉਹਦੇ ਸੀ। ਕੋਈ ਉਹਨੂੰ ਬਨਵਾਸ ਕੱਟਣਾ ਬਹੁਤਾ ਔਖਾ ਨਹੀਂ ਸੀ 14 ਸਾਲ, ਕਿਉਂਕਿ ਘਰ ਵਾਲੀ ਨਾਲ ਹੈ ਉਹਦੀ ਸੇਵਾ ਕਰਨ ਵਾਸਤੇ, ਉਹਦਾ ਭਰਾ ਨਾਲ ਹੈ ਛੋਟਾ। ਪਰ ਫਿਰ ਵੀ ਕਹਿੰਦੇ ਉਹਦਾ ਪਿਤਾ ਰਾਜਾ ਦਸ਼ਰਥ ਮਹਿਲਾਂ ਦੇ ਉੱਪਰ ਚੜ੍ਹ ਕੇ ਵੇਖਣ ਲੱਗ ਗਿਆ ਜਦੋਂ ਪੁੱਤਰ ਜਾ ਰਹੇ ਨੇ ਰਾਮ ਤੇ ਲక్ష్మణ। ਕਹਿੰਦੇ ਵੇਖਦਾ ਰਿਹਾ ਵੇਖਦਾ ਰਿਹਾ, ਜਦੋਂ ਵਿਖਣੋਂ ਹਟ ਗਏ ਐਸਾ ਅੰਦਰੋਂ ਹੌਂਕਾ ਲਿਆ, ਉੱਪਰੋਂ ਡਿੱਗ ਕੇ ਮਰ ਗਿਆ। ਹੁਣ ਉਹਦੀ ਗੱਲ ਫਿਰ ਨਾਲ ਮਿਲਾ ਕੇ ਵੇਖਦਾ ਵੀ ਇੱਕ ਪਾਸੇ ਦਸ਼ਰਥ ਆਪਣੇ ਪੁੱਤਾਂ ਨੂੰ ਜਾਂਦਿਆਂ ਨੂੰ ਵੇਖਦਾ ਮਹਿਲਾਂ ਤੋਂ ਡਿੱਗ ਕੇ ਮਰ ਜਾਂਦਾ ਹੈ, ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਗੜੀ ਤੇ ਖੜਾ ਜਕਾਰੇ ਛੱਡ ਰਿਹਾ। ਫਿਰ ਇੱਕ ਨਪੋਲੀਅਨ ਦੀ ਉਦਾਹਰਨ ਦਿੰਦਾ ਹੈ ਕਿ ਉਹਦਾ ਇੱਕ ਸਿਪਾਹੀ ਜੰਗ ਦੇ ਵਿੱਚ ਮਰਿਆ ਤੇ ਉਹ ਆਪਣੇ ਮਰੇ ਹੋਏ ਸਿਪਾਹੀ ਨੂੰ ਵੇਖ ਕੇ ਧਾਹਾਂ ਮਾਰ ਮਾਰ ਰੋਇਆ। ਤੇ ਇਹ ਗੁਰੂ ਗੋਬਿੰਦ ਸਿੰਘ ਤੇਰੇ ਸਾਹਮਣੇ ਤੇ ਲੱਖਾਂ ਹੀ ਤੇਰੇ ਸਿਪਾਹੀ ਸ਼ਹੀਦ ਹੋਏ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਲਿਖਦਾ, ਕਹਿੰਦੇ ਰੁਤਬਾ ਗੁਰੂ ਗੋਬਿੰਦ ਸਿੰਘ ਨੇ ਰਿਸ਼ੀਓਂ ਕਾ ਬੜਾਇਆ। ਕਹਿੰਦੇ ਜਦੋਂ ਮੈਂ ਦੇਖਦਾ ਵੀ ਹੈ ਗੁਰੂ ਗੋਬਿੰਦ ਸਿੰਘ ਤੂੰ ਦੁਨੀਆ ਤੇ ਜਿੰਨੇ ਵੀ ਪਹਿਲਾਂ ਭਗਵਾਨ ਆਏ ਨੇ, ਰਾਮ ਦੀ ਗੱਲ ਕੀਤੀ ਹੈ, ਕ੍ਰਿਸ਼ਨ ਦੀ ਗੱਲ ਵੀ ਵਿੱਚ ਆਉਂਦੀ ਆ, ਇਤਿਹਾਸ ਲੰਮਾ ਹੋ ਜਾਣਾ ਜੇ ਸਾਰਿਆਂ ਦੇ ਨਾਮ ਲੈਂਦੇ ਆ। ਪਰ ਕਵੀ ਕਹਿੰਦਾ ਗੁਰੂ ਗੋਬਿੰਦ ਸਿੰਘ ਤੂੰ ਇਹ ਸਾਰਿਆਂ ਦਾ ਰੁਤਬਾ ਉੱਚਾ ਕਰਤਾ, ਜਿਵੇਂ ਨਾ ਪੰਕਾ ਵਧਾਤਾ ਵੀ ਨਹੀਂ ਤੇ ਸਾਰੇ ਇਹ ਥੱਲੇ ਡਿੱਗ ਚੁੱਕੇ ਸਨ। ਕਿਉਂ ਕੋਈ ਇਸਤਰੀ ਦੀ ਖਾਤਰ ਮਰਿਆ, ਕੋਈ ਜਾਇਦਾਦ ਦੀ ਖਾਤਰ ਮਰਿਆ, ਕੋਈ ਘਰ ਦੇ ਰੌਲੇ ਦੀ ਖਾਤਰ ਮਰਿਆ, ਪਰ ਤੇਰੀਆਂ ਜਿਹੜੀਆਂ ਸ਼ਹੀਦਾਂ ਹੋਈਆਂ ਨੇ ਉਹ ਦੁਨੀਆ ਤੋਂ ਵੱਖਰੀਆਂ ਹੋਈਆਂ ਨੇ। ਨਾ ਕੋਈ ਧਨ ਨਾ ਕੋਈ ਦੌਲਤ, ਇਹਦੇ ਵਿੱਚ ਕੁਝ ਵੀ ਕੋਈ ਲਾਲਚ ਹੈ ਨਹੀਂ ਸੀ। ਇਸ ਕਰਕੇ ਉਹ ਕਹਿੰਦਾ ਦੁਨੀਆ ਦੇ ਲੋਕੋ ਜਦੋਂ ਮੈਂ ਵੇਖਦਾ ਵੀ ਜੇ ਤੀਰਥ ਤੇ ਜਾਣਾ ਹੈ ਤਾਂ ਚਮਕੌਰ ਸਾਹਿਬ ਦੀ ਧਰਤੀ ਤੇ ਜਾਓ। ਦੁਨੀਆ ਦਾ ਸਭ ਤੋਂ ਵੱਡਾ ਤੀਰਥ ਉਹ ਆ ਜਿੱਥੇ ਇੱਕ ਬਾਪ ਨੇ ਅੱਖਾਂ ਦੇ ਸਾਹਮਣੇ ਬੇਟੇ ਕਟਵਾ ਦਿੱਤੇ। चमक है महर की चमकौर तेरे जजरों में, वहीं से बनकर सितारे गए हैं समा के लिए। ਉਹ ਕਹਿੰਦਾ ਮੈਨੂੰ ਤੇ ਇੰਜ ਲੱਗਦਾ ਵੀ ਜਿਹੜੇ ਆ ਤਾਰੇ ਚਮਕਦੇ ਆ ਨਾ ਉੱਪਰ, ਇਹ ਸਾਰੇ ਚਮਕ ਕਿੱਥੋਂ ਲੈ ਕੇ ਆਇਆ? ਚਮਕੌਰ ਸਾਹਿਬ ਤੋਂ। ਮਾਂ ਉਹਦੇ ਅੰਦਰ ਦਾ ਇੱਕ ਪਿਆਰ ਆ ਵੀ ਜਿੱਥੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਪਏ ਹੋਏ ਨੇ ਵੀ ਇਹ ਦੁਨੀਆ ਦੇ ਲੋਕੋ ਆ ਤਾਰੇ ਵੀ ਉੱਥੋਂ ਚਮਕ ਲੈ ਕੇ ਆਉਂਦੇ ਆ, ਚਮਕੌਰ ਤੋਂ ਚਮਕ ਆਈ ਹੈ ਸਾਰੀ। ਇਸ ਕਰਕੇ ਜਦੋਂ ਯਾਤਰਾ ਨੂੰ ਜਾਵੋਂ ਤੇ ਉਹ ਕਹਿੰਦਾ ਵੀ ਇੱਕੋ ਹੀ ਇੱਕ ਮੇਰੀ ਨਿਗਾਹ ਵਿੱਚ ਤੀਰਥ ਹੈ, ਉਹ ਤੀਰਥ ਦਾ ਨਾਮ ਹੈ ਚਮਕੌਰ ਸਾਹਿਬ। ਹੋਰ ਭਾਵੇਂ ਕਿਤੇ ਜਾਇਓ ਭਾਵੇਂ ਨਾ ਜਾਇਓ, ਪਰ ਇਸ ਤੀਰਥ ਤੇ ਦੂਰ ਜਾ ਕੇ ਮੱਥਾ ਟੇਕਿਓ, ਜ਼ਰੂਰ ਜਾ ਕੇ ਉਹ ਸ਼ਹਾਦਤ ਨੂੰ ਵੇਖਿਓ। ਇੱਕ ਵਾਰੀ ਵੇਖਿਓ ਵੀ ਕਿੰਨਾ ਦੁੱਖ ਹੁੰਦਾ ਪੁੱਤਰਾਂ ਨੂੰ ਮਾਰਨ ਦਾ, ਤੇ ਸਤਿਗੁਰੂ ਜੀ ਨੇ ਕਿਵੇਂ ਆਪਣੇ ਲਗਤੇ ਜਿਗਰ ਆਪਣੇ ਪੁੱਤਰ ਵਾਲੇ ਹੋਣੇ ਆ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਜੀ ਮਾਛੀਵਾੜੇ ਦੀ ਧਰਤੀ ਤੇ ਆਪਾਂ ਕੱਲ ਸਰਵਣ ਕੀਤਾ, ਇੱਕ ਬਾਗ ਦੇ ਵਿੱਚ ਆ ਕੇ ਠਹਿਰ ਜਾਂਦੇ ਆ। ਉਧਰੋਂ ਦਿਨ ਚੜ੍ਹਨ ਵਾਲਾ ਹੁੰਦਾ ਹੈ, ਮਹਾਰਾਜ ਟੈਂਟ ਸਰਾਣੇ ਲਾਈ ਹੈ ਤੇ ਖੱਬਾ ਪਾਸਾ ਹੇਠਾਂ, ਖੱਬੀ ਬਾਂਹ ਹੇਠਾਂ, ਸੱਜੀ ਬਾਂਹ ਉਹਨਾਂ ਦੀ ਉੱਪਰ ਹੈ। ਇੱਕ ਜਿਹੜਾ ਉਹਨਾਂ ਦਾ ਪੈਣ ਦਾ ਢੰਗ ਹੈ, ਆਪਾਂ ਆਮ ਵੀ ਫੋਟੋਆਂ ਵੇਖਦੇ ਹਾਂ ਕਿ ਜਦੋਂ ਮਾਛੀਵਾੜੇ ਵਿੱਚ ਪਏ ਆ ਮਹਾਰਾਜ ਟੇਢੇ ਤਰ੍ਹਾਂ ਪਏ ਹੋਏ ਆ। ਪਿੱਠ ਉਹਨਾਂ ਨੇ ਕੀਤੀ ਹੋਈ ਹੈ ਝਾੜ, ਜਿੱਧਰ ਨੇ ਝਾੜੀਆਂ, ਕਿਉਂਕਿ ਉਧਰੋਂ ਕੋਈ ਆ ਨਹੀਂ ਸਕਦਾ। ਮੂੰਹ ਉਧਰ ਨੂੰ ਕਰਕੇ ਪਏ ਨੇ ਜਿੱਧਰੋਂ ਕੋਈ ਆ ਸਕਦਾ, ਭਾਵ ਕਿ ਉਹਨਾਂ ਨੂੰ ਪਿਆ ਹੋਇਆਂ ਨੂੰ ਵੀ ਇੰਨਾ ਧਿਆਨ ਹੈ ਵੀ ਜੇ ਕੋਈ ਸਾਹਮਣੇ ਆਵੇਗਾ ਤੇ ਰਾਤ ਨੂੰ ਨੰਗੀ ਤਲਵਾਰ ਆਪਣੀ ਛਾਤੀ ਨਾਲ ਲਾ ਕੇ ਪਏ ਹੋਏ ਆ।
ਤੀਰਾਂ ਦਾ ਪੱਥਾ ਤੇ ਕਮਾਨ ਪਿੱਛੇ ਰੱਖੀ ਹੋਈ ਹੈ। ਇਹੋ ਜਿਹੇ ਢੰਗ ਨਾਲ ਮਹਾਰਾਜ ਪਏ ਹੈ ਤੇ ਇੰਨਾ ਸਾਧ ਸੰਗਤ ਜੀ, ਠੰਡ ਦਾ ਮਹੀਨਾ, ਨਾ ਤਾਂ ਕੋਈ ਉੱਪਰ ਵਸਤਰ ਲੈਣ ਨੂੰ ਹੈ, ਥੱਲੇ ਧਰਤੀ ਹੈ, ਧਰਤੀ ਉੱਪਰ ਵੀ ਕੰਡੇ ਰੋੜ ਵਿਛੇ ਹੋਏ ਨੇ, ਸਾਧ ਸੰਗਤ ਰੋੜਾਂ ਦੇ ਉੱਪਰ ਪਏ ਹੋਏ ਨੇ, ਉੱਪਰ ਲੈਣ ਵਾਸਤੇ ਕੋਈ ਕੱਪੜਾ ਨਹੀਂ ਹੈ। ਉਧਰੋਂ ਸਾਧ ਸੰਗਤ ਜੀ ਦਿਨ ਚੜ੍ਹੇ ਆਉਂਦਾ ਹੈ। ਜਿਉਂ-ਜਿਉਂ ਦਿਨ ਚੜ੍ਹਦਾ ਹੈ ਤੇ ਉਹ ਬਾਗ ਦਾ ਇੱਕ ਮਾਲੀ ਹੈ, ਜਿਹੜਾ ਰਖਵਾਲਾ ਨੌਕਰ ਹੈ, ਉਹ ਆਪਣੇ ਬਾਗ ਦੇ ਵਿੱਚ ਗੇੜਾ ਮਾਰਨ ਵਾਸਤੇ ਆਉਂਦਾ ਹੈ। ਉਹਨੇ ਕੀ ਵੇਖਿਆ, ਜਦੋਂ ਗੇੜਾ ਮਾਰਦਾ ਮਾਰਦਾ ਬਾਗ ਦੇ ਵਿੱਚ ਉਹ ਜਗ੍ਹਾ ਤੇ ਵੇਖਿਆ ਜਿੱਥੇ ਗੁਰੂ ਸਾਹਿਬ ਜੀ ਪਏ ਨੇ। ਉਹ ਜਾਣਦਾ ਨਹੀਂ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਆ। ਉਹ ਸੋਚਦਾ ਕੋਈ ਫਕੀਰ, ਕੋਈ ਸਾਧੂ ਮਹਾਤਮਾ ਜਿਹਦੇ ਹਾਲਾਤ ਬੜੇ ਮਾੜੇ ਨੇ, ਸਰੀਰ ਦੇ ਉੱਪਰੋਂ ਲਹੂ ਥਾਂ ਥਾਂ ਤੋਂ ਨਿਕਲਿਆ ਹੋਇਆ, ਕੰਡੇ ਵੱਜੇ ਹੋਏ ਨੇ, ਸਰੀਰ ਐਂ ਪਸ਼ ਜਿਵੇਂ ਕਹਿੰਦਾ ਭਰਿਆ ਹੋਇਆ ਗਾ, ਸਰੀਰ ਸੁੱਜੇ ਪਏ ਨੇ ਹੱਥ ਪੈਰ, ਤੇ ਬੜੇ ਹੀ ਆਨੰਦ ਦੀ ਨੀਂਦ ਵਿੱਚ ਪਏ ਹੋਏ ਆ। ਚਿਹਰੇ ਤੇ ਇਉਂ ਲੱਗਦਾ ਇੰਨਾ ਨੂਰ ਹੈ ਜਿਵੇਂ ਕੋਈ ਦੁੱਖ ਹੋਇਆ ਹੀ ਨਾ ਹੋਵੇ ਜ਼ਿੰਦਗੀ ਦੇ ਵਿੱਚ। ਚਿਹਰਾ ਇਸ ਤਰ੍ਹਾਂ ਮਹਾਰਾਜ ਦਾ ਚਮਕ ਰਿਹਾ, ਕਹਿੰਦੇ ਉਹ ਵੇਖ ਕੇ ਚਿਹਰੇ ਨਜ਼ਰ ਉਹਦੇ ਜਦੋਂ ਵੇਖਦਾ ਹੈ ਆਪਣੀ ਨਿਗਾਹ ਦੇ ਨਾਲ, ਤੇ ਬੜਾ ਅੰਦਰੋਂ ਕਹਿੰਦੇ ਇੱਕ ਤਰ੍ਹਾਂ ਨਿਹਾਲ ਹੋ ਜਾਂਦਾ। ਫਿਰ ਉਹਦਾ ਹੀਆਂ ਪੈਂਦਾ ਵੀ ਮੈਂ ਇਹਨੂੰ ਉਠਾ ਦੇਵਾਂ, ਪੁੱਛਾਂ ਤਾਂ ਸਹੀ ਵੀ ਇਹ ਫਕੀਰਾ, ਤੂੰ ਸਾਡੇ ਬਾਗ ਦੇ ਵਿੱਚ ਸਵੇਰੇ ਸਵੇਰੇ ਆ ਕੇ ਪਿਆ ਕਿ ਰਾਤ ਦਾ ਆ ਕੇ ਪਿਆ, ਤੂੰ ਕੌਣ ਹੈ? ਕਹਿੰਦੇ ਜਦੋਂ ਬੁਲਾਉਣ ਦਾ ਹੀਆ ਕਰਦਾ ਨਾ, ਸੋਚਦਾ ਹੀ ਆ ਜੀ ਅੰਦਰੋਂ, ਤੇ ਕਵੀ ਜਿਹੜਾ ਹੈ ਨਾ ਪਿਆਰ ਨਾਲ ਲਿਖਦਾ, ਕਹਿੰਦੇ ਉੱਥੋਂ ਜਾਨਵਰ ਵੀ ਉਹਨੂੰ ਕਹਿੰਦੇ ਆ, ਨਾ ਓਏ ਨਾ ਠਾਈ ਨਾ ਇਹਨੂੰ। ਜਿਉਂ ਇਹ ਅਨੰਦਪੁਰ ਸਾਹਿਬ ਤੋਂ ਚੱਲਿਆ ਹੋਇਆ, ਅੱਜ 3 ਰਾਤਾਂ ਹੋ ਗਈਆਂ ਨੇ, ਕਦੇ ਧਰਤੀ ਉੱਪਰ ਆਪਣੀ ਢੂਈ ਲਾ ਕੇ ਨਹੀਂ ਵੇਖੀ। 3 ਦਿਨ ਹੋ ਗਏ ਨੇ, ਆਪਣੇ ਮੂੰਹ ਦੇ ਵਿੱਚ ਇੱਕ ਬੁਰਕੀ ਰੋਟੀ ਦੀ ਅੰਨ ਦੀ ਨਹੀਂ ਪਾਈ, ਇਹਨੇ ਘੁੱਟ ਪਾਣੀ ਦੀ ਨਹੀਂ ਪੀਤੀ। ਇਹ ਭੁੱਖਾ ਵੀ ਹੈ, ਪਿਆਸਾ ਵੀ ਹੈ, ਤੇ ਇਹ ਅਨੀਂਦਰਾ ਵੀ ਬਹੁਤ ਆ। ਅੱਜ ਪਤਾ ਨਹੀਂ, ਅੱਜ ਬੜਾ ਕਰਜ਼ ਜਿਵੇਂ ਲਾ ਕੇ ਕੋਈ ਸੌਂਦਾ ਨਾ ਘਰ ਦੇ ਵਿੱਚ, ਸੁਰਖਰੂ ਹੋ ਕੇ ਵੀ ਮੈਂ ਅੱਜ ਦੁੱਖਾਂ ਤੋਂ ਐਨ ਸੁਰਖਰੂ ਹੋ ਗਿਆ, ਮੇਰੇ ਕੰਮ ਸਾਰੇ ਮੁੱਕ ਗਏ ਨੇ, ਅੱਜ ਮੈਂ ਆਨੰਦ ਨਾਲ ਸੌਵਾਂਗਾ। ਆਪਾਂ ਕੋਈ ਕੰਮਕਾਰ ਵੱਡਾ ਕਰਦੇ ਹਾਂ, ਜਦੋਂ ਮੁੱਕ ਜਾਂਦਾ ਨਾ, ਫਿਰ ਇੱਕ ਆਨੰਦ ਜਿਹਾ ਮਹਿਸੂਸ ਕਰਦੇ ਹਾਂ ਵੀ ਸ਼ੁਕਰ ਆਪਣਾ ਸਾਰਾ ਕੰਮ ਮੁੱਕ ਗਿਆ, ਹੁਣ ਵਿਹਲੇ ਅੱਜ ਆਰਾਮ ਨਾਲ ਆਨੰਦ ਨਾਲ ਸੌਵਾਂਗੇ ਦਿਨੇ। ਕਹਿੰਦੇ ਚਿਹਰੇ ਤੋਂ ਇਉਂ ਜਪਦਾ ਹੈ, ਇੱਕ ਭੋਰਾ ਵੀ ਦੁੱਖ ਨਹੀਂ ਹੈ ਕਿ ਮੈਂ 1 ਰਾਤ ਪਹਿਲਾਂ ਆਪਣੇ ਪੁੱਤ ਵਾਰ ਕੇ ਆਇਆ, 5 ਪਿਆਰਿਆਂ ਚੋਂ 3 ਸਿੰਘ ਪਿਆਰੇ ਵਾਰ ਕੇ ਆਇਆ, ਨਿੱਕਾ ਹੀ ਸਿੰਘ ਵਾਰ ਕੇ ਆਇਆ, ਨਿੱਕਿਆਂ ਦਾ ਪਤਾ ਹੀ ਕੋਈ ਨਹੀਂ ਕਿੱਥੇ ਗਏ ਹੋਏ ਨੇ। ਪਰ ਕਹਿੰਦੇ ਚਿਹਰੇ ਤੋਂ ਭੋਰਾ ਵੀ ਮਹਿਸੂਸ ਨਹੀਂ ਹੋ ਰਿਹਾ, ਇੰਨੇ ਆਨੰਦ ਨਾਲ ਪਏ ਨੇ। ਕਹਿੰਦੇ ਇਉਂ ਜਿਵੇਂ ਨਾ ਉਹ ਜੰਗਲ ਵਿੱਚੋਂ ਵੀ ਆਵਾਜ਼ਾਂ ਆਉਂਦੀਆਂ ਨੇ ਮਾਲੀ ਨੂੰ, ਉਹ ਮਾਲੀ ਆ ਵੇਖੀ ਕਿਤੇ ਠਾ ਨਾ ਦੇਵੀਂ। ਪਤਾ ਹੀ ਨਹੀਂ ਕਿੰਨੇ ਦਿਨ ਹੋ ਗਏ ਜਾਗਦਾ ਇਹ, ਅੱਜ ਮਸਾਂ ਆ ਕੇ ਕਿਤੇ ਤੇਰੀ ਗੋਦ ਵਿੱਚ ਸੁੱਤਾ, ਇਹਨੂੰ ਕੁਝ ਘੜੀਆਂ ਸੌਂ ਲੈਣ ਦੇ, ਇਹਨੂੰ ਆਰਾਮ ਕਰ ਲੈਣ ਦੇ। ਕਹਿੰਦੇ ਇਸ ਤਰ੍ਹਾਂ ਕਵੀ ਨੇ ਲਿਖਿਆ ਹੋਇਆ ਕੁਝ ਸਤਰਾਂ ਆਪਣੇ ਕਵਿਤਾਵਾਂ ਦੁਆਰਾ, ਕਿ ਉਹ ਕਹਿੰਦੇ ਜੰਗਲ ਦੇ ਜਾਨਵਰ ਵੀ ਤੇ ਉੱਥੋਂ ਦੀ ਹਵਾ ਵੀ ਇੱਕ ਦੂਸਰੇ ਨੂੰ ਕਹਿੰਦੇ ਵੀ ਰੌਲਾ ਨਾ ਪਾਓ। ਹਵਾ ਪੰਛੀਆਂ ਨੂੰ ਕਹਿੰਦੀ ਆ, ਪੰਛੀਓ ਅੱਜ ਦਿਨ ਨਾ ਚਹਿਕੋ, ਅੱਜ ਦਾ ਦਿਨ ਚੀਂ ਚੀਂ ਨਾ ਕਰੋ, ਮੇਰਾ ਗੋਬਿੰਦ ਮਸਾਂ ਸੁੱਤਾ ਕਿਤੇ ਉੱਠਾ ਹੋਏ, ਜਾਗ ਨਾ ਪਵੇ। ਤੇ ਪੰਛੀ ਹਵਾ ਨੂੰ ਕਹਿੰਦੇ, ਹਵਾ ਅੱਜ ਤੂੰ ਵੀ ਹੌਲੀ ਹੋ ਜਾ, ਵੇਖੀ ਕਿਤੇ ਤੇਰੇ ਖੜਾਕ ਦੇ ਨਾਲ ਪੱਤਿਆਂ ਦੀ ਖੜਕੜ ਹੁੰਦੀ ਹੈ, ਤੇਰੇ ਹਵਾ ਤੇਜ਼ ਵੇਗ ਦੇ ਨਾਲ ਟਾਹਣੀਆਂ ਟਾਹਣੀਆਂ 'ਚ ਵੱਜਦੀਆਂ ਨੇ, ਖੜਾਕ ਹੁੰਦਾ ਹੈ, ਕਿਤੇ ਸਾਡਾ ਮਾਹੀ ਸੁੱਤਾ ਪਿਆ ਜਾਗ ਨਾ ਪਵੇ, ਕਿਤੇ ਇਹਦੀ ਅੱਖ ਨਾ ਖੁੱਲ੍ਹ ਜਾਵੇ। ਕਹਿੰਦੇ ਇਉਂ ਇੱਕ ਦੂਸਰੇ ਦੇ ਨਾਲ ਗੱਲਾਂ ਕਰ ਰਹੇ ਨੇ। ਉਹ ਸਾਧ ਸੰਗਤ ਜੀ ਕੁਝ ਦਰਦ ਜਿਹੜਾ ਹੈ ਕਵੀ ਨੇ ਆਪਾਂ ਕਵਿਤਾ ਦੁਆਰਾ ਸਾਰੇ ਸਰਵਣ ਕਰਦੇ ਹਾਂ। ਅੱਜ ਗੋਬਿੰਦ ਮੇਰੇ ਨੇ ਮਸਾਂ ਪਾਏ ਫੇਰੇ ਨੇ, ਅੱਜ ਗੋਬਿੰਦ ਮੇਰੇ ਨੇ ਮਸਾਂ ਪਾਏ ਫੇਰੇ ਨੇ। ਬਹੁਤਾ ਨਾ ਸ਼ੋਰ ਕਰੋ, ਬਹੁਤਾ ਨਾ ਸ਼ੋਰ ਕਰੋ, ਕੋਈ ਭੁੱਲ ਨਾ ਫਰਕਾਵੇ, ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ, ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ
ਉੱਠ ਜਾਵੇ। ਅੱਜ ਗੋਬਿੰਦ ਮੇਰੇ ਨੇ ਮਸਾਂ ਪਾਏ ਫੇਰੇ ਨੇ। ਬਹੁਤਾ ਨਾ ਸ਼ੋਰ ਕਰੋ, ਬਹੁਤਾ ਨਾ ਸ਼ੋਰ ਕਰੋ, ਕੋਈ ਬੁੱਲ ਨਾ ਫਰਕਾਵੇ। ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ। ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ। ਕੀ ਮੌਜ ਹੈ ਸਤਿਗੁਰ ਦੀ, ਖੂਹ ਦੀ ਟਿੰਡ ਸਰਾਣਾ ਹੈ। ਕੀ ਮੌਜ ਹੈ ਸਤਿਗੁਰ ਦੀ, ਖੂਹ ਦੀ ਟਿੰਡ ਸਰਾਣਾ ਹੈ। ਕੰਢਿਆਂ ਤੇ ਆ ਸੁੱਤਾ, ਢਿੱਡੋਂ ਭੁੱਖਣ ਪਾਣਾ ਹੈ। ਕੰਢਿਆਂ ਤੇ ਆ ਸੁੱਤਾ, ਢਿੱਡੋਂ ਭੁੱਖਣ ਪਾਣਾ ਏ। ਚਰਨਾਂ ਵਿੱਚ ਫੁੱਲ ਧਰੋ, ਚਰਨਾਂ ਵਿੱਚ ਫੁੱਲ ਧਰੋ, ਅਤਰਾਂ ਦੀ ਮਹਿਕ ਆਵੇ। ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ। ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ। ਅੱਜ ਧਰਮ ਤੋਂ ਹੱਸ ਹੱਸ ਕੇ ਪਰਿਵਾਰ ਵਾਰ ਆਇਆ। ਅੱਜ ਧਰਮ ਤੋਂ ਹੱਸ ਹੱਸ ਕੇ ਪਰਿਵਾਰ ਵਾਰ ਆਇਆ। ਇਹ ਸਿੱਖ ਕੌਮ ਦਾ ਤਾਂ ਸਾਰਾ ਕਰਜ਼ ਉਤਾਰ ਆਇਆ। ਇਹ ਸਿੱਖ ਕੌਮ ਦਾ ਤਾਂ ਸਾਰਾ ਕਰਜ਼ ਉਤਾਰ ਆਇਆ। ਇਹਦਾ ਮਨ ਵਿੱਚ ਨਾ ਸਿਮਰੋ, ਇਹਦਾ ਨਾਮ ਵਿੱਚ ਮਨ ਸਿਮਰੋ, ਭੁੱਲੇ ਦਰਸ਼ਨ ਦਿਖਲਾਵੇ। ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ। ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ। ਮਾਛੀਵਾੜੇ ਦੀ ਧਰਤੀ ਨੂੰ ਆ ਭਾਗ ਲਗਾਏ ਨੇ। ਮਾਛੀਵਾੜੇ ਦੀ ਧਰਤੀ ਨੂੰ ਆ ਭਾਗ ਲਗਾਏ ਨੇ। ਮੇਰੇ ਪਿਆਰੇ ਸਤਿਗੁਰ ਜੀ ਅੱਜ ਚੱਲ ਕੇ ਆਏ ਨੇ। ਮੇਰੇ ਪਿਆਰੇ ਸਤਿਗੁਰ ਜੀ ਅੱਜ ਚੱਲ ਕੇ ਆਏ ਨੇ। ਝੋਲੀ ਰੱਜ ਰੱਜ ਕੇ ਭਰ ਲੋ, ਝੋਲੀ ਰੱਜ ਰੱਜ ਕੇ ਭਰ ਲੋ, ਅੱਜ ਦਾਤਾ ਖੈਰ ਪਾਵੇ। ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ। ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ। ਅੱਜ ਗੋਬਿੰਦ ਮੇਰੇ ਨੇ ਮਸਾਂ ਪਾਏ ਫੇਰੇ ਨੇ। ਅੱਜ ਗੋਬਿੰਦ ਮੇਰੇ ਨੇ ਮਸਾਂ
ਮਸਾਂ ਪਾਏ ਫੇਰੇ ਨੇ। ਬਹੁਤਾ ਨਾ ਸ਼ੋਰ ਕਰੋ, ਬਹੁਤਾ ਨਾ ਸ਼ੋਰ ਕਰੋ, ਕੋਈ ਬੁੱਲ ਨਾ ਫਰਕਾਏ। ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ। ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ। ਜੰਗਲ ਦੇ ਜਾਨਵਰੋ ਸੁੱਤਾ ਮਾਹੀ ਨਾ ਉੱਠ ਜਾਵੇ। ਸੁੱਤਾ ਮਾਹੀ ਨਾ ਉੱਠ ਜਾਵੇ। ਸੁੱਤਾ ਮਾਹੀ ਨਾ ਉੱਠ ਜਾਵੇ। ਕਹਿੰਦੇ ਇਉਂ ਬਨਸਪਤੀ ਦੇ ਵਿੱਚ ਪੰਛੀ, ਹਵਾ, ਜਾਨਵਰ ਆਵਾਜ਼ਾਂ ਦੇ ਰਹੇ ਇੱਕ ਦੂਸਰੇ ਨੂੰ ਵੀ ਰੌਲਾ ਨਾ ਪਾਵੋ। ਅੱਜ ਮਸਾਂ ਸਿੱਖ ਪੰਥ ਦਾ ਕਰਜ਼ ਉਤਾਰ ਕੇ ਜਿਵੇਂ ਕੋਈ ਸੌਂਦਾ ਨਾ, ਇਉਂ ਸਤਿਗੁਰੂ ਜੀ ਸੁੱਤੇ ਪਏ ਨੇ। ਕਹਿੰਦੇ ਉਹ ਉਠਾਉਂਦਾ ਨਹੀਂ, ਜਿਹੜਾ ਨੌਕਰ ਹੈ ਉੱਥੋਂ ਚਲਾ ਜਾਂਦਾ ਹੈ। ਉਹਨੇ ਚਿਰ ਨੂੰ ਜਿਹੜੇ ਦੂਸਰੇ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ, ਜਿਹੜੇ ਤਿੰਨੇ ਸਿੰਘ ਗੜ੍ਹੀ ਚੋਂ ਨਿਕਲੇ ਸਨ, ਉਹ ਵੀ ਵੱਖਰੇ ਵੱਖਰੇ ਰਸਤਿਆਂ ਤੋਂ, ਆਪਾਂ ਕੱਲ੍ਹ ਸਰਵਣ ਕੀਤਾ ਵੀ ਤਾਰਿਆਂ ਦੇ ਹਿਸਾਬ ਨਾਲ ਤਿੰਨੋਂ ਉਹ ਵੀ ਬਾਗ ਦੇ ਵਿੱਚ ਇੱਕ ਥਾਂ ਇਕੱਠੇ ਹੋ ਜਾਂਦੇ ਆ। ਇੱਕ ਦੂਸਰੇ ਨਾਲ ਗਲ ਲੱਗ ਕੇ ਮਿਲਦੇ ਆ, ਪਿਆਰ ਨਾਲ ਇੱਕ ਦੂਜੇ ਨੂੰ ਪੁੱਛਦੇ ਆ ਵੀ ਤੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਏ? ਉਹ ਕਹਿੰਦਾ ਵੀ ਨਹੀਂ, ਦੂਜਾ ਕਹਿੰਦਾ ਨਹੀਂ। ਭਾਈ ਦਇਆ ਸਿੰਘ ਕਹਿੰਦਾ ਨਾ, ਮਨ ਵਿੱਚ ਕਿੱਥੇ ਖਿੱਚ ਜੀ ਪੈ ਰਹੀ ਹੈ, ਇੱਥੋਂ ਤੁਰਨ ਨੂੰ ਜੀ ਨਹੀਂ ਕਰਦਾ, ਇੰਝ ਲੱਗਦਾ ਵੀ ਮਹਾਰਾਜ ਕਿਤੇ ਨੇੜੇ ਤੇੜੇ ਹੀ ਹੈ। ਕਿਉਂਕਿ ਹੁਣ ਮਹਾਰਾਜ ਜੀ ਪਏ ਨੇ, ਪਏ ਹੋਣ ਕਰਕੇ ਜੇ ਬੰਦਾ ਖੜਾ ਹੋਵੇ ਤੇ ਦੂਰੋਂ ਦਿਸ ਜਾਂਦਾ ਵੀ ਕੋਈ ਖੜਾ, ਜਦੋਂ ਪਿਆ ਹੋਵੇ ਉਹ ਛੇਤੀ ਨਿਗਾਹ ਨਹੀਂ ਪੈਂਦਾ। ਹੁਣ ਖੜੇ ਭਾਵੇਂ ਨੇੜੇ ਨੇੜੇ ਹੀ ਨੇ, ਮਹਾਰਾਜ ਪਏ ਕਰਕੇ ਦਿਸ ਨਹੀਂ ਰਹੇ। ਤੇ ਕਹਿੰਦੇ ਭਾਈ ਦਇਆ ਸਿੰਘ ਕਹਿ ਰਿਹਾ ਵੈ ਧਰਮ ਸਿੰਘ ਨੂੰ, ਦੂਸਰੇ ਸਿੰਘ ਨੂੰ, ਵੀ ਇੰਜ ਲੱਗਦਾ ਵੀ ਮਹਾਰਾਜ ਕਿਤੇ ਨੇੜੇ ਤੇੜੇ, ਪੈਰ ਇੱਥੋਂ ਤੁਰਨ ਨੂੰ ਨਹੀਂ ਫਿਰਦੇ ਅੱਗੇ, ਭਾਵ ਪੈਰ ਪੱਟਣ ਨੂੰ ਦਿਲ ਨਹੀਂ ਕਰਦਾ, ਇੰਜ ਲੱਗਦਾ ਮਹਾਰਾਜ ਕਿਤੇ ਨੇੜੇ ਤੇੜੇ ਹੀ ਹੈ। ਉਦੋਂ ਉਹ ਨੌਕਰ ਉਹਨਾਂ ਦੇ ਕੋਲ ਆ ਗਿਆ, ਉਹਨਾਂ ਦੀਆਂ ਗੱਲਾਂ ਸੁਣਦਾ। ਉਹ ਆ ਕੇ ਨੌਕਰ ਕਹਿੰਦਾ ਹੈ ਵੀ ਜਿਵੇਂ ਤੇ ਤੁਸੀਂ ਹੋ ਨਾ, ਤੁਹਾਡੇ ਵੱਡੇ ਵੱਡੇ ਝੱਗੇ ਪਾਏ ਹੋਏ ਐ, ਉਹਨੂੰ ਤੈਨੂੰ ਪਤਾ ਨਹੀਂ ਵੀ ਚੋਲੇ ਵਸਤਰ ਕੀ ਹੈ, ਨਾ ਉਹ ਜਾਣਦਾ। ਕਹਿੰਦਾ ਇਹੋ ਜਿਹਾ ਇੱਕ ਬੰਦਾ ਹੋਰ ਵੀ ਇੱਥੇ ਸੁੱਤਾ ਪਿਆ, ਉਹਦੇ ਸਾਰਾ ਸਰੀਰ ਦੇ ਵਿੱਚੋਂ ਲਹੂ ਨਿਕਲ ਰਿਹਾ, ਉਹਦੇ ਵਸਤਰ ਪਾਟੇ ਹੋਏ ਨੇ, ਹੱਥ ਵਿੱਚ ਨੰਗੀ ਤਲਵਾਰ ਫੜੀ ਹੋਈ ਹੈ, ਚਿਹਰੇ ਦੇ ਉੱਪਰ ਇੰਨਾ ਨੂਰ ਆ, ਜੀ ਕਰਦਾ ਵੇਖੀ ਜਾਈਏ। ਭਾਈ ਦਇਆ ਸਿੰਘ ਨੇ ਹੱਥ ਜੋੜ ਲਏ ਵੀ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਹੀ ਹੋਵੇਗਾ। ਇਹੋ ਜਿਹਾ ਨੂਰ ਤੇ ਕਿਸੇ ਦੇ ਚਿਹਰੇ ਉੱਪਰ ਹੈ ਨਹੀਂ, ਜਿਹਦੇ ਸਰੀਰ ਦੇ ਉੱਪਰ ਲਹੂ ਨਿਕਲਦਾ ਹੋਵੇ ਤੇ ਚਿਹਰੇ ਦੇ ਉੱਪਰ ਨੂਰ ਹੋਵੇ। ਸਾਡੇ ਤੇ ਸੱਟ ਵੱਜੀ ਹੋਵੇ, ਸਾਧ ਸੰਗਤ ਜੀ ਚਿਹਰਾ ਇਉਂ ਲਮਕਿਆ ਹੁੰਦਾ ਮਾੜੇ ਜਿਹੇ ਦੁੱਖ ਨਾਲ। ਉਹ ਕਹਿਣ ਲੱਗੀ ਵੀ ਦੱਸ ਕਿੱਥੇ ਆ? ਉਹ ਨਾਲ ਲਿਆਇਆ, ਜਦੋਂ ਉਹਨੇ ਵੇਖਿਆ ਤੇ ਸੱਚਮੁੱਚ ਸਾਹਮਣੇ ਮਹਾਰਾਜ ਪਏ ਹੋਏ ਨੇ। ਭਾਈ ਮਾਨ ਸਿੰਘ ਜੀ ਮੁਰੇ ਜਾ, ਪਹਿਲਾਂ ਤਾਂ ਜਾ ਕੇ ਉਹ ਚਾਹੁੰਦਾ ਵੀ ਉਹ ਉਠਾਈਏ ਮਹਾਰਾਜ ਨੂੰ, ਜਗਾਈਏ। ਤੇ ਸਾਧ ਸੰਗਤ ਜੀ ਫਿਰ ਨਾਲ ਦੇ ਸਿੰਘ ਕਹਿੰਦੇ ਆ ਮਹਾਰਾਜ ਪਤਾ ਨਹੀਂ ਬੜੇ ਆਨੰਦ ਵਿੱਚ ਪਏ ਆ, ਵੀ ਨਾ ਬੁਲਾਈਏ, ਆਪਾਂ ਕੋਲ ਬੈਠ ਜਾਈਏ। ਕੋਲ ਬੈਠ ਜਾਂਦੇ ਆ ਤੇ ਭਾਈ ਮਾਨ ਸਿੰਘ ਜੀ ਜਿਹੜਾ ਹੈ ਸਾਧ ਸਿੰਘ ਚਰਨਾਂ ਵਾਲੇ ਪਾਸੇ ਬੈਠਾ ਹੈ। ਜਦੋਂ ਚਰਨਾਂ ਨੂੰ ਤੱਕੀ ਜਾ ਰਿਹਾ ਹੈ ਤੇ ਅੱਖਾਂ ਦੇ ਵਿੱਚੋਂ ਨੀਰ ਵਗਦਾ ਵੀ ਇਹ ਉਹੀ ਚਰਨ ਹੈ ਜਿਹੜੇ ਮਖਮਲੀ ਗੱਦਿਆਂ ਦੇ ਉੱਪਰ ਬੈਠਦੇ ਸੀ। ਇਹ ਉਹੀ ਮੇਰੇ ਸਤਿਗੁਰੂ ਜੀ ਅੱਜ ਰੋੜਾਂ ਤੇ ਪਏ ਨੇ, ਜਿਹੜੇ ਸਵਾ ਲੱਖ ਦੀਆਂ ਉਦੋਂ ਸਾਧ ਸੰਗਤ ਜੀ ਉਹਨਾਂ ਦੀਆਂ ਰਹਿਣ ਬਹਿਣ ਦੀਆਂ ਵਸਤਾਂ, ਜਿਨ੍ਹਾਂ ਦੇ ਸਿਰ ਦੇ ਉੱਪਰ ਪ੍ਰਸਾਦੀ ਹਾਥੀ, ਸਪੈਸ਼ਲ ਇੱਕ ਨਸਲ ਦਾ ਹਾਥੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚੌਰ ਕਰਦਾ ਹੁੰਦਾ ਸੀ। ਜਦੋਂ ਤੀਰ ਕਮਾਨ ਕਰਦੇ, ਤੀਰ ਚੁੱਕ ਕੇ ਲਿਆਉਂਦਾ, ਆਪਣੀ ਸੁੰਡ ਪਾਣੀ ਨਾਲ ਭਰ ਕੇ ਗੁਰੂ ਗੋਬਿੰਦ ਸਿੰਘ ਦੇ ਚਰਨ ਧਵਾਉਂਦਾ ਹੁੰਦਾ ਹੈ, ਤੌਲੀਆ ਲਿਜਾ ਕੇ ਉਹਨਾਂ ਦੇ ਪੈਰ ਸਾਫ਼ ਕਰਦਾ। ਐਡਾ ਸਿਆਣਾ ਹਾਥੀ ਸੀ ਜਿਹਨੂੰ ਪ੍ਰਸਾਦੀ ਹਾਥੀ ਕਹਿੰਦੇ ਸੀ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚੌਰ ਕਰਦਾ ਹੁੰਦਾ ਸੀ। ਉਸ ਟਾਈਮ ਤੇ 1.25 ਲੱਖ ਦੀ ਕਲੰਗੀ, 1.25 ਲੱਖ ਦੀ ਚੌਂਕੀ, 1.25 ਲੱਖ ਦਾ ਚੰਦੋਆ ਉੱਪਰ ਜਿਹੜਾ ਲੱਗਦਾ ਸੀ, 1.25 ਲੱਖ ਬਣਦਾ ਹੈ, 1,25,000 ਨੂੰ 1.25 ਲੱਖ ਕਹਿੰਦੇ ਆ। ਅੱਜ ਦੀ ਤਾਂ ਸਾਧ ਸੰਗਤ ਕਈ ਮਿਲੀਅਨ ਬਣ ਜਾਣੇ। ਅੱਜ ਤੋਂ ਇਹ 300 350 ਸਾਲ ਪਹਿਲਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਉਸ ਟਾਈਮ ਉਹਨਾਂ ਦੀ ਕੀਮਤ ਇੰਨੀ ਜ਼ਿਆਦਾ ਸੀ। ਇਸ ਕਰਕੇ ਉਹ ਸਿੰਘ ਵੇਖਦੇ ਆ ਵੀ ਇਹ ਉਹੀ ਸਤਿਗੁਰੂ ਜਿਹੜੇ 1.25 ਲੱਖ ਦੀ ਕਲਗੀ ਪਹਿਨ ਦੇ, 1.25 ਲੱਖ ਦੇ ਜੋੜੇ, 1.25 ਲੱਖ ਦੀ ਚੌਂਕੀ, ਇੰਨੇ ਸੋਹਣੇ ਵਸਤਰ, ਅਤੇ ਅੱਜ ਕੀ ਹਾਲਤ ਹੈ, ਰੋੜਾਂ ਦੇ ਉੱਪਰ ਸੁੱਤੇ ਪਏ ਹੋਏ ਨੇ।
ਕਹਿੰਦੇ ਭਾਈ ਮਾਨ ਸਿੰਘ ਤੋਂ ਰਿਹਾ ਨਾ ਗਿਆ, ਸਤਿਗੁਰੂ ਦੇ ਚਰਨ ਫੜ ਲਏ। ਮਹਾਰਾਜ ਇੱਕਦਮ ਉੱਠੇ ਤਲਵਾਰ ਲੈ ਕੇ, ਕਿਉਂਕਿ ਉਹ ਪੂਰੇ ਜੋਸ਼ ਵਿੱਚ ਬੈਠੇ। ਜਦੋਂ ਵੇਖਿਆ ਵੀ ਸਾਹਮਣੇ ਮੇਰੇ ਸਿੰਘ ਨੇ, ਕਹਿੰਦੇ ਗੁਰੂ ਸਾਹਿਬ ਗਲਵੱਕੜੀ ਪਾਪਾ ਮਿਲਦੇ ਉਹਨਾਂ ਨੂੰ। ਸਾਧ ਸੰਗਤ ਤਿੰਨਾਂ ਸਿੰਘਾਂ ਨੂੰ ਮਹਾਰਾਜ ਘੁੱਟ ਕੇ ਗਲੇ ਨਾਲ ਲਾਉਂਦੇ ਆ ਕਿ ਆਪਾਂ ਦੁਬਾਰੇ ਫੇਰ ਮਿਲ ਗਏ। ਹੁਣ ਸਾਧ ਸੰਗਤ ਜੀ ਜਦੋਂ ਮਹਾਰਾਜ ਦਾ ਉਹ ਹਾਲਾਤ ਵੇਖਦੇ ਆ, ਸਿੰਘ ਰੋਈ ਜਾਂਦੇ ਆ। ਮਹਾਰਾਜ ਪੁੱਛਦੇ ਸਿੰਘੋ ਰੋਂਦੇ ਕਿਉਂ? ਕਹਿੰਦੇ ਮਹਾਰਾਜ ਤੁਹਾਡਾ ਸਰੀਰ ਵੇਖ ਕੇ, ਤੁਹਾਡੇ ਹਾਲਾਤ ਵੇਖ ਕੇ ਸਾਤੋਂ ਝੱਲਿਆ ਨਹੀਂ ਜਾਂਦਾ। ਵੀ ਆਨੰਦਪੁਰ ਸਾਹਿਬ ਜਦੋਂ ਅਸੀਂ ਵੇਖਦੇ ਹਾਂ, ਜਿੱਥੇ ਇੰਨੇ ਸੁੱਖ, ਤੁਹਾਡੇ ਕੋਲੇ ਇੰਨਾ ਚੰਗਾ ਸੋਹਣਾ ਘੋੜਾ, ਬਾਜ, ਕਲਗੀ, ਤਾਜ, ਇੰਨੇ ਸੋਹਣੇ ਜੋੜੇ ਵਸਤਰ, ਤੇ ਅੱਜ ਕੀ ਹਾਲਾਤ? ਅੱਜ ਮਿੱਟੀ ਦੇ ਉੱਪਰ, ਧਰਤੀ ਉੱਪਰ ਪਏ ਹੋ। ਕਹਿੰਦੇ ਮਹਾਰਾਜ ਕਹਿੰਦੇ ਵੀ ਇਹ ਸਾਰੇ ਪਰਮਾਤਮਾ ਦੇ ਰੰਗ ਨੇ। ਉਹ ਸਤਿਗੁਰੂ ਨੇ ਆਪਣੇ ਹਾਲਾਤ ਜਫਰਨਾਮੇ ਦੇ ਵਿੱਚ ਜਦੋਂ ਨਾ ਚਿੱਠੀ ਲਿਖੀ ਸੀ ਔਰੰਗਜ਼ੇਬ ਨੂੰ, ਜਿਸ ਚਿੱਠੀ ਨੂੰ ਪੜ੍ਹ ਕੇ ਉਹ ਮਰਿਆ, ਇਹੋ ਜਿਹੀ ਚਿੱਠੀ ਗੁਰੂ ਗੋਬਿੰਦ ਸਿੰਘ ਨੇ ਲਿਖੀ ਸੀ। ਜਿਹੜਾ ਬੰਦਾ ਤੀਰਾਂ ਨਾਲ ਨਹੀਂ ਮਰਿਆ, ਤਲਵਾਰਾਂ ਨਾਲ ਨਹੀਂ ਮਰਿਆ, ਗੁਰੂ ਗੋਬਿੰਦ ਸਿੰਘ ਦੀ ਚਿੱਠੀ ਪੜ੍ਹ ਕੇ ਮਰ ਗਿਆ ਸੀ। ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪ ਲਿਖਿਆ, ਨਾ ਸਾਜੋ ਨਾ ਵਾਜੋ ਨਾ ਫੌਜੋ ਨਾ ਫਰਸ। ਓਏ ਔਰੰਗਜ਼ੇਬ ਕੀ ਹੋ ਗਿਆ? ਨਾ ਸਾਜੋ, ਸਾਜੋ ਕਹਿੰਦੇ ਆ ਸਾਜੋ ਸਮਾਨ। ਆਪਾਂ ਭਾਵੇਂ ਇਕੱਲਾ ਬੰਦਾ ਘਰ 'ਚ ਰਹਿੰਦਾ ਹੋਵੇ, ਆਪਣੇ ਕੋਲੇ ਕਿੰਨਾ ਸਮਾਨ ਹੁੰਦਾ ਹੈ ਰਹਿਣ ਵਾਸਤੇ, ਕੱਪੜੇ ਪਾਉਣ ਵਾਸਤੇ, ਖਾਣ ਪੀਣ ਦਾ ਕਿੰਨਾ ਸਮਾਨ ਆਪਾਂ ਨੂੰ ਚਾਹੀਦਾ ਇੱਕ ਬੰਦੇ ਨੂੰ। ਤੇ ਮਹਾਰਾਜ ਕਹਿੰਦੇ ਔਰੰਗਜ਼ੇਬ ਨਾ ਸਾਜੋ, ਮੇਰੇ ਕੋਲੇ ਸਾਜੋ ਸਮਾਨ ਵੀ ਕੋਈ ਨਹੀਂ ਸੀ। ਨਾ ਬਾਜੋ, ਜਿਹੜਾ ਬਾਜ ਮੇਰੇ ਕੋਲੇ ਹੁੰਦਾ ਸੀ, ਨਾ ਮੇਰੇ ਕੋਲੇ ਬਾਜ ਆ। ਨਾ ਫੌਜੋ, ਨਾ ਮੇਰੇ ਕੋਲੇ ਕੋਈ ਫੌਜ, ਮੈਂ ਇਕੱਲਾ ਹੀ ਪਿਆ ਸੀ ਮਾਛੀਵਾੜੇ ਜੰਗਲ ਵਿੱਚ। ਨਾ ਫਰਸ਼, ਫਰਸ਼ ਕਹਿੰਦੇ ਜਿਵੇਂ ਆ ਗਲੀਚੇ ਵਿਛੇ ਹੋਏ ਆ ਬਹੁਤ ਸੋਹਣੇ, ਆਪਾਂ ਬੈਠੇ ਨਾ ਇਹਦੇ ਉੱਪਰ। ਮਹਾਰਾਜ ਕਹਿੰਦੇ ਮੇਰੇ ਕੋਲੇ ਬਹਿਣ ਵਾਸਤੇ ਥੱਲੇ ਕੱਪੜਾ ਵੀ ਕੋਈ ਨਹੀਂ ਸੀ। ਮੇਰੇ ਕੋਲੇ ਇਹੋ ਜਿਹੇ ਹਾਲਾਤ ਹੋਏ ਨੇ। ਹੋਏ ਕਿਵੇਂ? ਕਹਿੰਦੇ ਵੀ ਤੇਰੇ ਕਰਕੇ, ਕਿਉਂਕਿ ਤੂੰ ਸਹੁੰ ਖਾਧੀ, ਮੈਂ ਤੇਰੀ ਸਹੁੰ ਤੇ ਯਕੀਨ ਕੀਤਾ। ਕਹਿੰਦੇ ਜੇ ਮੈਂ ਤੇਰੀ ਸਹੁੰ ਤੇ ਯਕੀਨ ਨਾ ਕਰਦਾ ਨਾ, ਤੇ ਲੋਕਾਂ ਦਾ ਕੁਰਾਨ ਤੋਂ ਵਿਸ਼ਵਾਸ ਹੀ ਉੱਠ ਜਾਣਾ ਸੀ। ਵੀ ਗੁਰੂ ਗੋਬਿੰਦ ਸਿੰਘ ਨੇ ਕਿਹੜਾ ਵਿਸ਼ਵਾਸ ਕੀਤਾ ਕੁਰਾਨ ਤੇ? ਕਹਿੰਦੇ ਮੈਂ ਤੇਰੇ ਧਰਮ ਦੀ ਖਾਤਰ, ਤੇਰੀ ਕੁਰਾਨ ਦੀ ਖਾਤਰ ਵਿਸ਼ਵਾਸ ਕੀਤਾ। ਮੈਂ ਤੇਰੇ ਵਰਗੇ, ਉਹਨੂੰ ਲੂੰਬੜੀ ਵੀ ਕਿਹਾ ਉਹਦੇ ਵਿੱਚ, ਵੀ ਮੈਂ ਤੇਰੇ ਵਰਗੇ ਜਿਹੜਾ ਲੂੰਬੜੀ ਵਰਗਾ ਮਨੁੱਖ ਆ, ਮੈਂ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ, ਮੈਂ ਤੇਰੇ ਧਰਮ ਦੇ ਗ੍ਰੰਥਾਂ ਤੇ ਵਿਸ਼ਵਾਸ ਕੀਤਾ। ਪਰ ਤੂੰ ਫਿਰ ਵੀ ਕਿਹੋ ਜਿਹਾ ਨਿਕਲਿਆ। ਇਹ ਚਿੱਠੀ ਮਹਾਰਾਜ ਨੇ ਨੂੰ ਲਿਖ ਕੇ ਪਾਈ ਸੀ, ਤੇ ਜਿਹਨੂੰ ਪੜ੍ਹ ਕੇ ਉਹ ਦੁਆਰਾ ਮੰਜੇ ਤੋਂ ਨਹੀਂ ਉੱਠਿਆ। ਇਸੇ ਤਰ੍ਹਾਂ ਸੰਗ ਇਹੋ ਜਿਹੇ ਹਾਲਾਤ ਹੋਏ ਨੇ। ਹੁਣ ਸਤਿਗੁਰੂ ਜੀ ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਨੂੰ ਕਹਿੰਦੇ ਆ ਵੀ ਸਿੱਖੋ, ਮੈਨੂੰ ਪਿਆਸ ਲੱਗੀ ਹੈ, ਵੀ ਚਲੋ ਕਿਤੇ ਜਲ ਸਕੀਏ, ਥੋੜਾ ਮੂੰਹ ਹੱਥ ਧੋਈਏ। ਮੇਰੇ ਖਿਆਲ ਕਿਸੇ ਨੇ ਜੇ ਦਰਸ਼ਨ ਕੀਤੇ ਹੋਣ, ਤੇ ਹੁਣ ਅਸੀਂ ਵੀ 2-4 ਸਾਲ ਪਹਿਲਾਂ ਗਏ ਸੀ, ਰਵਿੰਦਰ ਸਿੰਘ ਸਾਰੇ ਇਹਨਾਂ ਨੂੰ ਉਹ ਜਗ੍ਹਾ ਦੀ ਦਰਸ਼ਨ ਕਰਵਾਏ ਆ। ਪਹਿਲਾ ਗੁਰਦੁਆਰਾ ਹੈ ਚਰਨ ਕਮਲ, ਜਿੱਥੇ ਮਹਾਰਾਜ ਜਾ ਕੇ ਸੁੱਤੇ ਸੀ। ਟਿੰਡ ਦਾ ਸਰਾਂ ਲਾ ਕੇ ਉੱਥੇ ਬਹੁਤ ਵੱਡਾ ਜੰਡ ਦਾ ਦਰਖਤ ਅੱਜ ਵੀ ਹੈ ਉੱਥੇ। ਉਹ ਬਹੁਤ ਵੱਡਾ ਦਰਖਤ ਆ। ਉਹ ਦਰਖਤ ਤੋਂ ਥੋੜਾ ਹੀ ਦੂਰ, ਜਿਵੇਂ ਤੋਂ ਆਪਾਂ ਨਿਸ਼ਾਨ ਸਾਹਿਬ ਤੋਂ ਥੋੜਾ ਜਿਹਾ ਦੂਰ ਜਾਣਾ ਹੋਵੇ, ਇੰਨੀ ਕੁ ਦੂਰ ਤੇ ਖੂਹ ਸੀਗਾ, ਗੁਲਾਬੇ ਤੇ ਪੰਜਾਬੇ ਦਾ। ਉਹ ਖੂਹ ਅੱਜ ਵੀ ਚੱਲਦਾ ਹੈ ਉਵੇਂ, ਜਿਵੇਂ ਉਹਦੇ ਵਿੱਚੋਂ ਪਾਣੀ ਵੀ ਹੈ, ਟਿੰਡਾਂ ਵੀ, ਸਭ ਕੁਛ ਹੈ ਉੱਥੇ। ਉੱਥੋਂ ਉੱਥੇ ਤੱਕ ਜਾਣਾ ਵੀ, ਤੇ ਸਤਿਗੁਰੂ ਜੀ ਤੋਂ ਸਾਧ ਸੰਗਤ ਤੁਰਿਆ ਨਹੀਂ ਗਿਆ। ਪੈਰ ਐਡੇ ਸੁੱਜ ਕੇ ਵੱਡੇ ਵੱਡੇ ਹੋ ਗਏ ਨੇ, ਵਿੱਚੋਂ ਲਹੂ ਨਿਕਲਿਆ, ਕੰਡੇ ਵੱਜੇ ਹੋਏ ਆ। ਕਹਿੰਦੇ ਭਾਈ ਮਾਨ ਸਿੰਘ ਜੀ ਨੇ ਆਪਣੇ ਮੋਢਿਆਂ ਤੇ ਗੁਰੂ ਸਾਹਿਬ ਨੂੰ ਚੁੱਕਿਆ, ਚੁੱਕ ਕੇ ਖੂਹ ਤੇ ਲੈ ਕੇ ਗਏ। ਖੂਹ ਦੇ ਵਿੱਚੋਂ ਪਾਣੀ ਕੱਢਿਆ, ਸਤਿਗੁਰੂ ਜੀ ਨੇ ਜਲ ਛਕਿਆ, ਔਰ ਆਪਣੇ ਮੂੰਹ ਹੱਥ ਪਾਣੀ ਨਾਲ ਸਾਫ਼ ਕੀਤੇ, ਅੰਗ ਪੈਰ ਸਾਫ਼ ਕੀਤੇ। ਸਾਧ ਸੰਗਤ ਜੀ 3 ਦਿਨ ਹੋ ਗਏ ਸੀ ਉਵੇਂ ਜਿਵੇਂ ਨੰਗੇ ਪੈਰ, ਲਹੂ ਲੱਗਿਆ ਨਾਲ, ਹੋਰ ਹੱਥਾਂ ਨੂੰ ਪੈਰਾਂ ਨੂੰ ਸਤਿਗੁਰੂ ਜੀ ਨੇ ਸਾਫ਼ ਕੀਤਾ। ਸਾਰੇ ਸਿੰਘਾਂ ਨੇ ਜਲ ਛਕਿਆ, ਤੇ ਮਹਾਰਾਜ ਉੱਥੇ ਖੂਹ ਦੇ ਉੱਪਰ ਉੱਥੇ ਬੈਠ ਗਿਆ। ਹੁਣ ਉਹ ਜਿਹੜਾ ਨੌਕਰ ਸੀ ਉਹ ਵੀ ਉੱਥੇ ਕੋਲੇ ਬੈਠਾ, ਗੱਲਾਂ ਸੁਣੀ ਜਾ ਰਿਹਾ ਉਹਨਾਂ ਦੀਆਂ। ਤੇ ਉਹ ਜਦੋਂ ਗੱਲਾਂ ਆਪਸ ਵਿੱਚ ਮਹਾਰਾਜ ਕਰੀ ਜਾਂਦੇ ਨੇ ਸਾਰੀਆਂ, ਤੇ ਉਹ ਵੀ ਪੁੱਛਦਾ ਹੈ ਵੀ ਤੁਸੀਂ ਹੈ ਕੌਣ ਹੋ, ਆਏ ਕਿੱਥੋਂ? ਕਹਿੰਦੇ ਸਿੰਘਾਂ ਨੇ ਦੱਸਿਆ ਵੀ ਅਸੀਂ ਚਮਕੌਰ ਸਾਹਿਬ ਤੋਂ ਆਏ ਹਾਂ। ਤੇ ਮਹਾਰਾਜ ਨੇ ਪੁੱਛਿਆ ਵੀ ਇਹ ਜਿੱਥੇ ਹੁਣ ਅਸੀਂ ਬੈਠੇ ਹਾਂ, ਇਹ ਜਗ੍ਹਾ ਕਿਹੜੀ ਜਗ੍ਹਾ, ਇਹ ਕਿਹੜਾ ਪਿੰਡ ਆ, ਕਿਹੜਾ ਸ਼ਹਿਰ ਆ? ਕਹਿੰਦੇ ਉਹਨੇ ਦੱਸਿਆ ਵੀ ਜੀ ਇਹ ਮਾਛੀਵਾੜਾ। ਕਹਿੰਦੇ ਮਹਾਰਾਜ ਖੁਸ਼ ਹੋਏ, ਕਹਿਣ ਲੱਗੇ ਬੱਲੇ ਵੀ ਮਾਛੀਵਾੜਾ ਆ ਗਏ, ਇੱਥੇ ਤੇ ਸਾਡੇ ਮਿੱਤਰ ਰਹਿੰਦੇ ਆ। ਉਹ ਪੁੱਛਦਾ ਵੀ ਮਿੱਤਰ ਕੌਣ ਆ? ਕਹਿਣ ਲੱਗੇ ਵੀ ਗੁਰੂ ਘਰ ਦੇ ਮਸੰਦ ਸੀ 2, ਗੁਲਾਬਾ ਸੀ ਤੇ ਉਹਦਾ ਭਰਾ ਸੀ ਪੰਜਾਬਾ। ਕਹਿੰਦੇ ਵੀ ਗੁਲਾਬਾ ਤੇ ਪੰਜਾਬਾ
पर हुण साल तो उपर हो गया, मिले नहीं, क्योंकि 8 महीने तो आनंदपुर साहब नूं घिरा पिया रहा, कोई मिल ही नहीं सकिया महाराज नूं, ना कोई बाहर आया तो ना कोई अंदर गया। भी घट्टो घट्ट साल तो उपर हो गया, सानू मिले नहीं। साडे बड़े प्यारे मित्र ने इत्थे मसीहवाड़े विच रहिंदे है। वो नौकर कहण लग्या, महाराज ये तो बाग ही उन्हां दा, जिथे तुसीं बैठे हो, ये खूह भी उन्हां दा, मैं तो उन्हां दा नौकर है। ये सारे बाग दे मालक, खूह दे मालक वो गुलाबा ते पंजाबा ने। महाराज कहते चंगा, फिर जा घर उन्होंने जाके सुनेहा दे, ते उन्होंने जाके कहीं भी तुहानूं कोई मिलण वास्ते तुहाडे बाग दे विच, तुहाडे खेत खूह दे उपर आया होया। वो हत्थ जोड़दा कहंदा, जी मैं की कहां जाके भी कौन मिलण वास्ते आया। महाराज हस के कहंदे, जिवें साडे साथियां नूं कहा सी उवें कह दी, भी कोई लम्मे जे झग्गे वाला आया होया, ਉਹਦੇ हत्थ दे विच तलवार फड़ी हुई है, ते जिवें इन्हां नूं कहा सी उवें जिवें जाके कह दी, आपे समझ जाणगे। कहंदे उत्थों गया गुलाबे ते पंजाबी नूं घर जाके कहंदा, सत्कार नाल बुलाउंदा भी तुहाडे खेत विच ना 4 बंदे आए हुए आ। एक उन्हां चों पहिलां आया सी, पर उवें दसदा भी इहो ਜਿਹੇ हालात आ, ਉਹਦੇ वस्त्र सारे फटे हुए ने, हत्थ विच तलवार फड़ी हुई है, चेहरे ते बड़ा नूर आ, ते 3 जाने बाद विच आए आ। वो 4 जाने तेरे खूह ते बैठे आ ते तैनूं सद रहे आ मिलण वास्ते। हुण खबरां साध संगत जी सारे जगह ते पहुँच चुकियां सी, पिंडां पिंडां दे विच। अजकल ते होर साधन मीडिया दे आ, उदों पिंडां विच अनाउंस करदे, घोड़ियां ते जाके बुला दिंदे। ये खबर सारे फैला चुके सी भी गुरु गोबिंद सिंह सरकार दा बागी है, वो चोरी भज्जिया होया, ते जिहड़ा भी उहनूं अपने घर विच पनाह देवेगा, रखेगा जां की सेवा करेगा, उहदा परिवार सारा ही खत्म किया जाएगा। भाव उहनूं जो फड़ावेगा उहनूं इनाम दिता जाएगा, ते जिहड़ा गुरु गोबिंद सिंह की मदद करेगा उहदा परिवार खत्म किया जाएगा। वो गुलाबा ते पंजाबा समझ गए भी ये गुरु गोबिंद सिंह ही होने आ। कहंदे वो घरों फिर दुध गर्म करके लेके आउंदे आ, ਉਹਦੇ ਵਿੱਚ ਸੁਹਾਰੇ ਪਾ ਕੇ। ਹੁਣ ਵੀ ਸਾਧ ਸਿੰਘ ਕੱਲ੍ਹ ਲਾਈਵ ਦੇਖ ਰਹੇ ਸੀ, ਉੱਥੋਂ ਲਾਈਵ ਚੱਲਦਾ, ਹਰ ਸਾਲ ਉੱਥੇ ਸੰਗਤ ਦੁੱਧ ਤੇ ਸੁਹਾਰਿਆਂ ਦਾ ਲੰਗਰ ਲਾਉਂਦੇ ਆ। ਵੀ ਜਿਵੇਂ ਉਹ ਇੱਕ ਪ੍ਰਤੱਖ ਜਾਣ ਕੇ ਆਪਣੇ ਅੰਦਰੋਂ ਭਾਵਨਾ ਹੁੰਦੀ ਹੈ ਵੀ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਮਾਸੀਵਾੜੇ ਆਏ ਸੀ, ਗੁਲਾਬੇ ਪੰਜਾਬੀ ਨੇ ਦੁੱਧ ਗਰਮ ਕਰਕੇ ਵਿੱਚ ਸੁਹਾਰੇ ਗਰਮ ਕਰਕੇ ਪਵਾਇਆ ਸੀ, ਤੇ ਅਸੀਂ ਅੱਜ ਸੰਗਤਾਂ ਨੂੰ ਪਿਆਈਏ, ਉਸ ਭਾਵਨਾ ਨਾਲ ਪਿਆਉਂਦੇ ਆ। ਉਹ ਆਇਆ, ਆ ਕੇ ਉਹਨੇ ਜੋ ਦਰਸ਼ਨ ਕੀਤੇ ਤੇ ਸੱਚਮੁੱਚ ਹੀ ਗੁਰੂ ਕਲਗੀਧਰ ਪਾਤਸ਼ਾਹ ਬੈਠੇ ਨੇ, ਚਰਨਾਂ ਉੱਪਰ ਡਿੱਗਿਆ। ਮਹਾਰਾਜ ਨੇ ਜਲ ਪਾਣੀ ਛਕਿਆ। ਫਿਰ ਉੱਥੇ ਕੁਝ ਘੜੀਆਂ ਸਤਿਗੁਰੂ ਜੀ ਬੈਠਦੇ ਆ, ਤੇ ਉੱਥੇ ਫਿਰ ਸਾਧ ਸੰਗਤ ਜੀ ਤੋਂ ਬੈਠੇ ਨੇ ਸਾਰੇ ਸਿੰਘ ਬੈਠਦੇ ਆ, ਕੁਝ ਘੜੀਆਂ ਨਾ ਆਪਣਾ ਮਨ ਜੋੜਦੇ ਆ ਉਸ ਅੱਲਾ ਖੁਦਾ ਦੇ ਨਾਲ, ਤੇ ਉਦੋਂ ਫਿਰ ਇੱਕ ਸ਼ਬਦ ਪੜ੍ਹਦੇ ਆ। ਆਪਾਂ ਉਹਦੀ ਇੱਕੋ ਹੀ ਪੰਗਤੀ ਪੜ੍ਹਾਂਗੇ, ਸਾਰਾ ਸ਼ਬਦ ਪੜ੍ਹਿਆ ਤੇ ਟਾਈਮ ਕਾਫੀ ਲੱਗਣਾ ਹੈ। ਤੇ ਉਦੋਂ ਸਤਿਗੁਰੂ ਜੀ ਜਿਹੜਾ ਹੈ ਖਿਆਲ ਪਾਤਸ਼ਾਹੀ ਦਸੀ, ਉਹ ਸ਼ਬਦ ਉੱਤੇ ਪੜ੍ਹਦੇ ਹੈ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਕਹਿਣਾ
ਇਹ ਸਾਰਾ ਸ਼ਬਦ 4 ਪੰਕਤੀਆਂ ਦਾ ਸ਼ਬਦ ਹੈ। ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦੇ ਰਹਿਣਾ। ਇਹ ਸਾਰਾ ਸ਼ਬਦ ਸਤਿਗੁਰੂ ਜੀ ਉੱਥੇ ਬੜੇ ਬੈਰਾਗ ਦੇ ਨਾਲ ਉਚਾਰਨ ਕਰਦੇ ਹੈ। ਇੰਜ ਲੱਗਦਾ ਜਿਵੇਂ ਉਸ ਪ੍ਰਮਾਤਮਾ ਦੇ ਨਾਲ ਬੈਠ ਕੇ ਨਾ ਗੱਲਾਂ ਕਰ ਰਹੇ ਹੋਣ। ਉਹਨੇ ਨੂੰ ਗੁਲਾਬਾ ਤੇ ਪੰਜਾਬਾ ਹੱਥ ਜੋੜਦੇ ਆ, ਸਤਿਗੁਰੂ ਜੀ ਕਿਰਪਾ ਕਰੋ, ਆਪ ਜੀ ਸਾਡੇ ਘਰ ਚੱਲੋ, ਘਰ ਵਿੱਚ ਚਰਨ ਪਾਓ। ਇਤਿਹਾਸਕਾਰ ਲਿਖਦੇ ਆ, ਕਹਿੰਦੇ ਸਤਿਗੁਰੂ ਜਦੋਂ ਗਏ ਆ ਨਾ, ਦੇਖੋ ਵੀ ਐਡੇ ਦੁੱਖ ਦੇ ਵਿੱਚ ਵੀ ਗੁਲਾਬੇ ਪੰਜਾਬੇ ਨੇ ਆਪਣਾ ਘਰ ਦੇ ਉੱਪਰ ਇੱਕ ਕਮਰਾ ਬਣਾਉਂਦੇ, ਉਹਨੂੰ ਕਹਿੰਦੇ ਚੁਬਾਰਾ। ਉਹਨਾਂ ਸਮਿਆਂ ਵਿੱਚ ਬੜੀ ਇਹ ਵੱਡੀ ਗੱਲ ਹੁੰਦੀ ਸੀ ਵੀ ਕਿਸੇ ਨੇ ਘਰ ਵਿੱਚ ਚੁਬਾਰਾ ਪਾਇਆ ਹੋਇਆ। ਉਹਨਾਂ ਨੇ ਚੁਬਾਰਾ ਨਵਾਂ ਪਾਇਆ ਸੀ, ਪਰ ਇਹ ਪਤਾ ਲੱਗਿਆ ਸੀ ਮਹਾਰਾਜ ਤੇ ਆਏ ਨਹੀਂ, ਅਜੇ ਕਮਰੇ ਵਿੱਚ ਕੋਈ ਵੜਿਆ ਨਹੀਂ ਸੀ। ਜਿਵੇਂ ਆਪਾਂ ਕੋਈ ਨਵਾਂ ਘਰ ਬਣਾਉਣੇ ਆ, ਲੈਂਦੇ ਆ, ਮਨ ਵਿੱਚ ਹੁੰਦਾ ਵੀ ਪਹਿਲਾਂ ਗੁਰੂ ਸਾਹਿਬ ਜੀ ਚਰਨ ਪਾਉਣ, ਫਿਰ ਉੱਥੇ ਜਾਵਾਂਗੇ। ਉਹ ਕਹਿੰਦੇ ਮਹਾਰਾਜ ਅਸੀਂ ਵੀ ਚੁਬਾਰਾ ਬਣਾਇਆ ਸੀ, ਪਰ ਅਰਦਾਸਾਂ ਬੇਨਤੀਆਂ ਕਰਦੇ ਸੀ ਵੀ ਕਦੇ ਤੁਸੀਂ ਆਵੋ ਤੇ ਸਾਡੇ ਚੁਬਾਰੇ ਵਿੱਚ ਚਰਨ ਪਾਵੋ। ਅਸੀਂ ਉਹਨੂੰ ਲੋਕ ਲਾ ਕੇ ਬੰਦ ਕਰਕੇ ਰੱਖਿਆ ਹੋਇਆ, ਪਰ ਆਪ ਜੀ ਬਹੁਤ ਸਮਾਂ ਹੋ ਗਿਆ, ਘੇਰਾ ਪਿਆ ਹੋਇਆ ਸੀ ਤੇ ਅੱਜ ਆਏ ਹੋ ਤਾਂ ਕਿਰਪਾ ਕਰੋ ਸਾਡੇ ਚੁਬਾਰੇ ਵਿੱਚ ਚਰਨ ਪਾਓ। ਮਹਾਰਾਜ ਮੁਸਕਰਾ ਕੇ ਕਹਿੰਦੇ ਆ ਗੁਲਾਬੇ ਪੰਜਾਬੇ ਨੂੰ, ਗੁਲਾਬਿਆ ਪੰਜਾਬਿਆ ਮੈਂ ਘਰ ਤੇ ਚਲਾ ਜਾਵਾਂਗਾ, ਪਰ ਬਾਅਦ ਵਿੱਚ ਤੁਹਾਨੂੰ ਸਾਂਭਣਾ ਬਹੁਤ ਔਖਾ ਹੋ ਜਾਵੇਗਾ। ਤੁਸੀਂ ਵੇਖਿਆ ਜੋ ਸਰਕਾਰ ਦੇ ਹੁਕਮ ਨੇ ਕਿ ਜਿਹੜਾ ਵੀ ਆਪਣੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਲਿਜਾਵੇਗਾ ਉਹਦਾ ਘਰ-ਬਾਰ ਖਤਮ ਕੀਤਾ ਜਾਵੇਗਾ। ਇਹ ਇਕੱਲਾ ਸਰਕਾਰ ਨੇ ਕਿਹਾ ਨਹੀਂ, ਕੀਤੇ ਵੀ ਆ। ਮੋਤੀ ਮਹਿਰੇ ਨੇ 2 ਦਿਨ ਮਾਤਾ ਗੁਜਰ ਕੌਰ ਨੂੰ ਦੁੱਧ ਪਿਲਾਇਆ ਸਾਹਿਬਜ਼ਾਦਿਆਂ ਨੂੰ, ਉਹਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜਤਾ ਸੀ। ਉਹਦੀ ਘਰਵਾਲੀ, ਉਹਦਾ ਨਿੱਕਾ ਜਿਹਾ 12-13 ਸਾਲਾਂ ਦਾ ਬੱਚਾ ਵੀ ਨਾਲ ਮਾਰਦਾ ਸੀ। ਸਿਰਫ ਇਹੀ ਜੁਰਮ ਕੀਤਾ ਕਿ 2 ਦਿਨ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ ਉਹਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਕਹਿੰਦੇ ਨਹੀਂ ਮਹਾਰਾਜ ਆਪ ਚੱਲੋ। ਚਲੋ ਸਤਿਗੁਰੂ ਜੀ ਉੱਥੋਂ ਗੁਲਾਬੇ ਪੰਜਾਬੇ ਦੇ ਘਰ ਚੁਬਾਰੇ ਵਿੱਚ ਚਲੇ ਗਏ। ਉੱਥੇ ਫਿਰ ਮਹਾਰਾਜ ਨੇ ਕਿਹਾ ਵੀ ਭਾਈ ਮਾਨ ਸਿੰਘ ਸਿੱਖਾਂ ਨੂੰ ਵੀ ਇਸ਼ਨਾਨ ਕਰਨਾ, ਪਾਣੀ ਗਰਮ ਕਰਾਓ। ਗਰਮ ਪਾਣੀ ਤਿਆਰ ਕੀਤਾ। ਕਹਿੰਦੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਸਤਿਗੁਰੂ ਦਾ ਇਸ਼ਨਾਨ ਕਰਾਉਣ ਲੱਗੇ। ਜਦੋਂ ਕੱਪੜੇ ਉਤਾਰਿਆ, ਜਦੋਂ ਕਛਹਿਰਾ ਵੇਖਿਆ, ਸਾਧ ਸੰਗ ਲਹੂ ਨਾਲ ਲਿਬੜਿਆ ਹੋਇਆ, ਨਾਲ ਚਿੰਬੜਿਆ ਪਿਆ ਸਰੀਰ ਦੇ। 3-4 ਦਿਨ ਹੋ ਗਏ ਵੀ ਇੰਨਾ ਸਰੀਰ ਚੋਂ ਲਹੂ ਨਿਕਲਿਆ, ਜਿਹੜੀਆਂ ਮੂਹਰੀਆਂ ਹੁੰਦੀਆਂ ਕਛਹਿਰੇ ਦੀਆਂ ਇਹ ਚਮੜੀ ਦੇ ਨਾਲ ਐ ਚਿੰਬੜੀਆਂ ਪਈਆਂ ਨੇ, ਪੱਟੀਆਂ ਨਹੀਂ ਜਾਂਦੀਆਂ। ਦੁੰਨੇ ਸਿੰਘ ਨੇ ਦੇਖ ਵੇਖ ਕੇ ਸਾਧ ਸੰਗਤ ਜੀ ਸਿੰਘਾਂ ਦਾ ਬੁਰਾ ਹਾਲ ਹੁੰਦਾ ਤੇ ਮਹਾਰਾਜ ਉਹਨਾਂ ਨੂੰ ਧਰਵਾ ਦਿੰਦੇ ਆ, ਭਾਈ ਕੋਈ ਨਹੀਂ, ਪਿਓ ਤੇ ਪੁੱਤਰ ਦਾ ਕੋਈ ਪੜਦਾ ਨਹੀਂ ਹੁੰਦਾ। ਫਿਰ ਉਹ ਸਾਧ ਸੰਗਤ ਜੀ ਕਛਹਿਰੇ ਉੱਪਰ ਗਿੱਲਾ ਪਾਣੀ ਪਾ ਕੇ ਹੌਲੀ ਹੌਲੀ ਹੱਥ ਮਾਰ ਕੇ ਉਹ ਲਹੂ ਸਾਫ਼ ਕਰਦੇ, ਜੰਮਿਆ ਹੋਇਆ ਕਛਹਿਰਾ ਫਿਰ ਉਹ ਉਤਾਰਦੇ ਆ। ਇਸ ਤਰ੍ਹਾਂ ਮਹਾਰਾਜ ਦਾ ਉੱਥੇ ਇਸ਼ਨਾਨ ਕਰਵਾਇਆ ਉਹਨਾਂ ਨੇ। ਫਿਰ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਛਕਦੇ ਆ। ਜਦੋਂ ਸ਼ਾਮ ਦਾ ਟਾਈਮ ਹੁੰਦਾ, ਸਾਧ ਸੰਗਤ ਜੀ ਪਿੰਡ ਦੇ ਵਿੱਚ ਖਬਰਾਂ ਉਸ ਤਰ੍ਹਾਂ ਦੀਆਂ ਚੱਲ ਪੈਂਦੀਆਂ ਨੇ, ਇਹ ਵੀ ਸੁਣਦੇ ਆ ਤੇ ਲੈ ਤਾਂ ਆਏ ਘਰ ਦੇ ਵਿੱਚ, ਪਰ ਮਗਰੋਂ ਡਰਨ ਲੱਗ ਗਏ। ਦੋਨੇ ਭਰਾ ਬੈਠੇ ਆਪਸ ਵਿੱਚ ਗੱਲਾਂ ਕਰੀ ਜਾਂਦੇ ਆ ਕਮਰੇ 'ਚ। ਗੁਲਾਬੇ ਪੰਜਾਬਾ ਦੋਨੇ ਇੱਕ ਜਿੰਨਾ ਵੀ ਕਹਿੰਦੇ ਭਰਾ ਆਪਾਂ ਮਹਾਰਾਜ ਨੂੰ ਲੈ ਤਾਂ ਆਏ ਆ, ਪਰ ਜੇ ਮੁਗਲਾਂ ਨੂੰ ਪਤਾ ਲੱਗ ਗਿਆ ਨਾ, ਆਪਣਾ ਉਹਨਾਂ ਨੇ ਸਾਰਾ ਕਾਰੋਬਾਰ, ਸਾਰਾ ਘਰ-ਬਾਰ ਤਬਾਹ ਕਰ ਦੇਣਾ। ਹੁਣ ਕੋਈ ਤਰੀਕਾ, ਕੋਈ ਢੰਗ ਦੇਖੀਏ ਕਿ ਮਹਾਰਾਜ ਨੂੰ ਆਪਾਂ ਘਰੋਂ ਭੇਜ ਦਈਏ। ਸਿੰਘਾਂ ਨੇ ਗੱਲ ਸੁਣ ਲਈ। ਜਾ ਕੇ ਮਹਾਰਾਜ ਨੂੰ ਦੱਸਿਆ ਵੀ ਸੱਚੇ ਪਾਤਸ਼ਾਹ, ਨਾ ਇਹ ਰੋ ਰਹੇ ਦੱਸ ਰਹੇ ਨੇ, ਸੱਚੇ ਪਾਤਸ਼ਾਹ ਜਿਹੜੇ ਲੋਕ ਤੁਹਾਡੇ ਦਰਸ਼ਨਾਂ ਨੂੰ ਤਰਸਦੇ ਹੁੰਦੇ ਸੀ ਤੇ ਅੱਜ ਉਹ ਆਪਸ ਵਿੱਚ ਸਕੀਮਾਂ ਲਾਉਂਦੇ ਆ ਵੀ ਕੋਈ ਸਕੀਮ ਲਾਈਏ ਤੇ ਗੁਰੂ ਨੂੰ ਘਰੋਂ ਕੱਢ ਦਈਏ। ਮਹਾਰਾਜ ਇਹ ਦੋਨੇ ਜਾਣੇ ਡਰੇ ਬੈਠੇ ਆ, ਆਪਸ ਵਿੱਚ ਗੱਲਾਂ ਕਰਦੇ ਆ। ਡਰਿਆ ਬੰਦਾ ਵੀ ਕਈ ਵਾਰੀ ਫੜਾ ਦਿੰਦਾ ਹੁੰਦਾ ਵੀ ਕਿਤੇ ਫੜਾਈ ਨਾ ਦੇਣ, ਆਪਾਂ ਇਹਨਾਂ ਤੋਂ ਨਿਕਲ ਚੱਲੀਏ। ਕਹਿੰਦੇ ਮਹਾਰਾਜ ਨੇ ਆਪਣੇ ਕੋਲ ਸੱਦਿਆ, ਕਿਹਾ ਗੁਲਾਬੇ ਪੰਜਾਬੇ ਤੁਹਾਨੂੰ ਪਹਿਲਾਂ ਕਿਹਾ ਸੀ ਅਸੀਂ ਵੀ ਘਰੇ ਤਾਂ ਸਾਨੂੰ ਲੈ ਚੱਲਿਓ, ਪਰ ਤੁਹਾਨੂੰ ਬਾਅਦ ਵਿੱਚ ਇਹਦਾ ਹਰਜਾਨਾ ਬੜਾ ਔਖਾ ਭਰਨਾ ਪਵੇਗਾ। ਫਿਰ ਮਹਾਰਾਜ ਕਹਿੰਦੇ ਗੁਲਾਬੇ ਪੰਜਾਬੇ ਅਸੀਂ ਚਲੇ ਜਾਵਾਂਗੇ, ਅਸੀਂ ਤੁਹਾਡੇ ਕਰਕੇ ਨਹੀਂ ਆਏ ਮਾਸੀਵਾੜੇ। ਕਹਿੰਦੇ ਸਾਨੂੰ ਇੱਕ ਖਿੱਚ ਪਈ ਸੀ, ਇੱਕ ਕੋਈ ਪਿਆਰ ਵਾਲੀ ਰੂਹ ਰਹਿੰਦੀ ਹੈ ਇੱਥੇ ਜਿਹੜੀ ਸਾਨੂੰ ਹਰ ਰੋਜ਼ ਯਾਦ ਕਰਦੀ ਸੀ। ਅੱਜ ਸਾਲ ਤੋਂ ਉੱਪਰ ਹੋ ਗਿਆ ਉਹਨੂੰ ਬੈਠੀ ਨੂੰ। ਸਾਰੇ ਹੈਰਾਨ ਵੀ ਕੌਣ ਆ ਉਹ। ਫਿਰ ਕਿਹਾ ਵੀ ਇੱਥੇ ਇੱਕ ਨਿਹਾਲਾ ਖੱਤਰੀ ਰਹਿੰਦਾ, ਉਹਦੀ ਮਾਂ ਹੈ, ਉਹਦਾ ਨਾਂ ਹੈ ਮਾਤਾ ਹਰਦਈ, ਬਹੁਤ ਬਜ਼ੁਰਗ ਹੋ ਚੁੱਕੀ ਹੈ।
ਖੱਤਰੀਆਂ ਦਾ ਕੰਮ ਹੁੰਦਾ ਸੀ, ਕੱਪੜੇ ਬਣਾਉਂਦੇ ਆ ਆਪ, ਉਦੋਂ ਖੱਦਰ ਦੇ ਕੱਪੜੇ ਬਣਾਉਣ, ਅਤੇ ਉਹ ਕੱਪੜੇ ਬੁਣ ਕੇ ਅੱਗੇ ਹਰ ਸਾਲ ਗੁਰੂ ਗੋਬਿੰਦ ਸਿੰਘ ਨੂੰ ਦੇ ਕੇ ਆਉਂਦੀ ਹੁੰਦੀ ਸੀ। ਹੁਣ ਘੇਰਾਬੰਦੀ ਹੋਣ ਕਰਕੇ 1 ਸਾਲ ਦੇ ਕਰੀਬ ਹੋ ਗਿਆ, ਜਾ ਨਹੀਂ ਸਕੀ। ਉਹ ਕੱਪੜੇ ਬੁਣ ਕੇ ਰੱਖੀ ਜਾਂਦੀ ਹੈ ਅਤੇ ਪੀੜ੍ਹੀ ਡਾਹ ਕੇ ਬੈਠ ਜਾਂਦੀ ਹੈ ਵੀ ਇਹ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਤੇ ਨਿਮਾਣੀ ਨਤਾਣੀ ਹੁਣ ਅੰਨੀ ਹੋ ਗਈ, ਅੱਖਾਂ ਤੋਂ ਨਿਗਾਹ ਵੀ ਨਹੀਂ ਹੈ, ਮੈਂ ਤੇ ਆਨੰਦਪੁਰ ਨਹੀਂ ਜਾ ਸਕਦੀ, ਕਿਰਪਾ ਕਰ ਘਰੇ ਆ ਕੇ ਮੇਰਾ ਕੱਪੜਾ ਲੈ ਜਾ ਤੂੰ। ਮਹਾਰਾਜ ਕਹਿੰਦੇ ਉਹ ਮਾਤਾ ਦੀਆਂ ਅਰਦਾਸਾਂ ਮੈਨੂੰ ਖਿੱਚ ਕੇ ਲੈ ਕੇ ਆਈਆਂ। ਇੱਥੇ ਕੈਸਾ ਗੁਰੂ ਹੈ ਸਾਧ ਸੰਗਤ ਜੀ, ਪਰਿਵਾਰ ਵਾਰਿਆ ਆ ਅਤੇ ਆਪਣੀਆਂ ਸੇਵਕਾਂ ਦੀਆਂ ਅਰਦਾਸਾਂ ਫਿਰ ਵੀ ਪੂਰੀਆਂ ਕਰੀ ਜਾਂਦਾ। ਕਹਿੰਦੇ ਜਦੋਂ ਇਹ ਗੱਲ ਕਹੀ ਵੀ ਗੁਲਾਬੇ ਤੇ ਪੰਜਾਬੇ ਜਾਓ, ਉਹਦੇ ਘਰ ਜਾਓ ਤੇ ਉਹ ਮਾਈ ਨੂੰ ਕਹੋ ਵੀ ਜਿਹੜੀ ਤੂੰ ਯਾਦ ਕਰਦੀ ਹੈ ਉਹ ਆਇਆ ਬੈਠਾ ਤੇ ਕੱਪੜਾ ਲਿਆ ਕੇ ਦੇ। ਕਹਿੰਦੇ ਮੈਂ ਫਿਰ ਚਲਾ ਜਾਵਾਂਗਾ। ਗੁਲਾਬਾ ਤੇ ਪੰਜਾਬਾ ਉਹਦੇ ਘਰ ਜਾਂਦੇ ਹੈ, ਜਾ ਕੇ ਉਹਦਾ ਸ਼ਾਮ ਦਾ ਟਾਈਮ ਹੋਣ ਵਾਲਾ ਬੂਹਾ ਖੜਕਾਉਂਦੇ ਹੈ। ਨਿਹਾਲਾ ਉਹਦਾ ਪੁੱਤਰ ਮਾਤਾ ਦਾ ਬਾਹਰ ਆਇਆ, ਉਹਨੇ ਵੇਖਿਆ ਵੀ 2 ਸਿੱਖ ਮੇਰੇ ਬਾਹਰ ਵਿੱਚ ਇਸ ਵੇਲੇ ਆਏ ਨੇ, ਵੀ ਕੀ ਗੱਲ ਹੈ, ਸੁੱਖ ਸਾਂਤ ਹੈ? ਕਹਿੰਦੇ ਵੀ ਹਾਂ ਸੁੱਖ ਸਾਂਤ ਹੈ, ਅੰਦਰ ਸਾਨੂੰ ਬੁਲਾ ਲੈਣ ਤੇ ਫਿਰ ਦੱਸਦੇ ਆ। ਅੰਦਰ ਵੜ ਕੇ ਬਾਰ ਬੰਦ ਕਰਕੇ ਸੁਣ ਨਾ ਲਵੇ ਵੀ ਨਿਹਾਲਿਆ ਸਾਡੇ ਘਰ ਗੁਰੂ ਗੋਬਿੰਦ ਸਿੰਘ ਜੀ ਆਏ ਹੋਏ ਆ, ਉਹ ਤੇਰੀ ਮਾਤਾ ਨੂੰ ਯਾਦ ਕਰਦੇ ਹੈ ਕਿ ਉਹਨੇ ਉਹਨਾਂ ਨੂੰ ਕੱਪੜਾ ਦੇਣਾ ਸੀ, ਉਹ ਕੱਪੜਾ ਲੈਣ ਵਾਸਤੇ ਉਹ ਯਾਦ ਕਰਦਾ ਵੀ ਕੱਪੜਾ ਆ ਕੇ ਦੇ। ਨਿਹਾਲੇ ਦੀਆਂ ਵੀ ਅੱਖਾਂ 'ਚੋਂ ਪਾਣੀ ਨਿਕਲਿਆ, ਕਹਿਣ ਲੱਗਿਆ ਵੀ ਧੰਨ ਹੈ ਗੁਰੂ ਗੋਬਿੰਦ ਸਿੰਘ, ਉਹ ਮੇਰੀ ਮਾਂ ਨਿੱਤ ਰੋਂਦੀ ਸੀ ਯਾਦ ਕਰ ਕਰਕੇ, ਅਤੇ ਮੈਂ ਇਹਨੂੰ ਕਹਿੰਦਾ ਹੁੰਦਾ ਸੀ ਮਾਤਾ ਤੂੰ ਪਾਗਲ ਆ, ਗੁਰੂ ਨੂੰ ਤੇ ਘੇਰਾ ਪਿਆ ਹੋਇਆ, ਉਹਦਾ ਤਾਂ ਰੋਟੀ ਪਾਣੀ ਬੰਦ ਕੀਤਾ ਤੇ ਤੂੰ ਕਰਦੀ ਹੈ ਅਰਦਾਸਾਂ ਮਾਛੀਵਾੜੇ ਤੇਰਾ ਆ ਕੇ ਕੱਪੜਾ ਲੈ ਲਵੇ, ਉਹਨੂੰ ਤਾਂ ਆਨੰਦਪੁਰ ਤੋਂ ਬਾਹਰ ਨਹੀਂ ਨਿਕਲਣਾ, ਤੇਰਾ ਕੱਪੜਾ ਕਿੱਥੋਂ ਲੈ ਲੇਗਾ। ਮੈਂ ਉਹਨੂੰ ਮਖੌਲ ਕਰਦਾ ਸੀ, ਮਾਤਾ ਤੂੰ ਝੱਲੀ ਹੋ ਗਈ ਹੈ। ਪਰ ਮੇਰੀ ਮਾਤਾ ਰੋ ਕੇ ਕਹਿੰਦੀ ਸੀ ਨਹੀਂ ਪੁੱਤ, ਮੇਰਾ ਗੁਰੂ ਇਹੋ ਜਿਹਾ ਨਹੀਂ, ਉਹ ਗਰੀਬ ਨਵਾਜ਼ ਹੈ, ਉਹ ਗਰੀਬਾਂ ਨੂੰ ਨਵਾਜਣ ਵਾਲਾ, ਉਹ ਜ਼ਰੂਰ ਮੇਰੀ ਅਰਦਾਸ ਸੁਣੇਗਾ, ਮੇਰੀ ਆਸ ਪੂਰੀ ਕਰੇਗਾ। ਜਦੋਂ ਜਾ ਕੇ ਨਿਹਾਲਾ ਮਾਂ ਕੋਲ ਜਾ ਕਹਿੰਦਾ ਮਾਂ ਅੱਜ ਤੇਰੀਆਂ ਅਰਦਾਸਾਂ ਨੂੰ ਭਾਗ ਲੱਗ ਗਿਆ। ਜਿਹੜੀ ਮਾਂ ਸਾਧ ਸੰਗਤ ਢਿੱਲੀ ਗੋਡਿਆਂ ਵਿੱਚ ਸਿਰ ਦੇ ਕੇ ਬੈਠੀ ਸੀ ਇੱਕਦਮ ਚੁਕੰਨੀ ਹੋ ਗਈ। ਪੁੱਤ ਕੀ ਗੱਲ ਹੈ? ਕਹਿਣ ਲੱਗਿਆ ਮਾਤਾ ਜਿਹੜੇ ਗੁਰੂ ਨੂੰ ਹਰ ਰੋਜ਼ ਯਾਦ ਕਰਦੀ ਸੀ, ਆ ਕੱਪੜਾ ਮੂਹਰੇ ਰੱਖ ਕੇ ਮੱਥਾ ਟੇਕਦੀ ਹੁੰਦੀ ਸੀ, ਉਹ ਗੁਰੂ ਗੁਲਾਬੇ ਪੰਜਾਬੇ ਦੇ ਘਰ ਆ ਗਿਆ, ਤੇਰਾ ਕੱਪੜਾ ਲੈਣ ਵਾਸਤੇ ਤੈਨੂੰ ਸੱਦਿਆ। ਕਹਿੰਦੇ ਮਾਤਾ ਇੱਕਦਮ ਸਾਲ ਮਾਰ ਕੇ ਉੱਠੀ ਆ, ਇਉਂ ਲੱਗਦਾ ਜਿਵੇਂ ਕਦੇ ਜ਼ਿੰਦਗੀ 'ਚ ਦੁੱਖ ਹੀ ਨਹੀਂ ਆਇਆ ਹੁੰਦਾ। ਕਿਉਂਕਿ ਮਹਾਰਾਜ ਵੀ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਵੀ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਆ ਉਹ ਕਦੇ ਬੁੱਢੇ ਹੁੰਦੇ ਹੀ ਨਹੀਂ ਹੈ। ਕਹਿੰਦੇ ਇਉਂ ਉੱਠੀ ਹੈ, ਉੱਠ ਕੇ ਕੱਪੜਾ ਚੁੱਕਿਆ ਤੇ ਕਹਿੰਦੀ ਚੱਲ। ਅੱਖਾਂ ਤੋਂ ਦਿਸਦਾ ਨਹੀਂ, ਪੁੱਤਰ ਦੀ ਬਾਂਹ ਫੜੀ ਹੈ, ਗੁਲਾਬੇ ਪੰਜਾਬੇ ਨਾਲ ਘਰੇ ਆ ਗਏ। ਚੁਬਾਰੇ ਵਿੱਚ ਇੱਥੇ ਮਹਾਰਾਜ ਬੈਠੇ ਨੇ ਤੇ ਮਹਾਰਾਜ ਵੀ ਅੱਗੇ ਕਹਿੰਦੇ ਨੇ ਮਾਤਾ ਯਾਦ ਕਰਦੀ ਹੁੰਦੀ ਸੀ, ਵੇਖ ਤੈਨੂੰ ਮਿਲਣ ਵਾਸਤੇ ਆ ਗਏ ਆ। ਅੱਜ ਮਾਂ ਬਹੁਤ ਖੁਸ਼ ਹੋਈ, ਕੱਪੜਾ ਹੀ ਜਿਹੜਾ ਥਾਨ ਉਹਨੇ ਬਣਾ ਕੇ ਰੱਖਿਆ ਮੂਹਰੇ ਰੱਖ ਦਿੱਤਾ ਤੇ ਮੂਹਰੇ ਰੱਖ ਕੇ ਬੜੇ ਪਿਆਰ ਨਾਲ ਸਤਿਗੁਰੂ ਜੀ ਮੈਂ ਤੇ ਹਰ ਰੋਜ਼ ਯਾਦ ਕਰਦੀ ਹੁੰਦੀ ਸੀ, ਤੁਸੀਂ ਕਿਰਪਾ ਕੀਤੀ ਮੇਰੇ ਉੱਪਰ। ਮਹਾਰਾਜ ਵੀ ਕਹਿੰਦੇ ਆ ਐ ਮਾਤਾ ਮੈਂ ਸਭ ਕੁਝ ਛੱਡ ਕੇ ਆ ਗਿਆ, ਪਰ ਤੇਰਾ ਕੱਪੜਾ ਲੈਣ ਵਾਸਤੇ ਆਇਆ। ਮੇਰੇ ਕੋਲ ਮਖਮਲ ਦੇ ਵਸਤਰ ਸੀ, ਮੈਂ ਛੱਡ ਆਇਆ, ਪਰ ਤੇਰੇ ਆ ਕੱਪੜੇ ਵਿੱਚ ਪਿਆਰ ਹੀ ਇੰਨਾ ਭਰਿਆ ਸੀ, ਮੈਨੂੰ ਖਿੱਚ ਕੇ ਲਿਆਇਆ ਇੱਥੇ। ਮੈਂ ਸਾਰਾ ਕੁਝ ਛੱਡ ਕੇ ਪੁੱਤਰ ਵੀ ਛੱਡ ਆਇਆ, ਪਰ ਤੇਰਾ ਕੱਪੜਾ ਲੈਣ ਵਾਸਤੇ ਮਾਛੀਵਾੜੇ ਆਇਆ। ਮੈਂ ਕੱਪੜਾ ਲੈ ਲਿਆ। ਫਿਰ ਮਾਤਾ ਨੂੰ ਪੁੱਛਿਆ ਮਾਤਾ ਦੱਸ ਤੈਨੂੰ ਕੀ ਚਾਹੀਦਾ, ਕੀ ਇੱਛਾ ਹੈ ਤੇਰੀ? ਕਹਿੰਦੇ ਮਾਤਾ ਨੇ ਕਿਹਾ ਬਸ ਹੁਣ ਕੁਛ ਨਹੀਂ ਚਾਹੀਦਾ, ਕਿਰਪਾ ਕਰੋ ਤੇਰੇ ਚਰਨਾਂ ਵਿੱਚ ਹੀ ਮੇਰੇ ਸਵਾਸ ਪੂਰੇ ਹੋ ਜਾਣ। ਫਿਰ ਮਾਤਾ ਉੱਥੇ ਹੀ ਪੂਰੀ ਹੋ ਜਾਂਦੀ ਹੈ। ਨਿਹਾਲਾ ਉਹ ਸਾਰੇ ਘਰ ਲੈ ਜਾਂਦੇ ਆ। ਫੇਰ ਮਹਾਰਾਜ ਗੁਲਾਬੇ ਪੰਜਾਬੇ ਨੂੰ ਉਦੋਂ ਕਿਉਂ ਸ਼ਾਮ ਦਾ ਟਾਈਮ ਹੋ ਗਿਆ, ਰਾਤ ਪੈਣੀ ਸ਼ੁਰੂ ਹੋ ਗਈ। ਉਹਦੇ ਫਿਰ ਮਹਾਰਾਜ ਨੇ ਕਿਹਾ ਵੀ ਇਸ ਕੱਪੜੇ ਦੇ ਹੁਣ 4 ਸਿੰਘ ਨੇ, ਵੀ ਚਾਰਾਂ ਦੇ ਬਿਸਤਰ ਤਾਂ ਹੈ ਨਹੀਂ, ਵੀ 4 ਚੋਲੇ ਸਮਾਉਣੇ ਆ, ਵੀ ਪਹਿਲਾਂ ਇਹਦਾ ਰੰਗ ਰੰਗਾਉਣਾ, ਆਪਾਂ ਨੀਲੇ ਰੰਗ ਦਾ ਕੱਪੜਾ ਇਹ ਰੰਗਾਉਣਾ ਹੈ। ਗੁਲਾਬੇ ਪੰਜਾਬੇ ਨੂੰ ਕਿਹਾ ਵੀ ਜਾਓ ਇਹ ਕੱਪੜਾ ਰੰਗਾ ਕੇ ਲਿਆਓ, ਅਸੀਂ ਚੋਲੇ ਬਣਾ ਕੇ ਇਹਦੇ ਬਸਤਰ ਪਹਿਨ ਕੇ ਤੇ ਚਲੇ ਜਾਵਾਂਗੇ। ਉਹ ਕਹਿੰਦੇ ਮਹਾਰਾਜ ਰਾਤ ਪੈ ਗਈ, ਰਾਤ ਨੂੰ ਤੇ ਸਾਰੀਆਂ ਦੁਕਾਨਾਂ ਜਿਵੇਂ ਸਾਰੀਆਂ ਬੰਦ ਹੋ ਜਾਂਦੀਆਂ ਨੇ, ਕੋਈ ਖੁੱਲ੍ਹੀ ਨਹੀਂ, ਇਸ ਵੇਲੇ ਤਾਂ ਖੁੱਲ੍ਹੀ ਹੋਣੀ ਨਹੀਂ। ਮਹਾਰਾਜ ਫਿਰ ਪੁੱਛਦੇ ਆ ਪਿੰਡ ਵਿੱਚ ਕੋਈ ਲਲਾਰੀ ਹੋਊ? ਲਲਾਰੀ ਹੁੰਦਾ ਸੀ ਰੰਗ ਰੰਗਣ ਵਾਲਾ, ਜਿਹੜੇ ਕੁੜਤਿਆਂ ਨੂੰ ਪਜਾਮਿਆਂ ਹੋਰ ਸਾਰ ਪੱਗਾਂ ਰੰਗਦੇ ਹੁੰਦੇ ਆ। ਕਹਿੰਦੇ ਜੀ ਇੱਕ ਲਲਾਰੀ ਹੈ, ਪਰ ਅਸੀਂ ਇਸ ਵੇਲੇ ਉਹ ਵੀ ਸੌਂ ਗਿਆ ਹੋਣਾ। ਮਹਾਰਾਜ ਕਹਿੰਦੇ ਜਾਓ ਉਹਨੂੰ ਜਾ ਕੇ ਪੁੱਛ ਕੇ ਆਓ ਇੱਕ ਵਾਰ।
ਉਹਦੇ ਘਰ ਜਾਂਦੇ ਆ। ਉਹ ਵੇਖਦਾ ਵੀ ਇਸ ਵੇਲੇ ਸਿੰਘ ਮੇਰੇ ਘਰ ਵਿੱਚ ਆਇਆ, ਵੀ ਕੀ ਗੱਲ ਹੋ ਗਈ। ਉਹ ਕਹਿੰਦੇ ਆ ਵੀ ਸਾਡੇ ਘਰ ਕੋਈ ਮਹਾਤਮਾ ਆਇਆ ਤੇ ਉਹਨੇ ਕੱਪੜੇ ਰੰਗਾਉਣੇ ਆ, ਤੇ ਕਿਰਪਾ ਕਰ ਵੀ ਤੂੰ ਉਹਨਾਂ ਜਿਹੜਾ ਕੱਪੜਾ ਹੈ ਉਹ ਨੀਲੇ ਰੰਗ ਦਾ ਰੰਗ ਚਾੜ ਦੇ। ਉਹ ਕਹਿੰਦਾ ਸਿੰਘ ਸਾਹਿਬ, ਸਾਡੀ ਜਦੋਂ ਜਿਹੜੇ ਮੱਟ ਹੁੰਦੇ ਸੀ ਉਹਦੇ ਵਿੱਚ ਪਾਣੀ ਪਾ ਕੇ ਉਹਨੂੰ ਕਈ ਘੰਟੇ ਦਾ ਪਹਿਲਾਂ ਉਹਨੂੰ ਉਬਾਲਣ ਤੇ ਲੱਗ ਜਾਂਦੇ ਸੀ, ਵੀ ਜੇ ਹੁਣ ਵੀ ਮੈਂ ਤਿਆਰ ਕਰਾਂਗਾ ਸਵੇਰ ਤੱਕ ਤੇ ਮੇਰੀ ਇਹ ਮੱਟ ਗਰਮ ਹੋਵੇਗਾ, ਸਵੇਰੇ ਮੇਰੇ ਵਿੱਚ ਰੰਗ ਪਾਵਾਂਗਾ, ਉਹ ਉਬਾਲੀ ਫੇਰ ਕੱਪੜੇ ਪਾਵਾਂਗਾ, ਕੱਪੜਿਆਂ ਰੰਗ ਚੜੂ, ਫੇਰ ਉਹ ਸੁੱਕਣਗੇ, ਇਹ ਤਾਂ ਕੱਪੜੇ ਤੁਹਾਨੂੰ ਕੱਲ ਸ਼ਾਮ ਤੱਕ ਮਿਲਣੇ ਆ, ਐਡੀ ਛੇਤੀ ਨਹੀਂ ਹੋ ਸਕਦਾ। ਹੁਣ ਤਾਂ ਮੇਰਾ ਮੱਠ ਜਿਹੜਾ ਹੈ ਉਹ ਠੰਡਾ ਹੋਇਆ ਪਿਆ। ਉਹ ਮੱਠ ਦੇ ਵੀ ਦਰਸ਼ਨ ਸੰਗਤਾਂ ਨੇ ਕੀਤੇ, ਅਸੀਂ ਵੀ ਕਰਵਾਏ ਸੀ। ਉਹ ਗੁਰਦੁਆਰੇ ਮੱਠ ਸਾਹਿਬ, ਚੁਆਰਾ ਸਾਹਿਬ ਨਾਲ ਨੇ ਉੱਥੇ, ਉਹ ਮੱਠ ਹਜੇ ਵੀ ਉੱਥੇ ਪਿਆ। ਉਹ ਆ ਗਏ ਮੁੜ ਕੇ, ਆ ਕੇ ਮਹਾਰਾਜ ਨੂੰ ਕਹਿਣ ਲੱਗੇ ਵੀ ਜਿਹੜਾ ਲਲਾਰੀ ਆ ਉਹਨੇ ਇਸ ਤਰ੍ਹਾਂ ਜਵਾਬ ਦਿੱਤਾ ਵੀ ਇਸ ਵੇਲੇ ਮੱਠ ਚੱਲ ਨਹੀਂ ਸਕਦਾ, ਉਹਨੂੰ ਤਾਂ ਗਰਮ ਹੋਣ 'ਤੇ ਬਹੁਤ ਟਾਈਮ ਲੱਗ ਜਾਂਦਾ। ਮਹਾਰਾਜ ਕਹਿੰਦੇ ਨਹੀਂ, ਉਹਨੂੰ ਬੁਲਾ ਕੇ ਲੈ ਕੇ ਆਓ। ਫੇਰ ਉਹਦੇ ਘਰ ਗਏ, ਫੇਰ ਉਹਨੂੰ ਬੁਲਾ ਕੇ ਲਿਆਂਦਾ। ਉਹ ਆ ਕੇ ਉਵੇਂ ਜਿਵੇਂ ਜਵਾਬ ਦਿੰਦਾ, ਮਹਾਰਾਜ ਮੱਠ ਜਿਹੜਾ ਹੈ ਬਹੁਤ ਸਮਾਂ ਗਰਮ ਹੋਣ 'ਤੇ ਲੱਗਦਾ, ਫੇਰ ਉਹਦੇ ਵਿੱਚ ਰੰਗ ਪਾਈਦਾ। ਮਹਾਰਾਜ ਕਹਿੰਦੇ ਐਂ ਕਰ, ਤੈਨੂੰ ਪ੍ਰਮਾਤਮਾ 'ਤੇ ਭਰੋਸਾ ਨਾ, ਤੂੰ ਜਾ ਕੇ ਪਾਣੀ ਪਾ ਦੇ, ਨੀਲਾ ਰੰਗ ਪਾ ਦੇ, ਕੱਪੜਾ ਵਿੱਚ ਪਾ ਦੇ, ਸਾਰਾ ਕੰਮ ਹੋ ਜਾਵੇਗਾ। ਹੁਣ ਸਾਧ ਸਿੰਘ ਉਹਦਾ ਮਨ ਤੇ ਨਹੀਂ ਮੰਨਦਾ, ਪਰ ਲੈ ਜਾਂਦਾ, ਕੱਪੜਾ ਲੈ ਜਾਂਦਾ ਘਰ, ਉਵੇਂ ਜਿਵੇਂ ਜਾ ਕੇ ਮੱਟ ਦੇ ਵਿੱਚ ਪਾਉਂਦਾ ਪਾਣੀ ਤੇ ਰੰਗ ਪਾਉਂਦਾ। ਜਦੋਂ ਵੇਖਦਾ ਕੁਝ ਮਿੰਟਾਂ ਵਿੱਚ ਹੀ ਪਾਣੀ ਉਬਾਲੇ ਮਾਰਨ ਲੱਗ ਗਿਆ। ਹੈਰਾਨ ਹੋ ਗਿਆ ਵੀ ਇਹ ਤਾਂ ਪਹਿਲੀ ਵਾਰ ਜ਼ਿੰਦਗੀ ਵਿੱਚ ਕੌਤਕ ਵੇਖਿਆ, ਜਿਹਨੂੰ ਸਾਰਾ ਦਿਨ ਗਰਮ ਹੋਣ 'ਤੇ ਲੱਗ ਜਾਂਦਾ, ਅੱਜ ਕੁਝ ਮਿੰਟਾਂ ਵਿੱਚ ਗਰਮ ਹੋ ਗਿਆ। ਫਿਰ ਉਹਨੇ ਉਹ ਕੱਪੜਾ ਵਿੱਚ ਪਾਇਆ, ਕਹਿੰਦੇ ਕੁਝ ਹੀ ਮਿੰਟਾਂ ਵਿੱਚ ਉਹ ਚਿੱਟੇ ਤੋਂ ਨੀਲਾ ਰੰਗ ਚੜ੍ਹ ਗਿਆ ਤੇ ਕੱਪੜਾ ਸੁੱਕ ਗਿਆ, ਤੇ ਰਾਤੇ ਰਾਤ ਵਾਪਸ ਮੈਂ ਲੈ ਕੇ ਆ ਗਿਆ। ਫਿਰ ਸੁਨੇਹਾ ਨਹੀਂ ਭੇਜਿਆ, ਫਿਰ ਆਪ ਆਇਆ ਲੈ ਕੇ ਲਲਾਰੀ, ਵੀ ਵੇਖਾਂ ਤੇ ਸਹੀ ਹੈ ਤਾਂ ਕੋਈ ਬੜਾ ਹੀ ਕਰਾਮਾਤ ਵਾਲਾ ਕੋਈ ਲੱਗਦਾ ਹੈ ਸਾਧੂ ਜਿਹੜਾ ਆਇਆ ਹੈ। ਆ ਕੇ ਕੱਪੜਾ ਚਰਨਾਂ ਵਿੱਚ ਰੱਖਿਆ ਤੇ ਚਰਨਾਂ 'ਤੇ ਡਿੱਗ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਕਹਿਣ ਲੱਗਿਆ, ਮਹਾਰਾਜ ਤੁਸੀਂ ਕੋਈ ਬਹੁਤ ਪੁੱਜੇ ਹੋਏ ਤਪਸਵੀ ਹੋ, ਮੈਂ ਤੇ ਹੈਰਾਨ ਰਹਿ ਗਿਆ, ਜ਼ਿੰਦਗੀ 'ਚ ਅੱਜ ਪਹਿਲੀ ਵਾਰ ਵੇਖਿਆ ਕਿ ਕੁਝ ਮਿੰਟਾਂ ਵਿੱਚ ਹੀ ਰੰਗ ਵੀ ਗਰਮ ਹੋ ਗਿਆ, ਮੱਟ ਵੀ ਗਰਮ ਹੋਇਆ ਤੇ ਕੱਪੜਾ ਰੰਗਿਆ ਵੀ ਗਿਆ। ਤੇ ਉਦੋਂ ਫਿਰ ਮਹਾਰਾਜ ਬੜੀ ਖੁਸ਼ੀ ਉਹਦੇ 'ਤੇ ਹੁੰਦੀ ਆ, ਕੱਪੜਾ ਲੈ ਆਉਂਦਾ, ਕਹਿੰਦੇ ਵੀ ਤੂੰ ਸਾਡਾ ਬਚਨ ਮੰਨਿਆ ਹੈ, ਦੱਸ ਤੈਨੂੰ ਕੀ ਚਾਹੀਦੇ ਆ। ਕਹਿੰਦੇ ਮੰਗਦਾ ਵੀ ਸੱਚੇ ਪਾਤਸ਼ਾਹ ਮੇਰੇ ਘਰ ਔਲਾਦ ਨਹੀਂ ਹੈ। ਮਹਾਰਾਜ ਕਿਰਪਾ ਕਰਦੇ, ਕਹਿੰਦੇ ਕੋਈ ਗੱਲ ਨਹੀਂ, ਤੇਰੇ ਘਰ ਔਲਾਦ ਹੋਵੇਗੀ, ਹੋਰ ਦੱਸ ਕੀ ਚਾਹੀਦਾ। ਕਹਿੰਦਾ ਮਹਾਰਾਜ ਜੀ ਮੇਰਾ ਕਾਰੋਬਾਰ ਬਹੁਤ ਘੱਟ ਚੱਲਦਾ, ਮੇਰਾ ਇੱਕੋ ਇਹ ਰੰਗ ਦਾ ਕੰਮ ਆ ਤੇ ਇਹਦੇ ਵਿੱਚ ਵੀ ਪੈਸੇ ਬਹੁਤ ਘੱਟ ਮਿਲਦੇ ਆ, ਉਹਨੇ ਦਾ ਰੰਗ ਆਉਂਦਾ, ਉਹਨੇ ਦਾ ਵਿੱਚੋਂ ਟਾਈਮ ਲੱਗ ਜਾਂਦਾ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਇਉਂ ਕਰੀ, ਜਿਹੜਾ ਤੂੰ ਹੁਣ ਸਾਡਾ ਰੰਗ ਵਿੱਚ ਪਾਇਆ ਹੋਇਆ ਉਹ ਮੱਟ ਦੇ ਵਿੱਚ ਹੀ ਕਿ ਡੁੱਲਿਆ ਆ, ਕਹਿੰਦਾ ਜੀ ਉਸੇ ਤਰ੍ਹਾਂ ਵਿੱਚ ਹੀ ਪਿਆ। ਮਹਾਰਾਜ ਕਹਿੰਦੇ ਉਹ ਪਾਣੀ ਤੇ ਉਹ ਜਿਹੜਾ ਉਹਦੇ ਵਿੱਚ ਰੰਗ ਪਾਇਆ ਉਹਨੂੰ ਡੋਲੀ ਨਾ, ਜਿਹੜਾ ਵੀ ਤੇਰੇ ਕੋਲੇ ਕੱਪੜਾ ਰੰਗਾਉਣ ਵਾਸਤੇ ਆਵੇ, ਜੇ ਕੋਈ ਲਾਲ ਰੰਗ ਰੰਗਾਉਣਾ ਆ ਗਿਆ ਤੂੰ ਮਨ ਵਿੱਚ ਸੋਚ ਲਿਆ ਕਰੀ ਵੀ ਲਾਲ ਰੰਗਿਆ ਜਾਵੇ ਤੇ ਲਾਲ ਰੰਗ ਹੋ ਚੜ ਜਾ ਕਰੇਗਾ। ਕੋਈ ਆ ਜਾਵੇ ਵੀ ਮੈਂ ਹਰੇ ਰੰਗ ਦਾ ਰੰਗਾਉਣਾ, ਤੂੰ ਮਨ ਵਿੱਚ ਸੋਚ ਕੇ ਮੱਟ ਵਿੱਚ ਪਾ ਦਿਆ ਕਰੀ ਤੇ ਬੰਦ ਕਰ ਦਿਆ ਕਰੀ ਵੀ ਇਹਨੂੰ ਹਰਾ ਰੰਗ ਚੜ ਜੇ। ਤੇ ਕਹਿੰਦੇ ਉਸੇ ਤਰ੍ਹਾਂ ਹੁੰਦਾ ਰਿਹਾ ਉਹ ਕਿ ਐਡਾ ਕਾਰੋਬਾਰ ਚੜ੍ਹਿਆ ਉਹਦਾ, ਜਿਹੜਾ ਮਨ ਵਿੱਚ ਸੋਚ ਕੇ ਪਾ ਦਿਆ ਕਰੇ ਉਹੀ ਰੰਗ ਚੜ ਜਾ ਕਰੇ ਮੱਟ ਦੇ ਵਿੱਚ। ਇਹ ਸਾਧ ਸੰਗਤ ਕੋਈ ਕਰਾਮਾਤਾਂ ਜਾਂ ਅਮੈਜ਼ਿੰਗ ਨਹੀਂ, ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜਿਹੜੀ ਕਿੰਨੀਆਂ ਥਾਵਾਂ 'ਤੇ ਵਰਤ ਰਹੀ ਹੈ। ਇਹ ਨਹੀਂ ਵੀ ਇਹ ਇਕੱਲੇ ਗੁਰੂ ਗੋਬਿੰਦ ਸਿੰਘ 6ਵੇਂ ਪਾਤਸ਼ਾਹ ਵੇਲੇ ਵੀ ਕਢਾਣੀ ਨਗਰ ਹੈ ਇੱਕ, ਜਿੱਥੇ 6ਵੇਂ ਪਾਤਸ਼ਾਹ ਦਾ 52 ਕਲੀ ਦਾ ਚੋਲਾ ਵੀ ਪਿਆ। ਉੱਥੇ ਵੀ ਇੱਕ ਸਿੱਖ ਸੀ ਜਿਹੜਾ ਯਾਦ ਕਰਦਾ ਹੁੰਦਾ ਸੀ ਬੜਾ ਗਰੀਬ, ਉਹ ਇਤਿਹਾਸ ਲੰਮਾ ਹੈ। ਉਹਦੇ ਘਰ ਵੀ ਇੱਕ ਅਨਾਜ ਕਣਕ ਵਾਲਾ ਭਾਂਡਾ ਸੀ ਤੇ ਮਹਾਰਾਜ ਉਹ ਕਹਿੰਦਾ ਮੇਰਾ ਮਨ ਕਰਦਾ ਮੈਂ ਲੰਗਰ ਲਾਇਆ ਕਰਾਂ, ਪਰ ਘਰ ਦੇ ਵਿੱਚ ਅਨਾਜ ਇੰਨਾ ਹੈ ਨਹੀਂ। ਉਹਦੇ ਵਿੱਚ ਉੱਪਰੋਂ ਦੀ ਜਿਵੇਂ ਕਣਕ ਪਾਉਂਦੇ ਸੀ, ਹੇਠਾਂ ਉਹਦੇ ਇੱਕ ਨਿੱਕਾ ਹੁੰਦਾ ਹੀ ਰਸਤਾ, ਉੱਥੋਂ ਦੀ ਕੱਢ ਦਿੰਦੇ। ਮਹਾਰਾਜ ਕਹਿੰਦੇ ਵੀ ਐਂ ਕਰੀ, ਜਦੋਂ ਜਿੰਨਾ ਕੁ ਤੇਰੇ ਕੋਲੇ ਅਨਾਜ ਹੋਇਆ ਕਰੂ ਇਹਦੇ ਵਿੱਚ ਪਾ ਦਿਆ ਕਰੀ, ਪਰ ਕਦੇ ਖੋਲ ਕੇ ਨਾ ਵੇਖੀ, ਥੱਲਿਓਂ ਕੱਢੀ ਜਾਈ, ਕਦੇ ਤੇਰਾ ਮੁੱਕੇਗਾ ਨਹੀਂਗਾ। ਕਈ ਪੀੜ੍ਹੀਆਂ ਚੱਲਦਾ ਰਿਹਾ। ਮੁੜ ਕੇ ਸਾਧ ਸੰਗਤ ਦੀ ਜਦੋਂ ਅੱਜ ਵਰਗੇ ਸਿਆਣੇ ਵੀ ਪੁੱਤ ਜੰਮ ਪੈਂਦੇ ਹਨ, ਦੇਖੀਏ ਚੈੱਕ ਕਰਕੇ ਵੀ ਪਤਾ ਨਹੀਂ ਬੜਾ ਸਾਡਾ ਝੂਠ ਹੀ ਬੋਲਦਾ ਹੋਣਾ, ਵੀ ਜਿੱਕ ਚੱਕੀਏ ਤਾਂ ਕਰੀਏ ਵੀ ਉਹ ਕੱਢੀ ਜਾਂਦੇ ਆ, ਵਿੱਚ ਪਾਇਆ ਕਦੇ ਹੈ ਨਹੀਂ, ਜਦੋਂ ਚੱਕਿਆ ਤੇ ਕਰਾਮਾਤ ਖਤਮ ਹੋ ਗਈ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਲਲਾਰੀ ਨੂੰ ਮਹਾਰਾਜ ਨੇ ਐਡੀਆਂ ਬਖਸ਼ਿਸ਼ਾਂ ਕੀਤੀਆਂ ਤੇ ਉਹ ਜਦੋਂ ਤੱਕ ਉਹਦੀ ਜੀਵਨ ਰਿਹਾ ਉਹ ਸਤਿਗੁਰੂ ਦਾ ਬਚਨ ਪੂਰਾ ਹੁੰਦਾ ਰਿਹਾ। ਫਿਰ ਸਾਧ ਸੰਗਤ ਸਤਿਗੁਰਾਂ ਨੇ, ਉਦੋਂ ਮਸ਼ੀਨਾਂ ਨਹੀਂ ਸੀ ਹੁੰਦੀਆਂ, ਹੱਥੋਂ ਹੱਥੀ ਗੁਲਾਬਾ ਪੰਜਾਬਾ 2 ਜਾਣੇ ਉਹਨਾਂ ਦੇ ਘਰ ਵਾਲੀਆਂ, ਤਿੰਨੇ ਸਿੰਘ
ਇਕੱਠਿਆਂ ਨੇ ਰਲ ਕੇ ਉਹਦੇ ਸਾਧ ਸੰਗਤ ਜੀ ਗਿੱਠਾਂ ਨਾਲ ਮਿਣ ਕੇ ਕੱਪੜੇ ਕਰਕੇ ਸੂਈ ਧਾਗੇ ਦੇ ਨਾਲ 4 ਚੋਲੇ ਤਿਆਰ ਕੀਤੇ ਨੀਲੇ ਰੰਗ ਦੇ। ਤੇ ਉਸੇ ਸਮੇਂ ਸਤਿਗੁਰੂ ਜੀ ਉੱਥੋਂ ਜਾਣ ਦੀ ਤਿਆਰੀ ਕਰਦੇ ਐ। ਸਵੇਰੇ ਸਵੇਰੇ ਪੰਜਾਬਾ ਕਿਤੇ ਬਾਹਰ ਆਪਦੇ ਖੇਤਾਂ ਵੱਲ ਗੇੜਾ ਮਾਰਨ ਜਾਂਦਾ ਹੈ ਤੇ ਗੁਰੂ ਸਾਹਿਬ ਨੇ ਘਰੋਂ ਜਾਣਾ ਹੁੰਦਾ ਹੈ। ਰਸਤੇ ਵਿੱਚ ਉਹਨੂੰ 2 ਪਠਾਨ ਮੁਸਲਮਾਨ ਗਣੀ ਖਾਂ ਤੇ ਨਵੀ ਖਾਂ ਮਿਲ ਜਾਂਦੇ ਹੈ। ਸਾਧ ਸੰਗਤ ਗਣੀ ਖਾਂ ਤੇ ਨਵੀ ਖਾਂ ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਘੋੜਿਆਂ ਦਾ ਵਪਾਰ ਕਰਦੇ ਸੀ। ਮਹਾਰਾਜ ਨੂੰ ਮਿਲਦੇ ਨੇ। ਇਹਨਾਂ ਨੂੰ ਵੀ ਪਤਾ ਲੱਗਿਆ ਖਬਰ ਵੀ ਮਹਾਰਾਜ ਮਾਸੀਵਾੜੇ ਦੇ ਇਲਾਕੇ ਵਿੱਚ ਆਏ ਹੋਏ ਨੇ। ਇੱਥੇ ਕਿਤੇ ਨੇ ਇਹਨਾਂ ਨੇ ਪੰਜਾਬੀ ਨੂੰ ਪੁੱਛ ਲਿਆ, ਪੰਜਾਬੀ ਅਸੀਂ ਸੁਣਿਆ ਵੀ ਮਹਾਰਾਜ ਇਸ ਏਰੀਏ ਵਿੱਚ ਆਇਆ, ਕੋਈ ਖਬਰ ਲੱਗੀ ਉਹਨਾਂ ਦੀ ਕਿੱਥੇ ਹੈ? ਪਹਿਲਾਂ ਤਾਂ ਕਹਿੰਦਾ ਵੀ ਨਹੀਂ ਮੈਨੂੰ ਤਾਂ ਪਤਾ ਨਹੀਂ, ਡਰ ਗਿਆ ਵੀ ਇਹ ਫੜਾ ਨਾ ਦੇਵੇ। ਤੇ ਕਹਿੰਦੇ ਉਹਨੇ ਕਿਹਾ, ਕਹਿੰਦਾ ਵੀ ਪੰਜਾਬੀਆ ਜੇ ਕਿਤੇ ਮਹਾਰਾਜ ਇਸ ਇਲਾਕੇ 'ਚ ਕਿਤੇ ਮੈਨੂੰ ਮਿਲ ਜਾਣ ਨਾ, ਮੈਂ ਆਪਣੇ ਘਰ ਲਿਆ ਕੇ ਸੇਵਾ ਕਰਾਂ, ਭਾਵੇਂ ਗੌਰਮੈਂਟ ਸਰਕਾਰ ਮੇਰਾ ਪਰਿਵਾਰ ਖਤਮ ਕਰ ਦੇਵੇ, ਮੈਂ ਗੁਰੂ ਦੀ ਸੇਵਾ ਕਰਾਂਗਾ। ਫਿਰ ਪੰਜਾਬੀ ਨੇ ਕਿਹਾ ਡਰਦੇ ਹੋਏ ਦੱਸਿਆ ਵੀ ਸੱਚ ਦੱਸਾਂ ਗੁਰੂ ਤਾਂ ਮੇਰੇ ਘਰ ਵਿੱਚ ਹੀ ਆ, ਮੈਂ ਉਹਨੂੰ ਘਰੋਂ ਕੱਢਣ ਨੂੰ ਫਿਰਦਾ। ਗਣੀ ਖਾਂ ਨਵੀ ਖਾਂ ਦੇਖੋ ਉਹ ਹੁਣ ਸਿੱਖ ਨੇ ਤੇ ਉਹ ਮੁਸਲਮਾਨ ਹੈ, ਕਿਉਂਕਿ ਜੇ ਆਪਾਂ ਦੇਖੀਏ ਗੁਰੂ ਦਾ ਕਿਸੇ ਧਰਮ ਨਾਲ ਵੈਰ ਨਹੀਂ ਹੈ। ਗੁਰੂ ਦਾ ਵੈਰ ਸੀ ਜ਼ੁਲਮ ਨਾਲ। ਜ਼ੁਲਮ ਭਾਵੇਂ ਸਿੱਖ ਕਰੇ ਤੇ ਭਾਵੇਂ ਹਿੰਦੂ ਕਰੇ ਤੇ ਭਾਵੇਂ ਕਰੇ ਮੁਸਲਮਾਨ। ਜੇ ਹੁਣ ਸਿੱਖ ਹਿੰਦੂ ਧਰਮ ਦਾ ਰੌਲਾ ਹੁੰਦਾ ਤੇ ਸਤਿਗੁਰੂ ਜੀ ਹੁਣ ਸਿੱਖਾਂ ਦੇ ਘਰ ਵਿੱਚ ਬੈਠੇ ਨੇ, ਸਿੱਖ ਕੱਢਣ ਨੂੰ ਫਿਰਦੇ ਆ ਤੇ ਮੁਸਲਮਾਨ ਘਰ ਰੱਖਣ ਨੂੰ ਫਿਰਦੇ ਆ। ਇਸ ਕਰਕੇ ਗੁਰੂ ਦਾ ਪਿਆਰ ਹੈ ਹਰ ਇੱਕ ਸਿੱਖ ਨਾਲ, ਕਿਸੇ ਧਰਮ ਨਾਲ ਵੈਰ ਨਹੀਂ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ। ਗਣੀ ਖਾਂ ਕਹਿੰਦਾ ਪੰਜਾਬੀਆ ਵੇਖੀ ਕਿਤੇ ਗੁਰੂ ਨੂੰ ਘਰੋਂ ਭੇਜ ਨਾ ਦੇਵੀਂ, ਅਸੀਂ ਤੇਰੇ ਘਰੋਂ ਆਪਣੇ ਘਰ ਲੈ ਆਵਾਂਗੇ। ਫਿਰ ਸਾਧ ਸੰਗਤ ਜੀ ਉਹ ਦੋਹੇ ਭਰਾ ਦੂਜੇ ਭਰਾ ਨੂੰ ਦੱਸਦਾ ਨਵੀ ਖਾਂ ਨੂੰ, ਤੇ ਉਹ ਤਿਆਰ ਹੋ ਕੇ ਘਰੋਂ ਗੁਰੂ ਸਾਹਿਬ ਨੂੰ ਗੁਲਾਬੇ ਪੰਜਾਬੇ ਦੇ ਘਰੋਂ ਆਪਣੇ ਘਰ ਲੁਕਵਾ ਕੇ ਚੋਰੀ ਉਹ ਨੀਲੇ ਵਸਤਰ ਪਾਏ ਹੋਏ ਨੇ ਉਹ ਪਵਾ ਕੇ ਆਪਣੇ ਘਰ ਲੈ ਜਾਂਦੇ ਆ। ਉਹਦੇ ਘਰ ਜਾ ਕੇ ਫਿਰ ਸਾਧ ਸੰਗਤ ਜੀ ਹੁਣ ਉਹਨਾਂ ਦੇ ਘਰ ਵਿੱਚ ਸਤਿਗੁਰੂ ਜੀ 2 ਦਿਨ ਤੇ 2 ਰਾਤਾਂ ਰਹੇ ਆ। ਉੱਥੇ ਵੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਉਹਨਾਂ ਦੇ ਘਰ ਦੇ ਵਿੱਚ, ਜਿੱਥੇ ਮਹਾਰਾਜ ਰਹੇ ਨੇ। ਉਹਨਾਂ ਨੇ ਸਤਿਗੁਰੂ ਜੀ ਦੀ ਬੜੀ ਸੇਵਾ ਕੀਤੀ ਹੈ। ਗੁਲਾਬਾ ਪੰਜਾਬਾ ਤਾਂ ਡਰ ਕੇ ਆਪਣੇ ਘਰ ਵਾਪਸ ਆ ਗਏ ਨੇ। ਹੁਣ ਗਣੀ ਖਾਂ ਤੇ ਨਵੀ ਖਾਂ, ਹੁਣ ਇਹ ਸਾਧ ਸੰਗਤ ਜੀ ਸਾਰਿਆਂ ਦਾ ਆਪਸ ਵਿੱਚ ਰਿਸ਼ਤੇਦਾਰੀਆਂ ਮਿਲਦੀਆਂ। ਜਦੋਂ ਮਹਾਰਾਜ ਪਹਿਲਾਂ ਆਏ ਆ ਸਰਸਾ ਪਾਰ ਕਰਕੇ, ਉਦੋਂ ਆਏ ਸੀ ਪਿੰਡ ਕੋਟਲਾ। ਕੋਟਲੇ ਦਾ ਸੀ ਇੱਕ ਨਿਹੰਗ ਖਾਂ, ਜਿਹਦੇ ਘਰ ਸਤਿਗੁਰੂ ਜੀ ਭਾਈ ਬਚਿੱਤਰ ਸਿੰਘ ਨੂੰ ਛੱਡ ਕੇ ਆਏ ਸੀ। ਬਚਿੱਤਰ ਸਿੰਘ ਨੂੰ ਉਹਦੇ ਘਰ ਛੱਡ ਕੇ ਆ ਗਏ ਤੇ ਮਹਾਰਾਜ ਆਪ ਉੱਥੋਂ ਚਲੇ ਗਏ। ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਸੀ। ਨਿਹੰਗ ਖਾਂ ਕੋਟਲੇ ਵਾਲੇ ਦੀ ਇੱਕ ਲੜਕੀ ਸੀ ਜਵਾਨ 20-22 ਸਾਲ ਦੀ। ਹੁਣ ਫੌਜਾਂ ਨੂੰ ਸਾਧ ਸੰਗਤ ਜੀ ਘੋੜਿਆਂ ਦੇ ਪੈੜਾਂ ਤੋਂ ਪਤਾ ਲੱਗ ਜਾਂਦਾ। ਜਿੱਥੇ 25-30 ਘੋੜੇ ਇਕੱਠੇ ਆਏ ਹੋਣ ਤੇ ਉਹ ਧਰਤੀ ਪੱਟੀ ਜਾਂਦੀ ਹੈ। ਉਹਦੇ ਪੈੜਾਂ ਦੇ ਮਗਰ ਦੇਖਦੇ ਨਿਹੰਗ ਖਾਂ ਦੇ ਘਰ ਪੁਲਿਸ ਵਾਲੇ ਉਹ ਸਾਰੇ ਫੌਜ ਵਾਲੇ ਆ ਗਏ। ਆ ਕੇ ਪੁੱਛਦੇ ਵੀ ਤੇਰੇ ਘਰ ਦੇ ਵਿੱਚ ਗੁਰੂ ਆਇਆ ਵਾ? ਉਹ ਕਹਿੰਦਾ ਵੀ ਨਹੀਂ। ਕੋਈ ਗੁਰੂ ਕਾ ਸਿੰਘ? ਉਹ ਕਹਿੰਦਾ ਨਹੀਂ। ਕਹਿੰਦੇ ਵੀ ਤੇਰੇ ਘਰ ਦੀ ਤਲਾਸ਼ੀ ਲੈਣੀ ਆ। ਹੁਣ ਕਮਰੇ ਵਿੱਚ ਪਿਆ ਸੀ ਭਾਈ ਬਚਿੱਤਰ ਸਿੰਘ, ਜ਼ਖਮੀ ਹੋਇਆ। ਹੁਣ ਨਿਹੰਗ ਖਾਂ ਆਪਣੀ ਪੱਧਰੀ ਆਪਣੀ ਬੇਟੀ ਨੂੰ ਕਹਿੰਦਾ ਵੀ ਬੇਟੀ ਤੂੰ ਉਹ ਸਿੰਘ ਵਾਲੇ ਕਮਰੇ 'ਚ ਜਾ ਕੇ ਬੈਠ ਜਾ, ਅੰਦਰੋਂ ਦਰਵਾਜ਼ਾ ਬੰਦ ਕਰ ਲਈ, ਜੇ ਕੋਈ ਪੁੱਛੂਗਾ ਮੈਂ ਕਹਾਂਗਾ ਮੇਰਾ ਜਵਾਈ ਆਇਆ ਹੋਇਆ। ਸਾਧ ਸੰਗਤ ਫੌਜ ਚੈੱਕ ਕਰਦੀ ਆ। ਜਦੋਂ ਉਸ ਕਮਰੇ ਜਾ ਕੇ ਬਾਹਰ ਖੜਕਾਉਂਦੇ ਆ ਵੀ ਆਹ ਕਮਰਾ ਖੋਲ੍ਹੋ, ਨਿਹੰਗ ਖਾਂ ਕਹਿੰਦਾ ਵੀ ਇਸ ਕਮਰੇ ਵਿੱਚ ਤਾਂ ਮੇਰੀ ਧੀ ਤੇ ਮੇਰਾ ਜਵਾਈ ਪਏ ਆ। ਉਦੋਂ ਬਹੁਤ ਵੱਡੀ ਇੱਜ਼ਤ ਹੁੰਦੀ ਸੀ। ਉਹ ਸਾਧ ਸੰਗਤ ਬਾਹਰ ਨਹੀਂ ਸੀ ਖੋਲ੍ਹਦਾ। ਕਹਿੰਦੇ ਵੀ ਸਾਨੂੰ ਕਿਵੇਂ ਯਕੀਨ ਆਵੇਗਾ? ਨਿਹੰਗ ਖਾਂ ਨੇ ਆਵਾਜ਼ ਮਾਰੀ, ਕਰੋ ਪੁੱਤਰੀ ਬੋਲ। ਅੰਦਰੋਂ ਬੋਲਦੀ ਆ, ਹਾਂ ਪਿਤਾ ਜੀ ਆਰਾਮ ਕਰਦੇ ਆ। ਪੁਲਿਸ ਵਾਲਿਆਂ ਨੂੰ ਯਕੀਨ ਹੋਇਆ, ਵਾਪਸ ਮੁੜ ਗਏ। ਉਸ ਤੋਂ ਬਾਅਦ ਸਾਧ ਸੰਗਤ ਜੀ ਫਿਰ ਭਾਈ ਬਚਿੱਤਰ ਸਿੰਘ ਜੀ ਉੱਥੇ ਸ਼ਹੀਦੀ ਪਾ ਜਾਂਦਾ ਹੈਗਾ। ਫਿਰ ਉਹ ਲੜਕੀ ਨੇ ਸਾਰੀ ਉਮਰ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ। ਅੱਜ ਵੀ ਉਹਦਾ ਨਾਮ ਸੀ ਮੁਮਤਾਜ। ਰੋਪੜ ਜਿੱਥੇ ਗੁਰਦੁਆਰਾ ਭੱਠਾ ਸਾਹਿਬ ਆ ਉਹ ਤੋਂ ਨੇੜੇ ਉਹਦਾ ਘਰ ਬਣਿਆ। 110 ਕੇ 12 ਸਾਲ ਦੀ ਉਮਰ ਭੋਗੀ ਉਹਨੇ। ਉਹਦੇ ਪਿਤਾ ਨੇ ਕਿਹਾ ਵੀ ਬੱਚੀ ਤੇਰਾ ਵਿਆਹ ਕਰਦੀ ਹੈ। ਜਦੋਂ ਉਹ ਕਹਿਣ ਲੱਗੀ ਅੱਬਾ ਤੂੰ ਤੇ ਆਪਣੇ ਮੂੰਹ ਤੋਂ ਬੋਲ ਕੇ ਕਹਿਤਾ ਸੀ ਵੀ ਅੰਦਰ ਮੇਰਾ ਧੀ ਤੇ ਜਵਾਈ ਪਿਆ, ਮੈਂ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਆਪਣੇ ਮਾਣੀ ਮਨ ਵਿੱਚ, ਬਸ ਹੁਣ ਮੈਂ ਕਿਸੇ ਹੋਰ ਨਾਲ ਸ਼ਾਦੀ ਨਹੀਂ ਕਰਾਵਾਂਗਾ। ਸਾਰੀ ਉਮਰ ਉਸ ਲੜਕੀ ਨੇ ਸ਼ਾਦੀ ਨਹੀਂ ਕਰਵਾਈ। ਅੱਜ ਵੀ ਉੱਥੇ ਰੋਪੜ ਪਹਾੜੀਆਂ ਦੇ ਵਿੱਚ ਥੋੜ੍ਹਾ ਜਿਹਾ ਸਾਈਡ 'ਤੇ ਹੈ ਤੇ ਉਹਦਾ ਗੁਰਦੁਆਰਾ ਬਣਿਆ ਹੈ ਬੀਬੀ ਮੁਮਤਾਜ ਦਾ। ਹੁਣ ਜਿਹੜਾ ਇਹ ਸੀ ਸਾਧ ਸੰਗਤ ਜੀ ਨਿਹੰਗ ਖਾਂ, ਇਹਦੀ ਕੁੜੀ ਸੀ ਮੁਮਤਾਜ।
ਔਰ ਨਿਹੰਗ ਖਾਂ ਦੀ ਭੂਆ ਵਿਆਹੀ ਹੋਈ ਸੀ ਮਾਸੀਵਾੜੇ। ਉਹ ਭੂਆ ਦੇ ਮੁੰਡੇ ਸੀ ਗਣੀ ਖਾਂ ਤੇ ਨਵੀ ਖਾਂ। ਇਹਨਾਂ ਦੀ ਆਪਸ ਵਿੱਚ ਰਲਦੀ ਸੀ ਰਿਸ਼ਤੇਦਾਰੀ। ਫਿਰ ਮਹਾਰਾਜ ਜੀ ਉਸ ਤੋਂ ਬਾਅਦ ਰਾਏਕੋਟ ਜਾਂਦੇ ਆ, ਇਤਿਹਾਸ ਅੱਗੇ ਆਏਗਾ। ਉੱਥੋਂ ਦਾ ਸੀ ਰਾਏ ਕੱਲਾ। ਰਾਏ ਕੱਲੇ ਦੀ ਕੁੜੀ ਨਿਹੰਗ ਖਾਂ ਦੇ ਮੁੰਡੇ ਨੂੰ ਵਿਆਹੀ ਹੋਈ ਸੀ, ਜਿਸ ਕਰਕੇ ਮਹਾਰਾਜ ਇਹਨਾਂ ਦੇ ਕੋਲੇ ਜਾ ਰੁਕਿਆ। ਇਹ ਸਾਰੇ ਹੀ ਮੁਸਲਮਾਨ ਪਰਿਵਾਰ ਸੀ। ਸੋ ਇਸ ਕਰਕੇ ਮਹਾਰਾਜ ਦਾ ਕਿਸੇ ਜਾਤੀ ਦੇ ਨਾਲ ਕੋਈ ਵੈਰ ਨਹੀਂ ਸੀ। ਉਹਨਾਂ ਦਾ ਵੈਰ ਸੀ ਸਿਰਫ ਜ਼ੁਲਮ ਦੇ ਨਾਲ। ਜ਼ੁਲਮ ਭਾਵੇਂ ਕਿਸੇ ਨੇ ਵੀ ਕੀਤਾ ਹੋਵੇ, ਮਹਾਰਾਜ ਨੇ ਬਖਸ਼ਿਆ ਨਹੀਂ ਗਿਆ। ਜ਼ੁਲਮ ਤੇ ਸਾਧ ਸੰਗਤ ਜੀ ਮਹਾਰਾਜ ਦੇ ਰਹਿਣ ਵਾਲਿਆਂ ਨੇ ਦੇਹਰਾਦੂਨ ਦੀ ਧਰਤੀ ਉੱਪਰ ਜਿਹੜੇ ਮਹਾਰਾਜ ਦੇ ਮਸੰਦ ਸੀ, ਮਸੰਦ ਇੰਨੇ ਜ਼ਿਆਦਾ ਵਿਗੜ ਚੁੱਕੇ ਸੀ ਸਾਧ ਸੰਗਤ ਜੀ, ਬਹੁਤ ਮਾੜੇ ਮਾੜੇ ਕਰਮ ਕਰਦੇ ਸੀ। ਇਸ ਗੱਲ ਦਾ ਪਤਾ ਲੱਗ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਦੇਹਰਾਦੂਨ ਦੇ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ। ਉੱਥੇ ਸਾਰੇ ਮਸੰਦਾਂ ਨੂੰ ਇਕੱਠੇ ਕਰ ਲਿਆ। ਮਹਾਰਾਜ ਕਹਿੰਦੇ ਵੀ ਜਿੰਨੇ ਵੀ ਮਸੰਦ ਹੈ ਉਹ ਹੁਣ ਸਾਰੇ ਸਿੱਖ ਸੀ, ਉਹ ਜਿਹੜੇ ਪ੍ਰਚਾਰ ਕਰਦੇ ਸੀ, ਸੇਵਾ ਸੰਭਾਲ ਕਰਦੇ ਸੀ, ਪਰ ਕਰਮ ਮਾੜੇ ਕਰਦੇ ਸੀ। ਕਹਿੰਦੇ ਇਹ ਉੱਥੇ ਸਾਰੇ ਸੁਨੇਹੇ ਪਹੁੰਚਾਏ ਤੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਿਆਂ ਨੂੰ ਸਰੂਪੇ ਦੇਣੇ ਆ। ਸਰੂਪੇ ਦੇ ਚਾਅ ਦੇ ਵਿੱਚ ਸਾਧ ਸੰਗਤ ਸਾਰੇ ਪਹੁੰਚ ਗਏ ਉੱਥੇ। ਮਹਾਰਾਜ ਨੇ ਇੱਕ ਤੰਬੂ ਦਵਾਇਆ, ਤੰਬੂ ਦੇ ਸਾਰੇ ਪਾਸਿਓਂ ਬੰਦ ਕਰ ਲਿਆ। ਇੱਕ ਮੂਹਰੇ ਗੇਟ ਰੱਖਿਆ, ਗੇਟ ਵਿੱਚ ਦੋ ਸਿੰਘ ਖੜੇ ਨੇ। ਮਹਾਰਾਜ ਨੇ ਉਹਨੂੰ ਕਹਿੰਦੇ ਵੀ ਸਾਰੇ ਲਾਈਨ ਵਿੱਚ ਖੜ੍ਹ ਜਾਓ, ਕੱਲਾ ਕੱਲਾ ਅੰਦਰ ਵੜਿਓ, ਅੰਦਰੋਂ ਸਰੂਪੇ ਦੇਵਾਂਗੇ। ਸਾਧ ਸਿੰਘ ਸਰੂਪਿਆਂ ਦੇ ਚਾਅ ਦੇ ਨਾਲ ਵੀ ਮਹਾਰਾਜ ਆਏ ਨੇ। ਮਹਾਰਾਜ ਤੇ ਮੂਹਰਾਂ ਵੱਟਦੇ ਸੀ ਸੋਨੇ ਦੀਆਂ, ਹੀਰੇ ਮੋਤੀ, ਵੀ ਅੱਜ ਤੇ ਪਤਾ ਨਹੀਂ ਕੀ ਕੀ ਪਦਾਰਥ ਮਿਲੇਗਾ। ਲੈਣਾ ਲੱਗ ਗਈਆਂ ਮੂਹਰੇ। ਸਾਧ ਸੰਗਤ ਜੀ ਸਿੰਘ ਇੱਕ ਸਿੰਘ ਅੰਦਰ ਭੇਜਦੇ ਆ ਤੇ ਉਹ ਪਰਦਾ ਬੰਦ ਕਰ ਲੈਂਦੇ ਆ। ਅੰਦਰ ਕੀ ਸੀ? ਅੰਦਰ ਤੇਲ ਦੇ ਕੜਾਹੇ ਉਬਲਦੇ ਚੱਕ ਕੇ ਕੜਾਹੇ ਵਿੱਚ ਮਾਰਦੇ ਸੀ, ਤਲ ਦਿੰਦੇ ਸੀ। ਇਹੋ ਜਿਹੀਆਂ ਸਜ਼ਾਵਾਂ ਦਿੱਤੀਆਂ ਗੁਰੂ ਸਾਹਿਬ ਨੇ ਆਪਦੇ ਸਿੱਖਾਂ ਨੂੰ ਵੀ। ਭਾਵ ਕੀ ਸੀ? ਮਹਾਰਾਜ ਦਾ ਕਿਸੇ ਵੀ ਧਰਮ ਨਾਲ ਵੈਰ ਨਹੀਂ ਸੀ। ਉਹਨਾਂ ਦਾ ਵੈਰ ਸੀ ਜ਼ੁਲਮ ਨਾਲ। ਜ਼ੁਲਮ ਭਾਵੇਂ ਸਿੱਖ ਨੇ ਕੀਤਾ, ਜ਼ੁਲਮ ਭਾਵੇਂ ਹਿੰਦੂ ਨੇ ਕੀਤਾ, ਤੇ ਜ਼ੁਲਮ ਭਾਵੇਂ ਮੁਸਲਮਾਨ ਨੇ ਕੀਤਾ। ਹੁਣ ਜੇ ਇਸ ਤਰ੍ਹਾਂ ਨਾਲ ਵੇਖਦੇ ਹਾਂ ਸਾਧ ਸੰਗਤ ਜੀ, ਸਭ ਤੋਂ ਭੈੜਾ ਆਪਾਂ ਮੰਨਦੇ ਹਾਂ ਗੰਗੂ ਨੂੰ। ਗੰਗੂ ਨਾਲ ਪਾਪੀ ਸ਼ਬਦ ਲੱਗ ਗਿਆ। ਜਦੋਂ ਉਹ ਕੋਈ ਗੱਲ ਕਰੇਗਾ ਇਹੀ ਕਹੇਗਾ ਗੰਗੂ ਪਾਪੀ। ਹੁਣ ਉਹ ਹਿੰਦੂ ਧਰਮ ਦਾ। ਹੁਣ ਉਸੇ ਹੀ 2 ਦਿਨ ਬਾਅਦ ਭਾਈ ਟੋਡਰ ਮੱਲ ਜਿਹੜਾ ਹੈ ਉਹ ਵੀ ਇੱਕ ਹਿੰਦੂ ਆ, ਤੇ ਉਹ ਸਾਹਿਬਜ਼ਾਦਿਆਂ ਵਾਸਤੇ ਸਰਹੰਦ ਦੇ ਵਿੱਚ ਜਗ੍ਹਾ ਨਹੀਂ ਸੀ ਦਿੱਤੀ। ਫਤਿਹਗੜ੍ਹ ਸਾਹਿਬ ਮੁੱਲ ਜਗ੍ਹਾ ਲੈ ਕੇ ਸਾਧ ਸੰਗਤ ਜੀ ਉਸ ਟਾਈਮ ਜਿਹੜੀ ਉਹ ਕੀਮਤ ਗਿਣੀ ਗਈ ਆ ਨਾ, ਆਪਾਂ ਨੂੰ ਤਾਂ ਗਿਣਤੀ ਵੀ ਨਹੀਂ ਹੋਣੀ ਹੁੰਦੀ ਵੀ 2 ਅਰਬ 50 ਕਰੋੜ ਇਸ ਤਰ੍ਹਾਂ ਕੋਈ ਉਹਦੀ ਗਿਣਤੀ ਆ। ਆਪਾਂ ਤਾਂ ਲੱਖਾਂ ਤੱਕ ਜਾਣਦੇ, ਉਸ ਤੋਂ ਬਾਅਦ ਲੱਖਾਂ ਤੋਂ ਬਾਅਦ ਕਰੋੜ, ਫਿਰ ਅਰਬ ਖਰਬ ਸ਼ੁਰੂ ਹੋ ਜਾਂਦੇ ਆ। ਵੀ ਇੰਨੀ ਮਹਿੰਗੀ ਜਗ੍ਹਾ ਭਾਈ ਟੋਡਰ ਮੱਲ ਨੇ ਖਰੀਦੀ। ਹੁਣ ਟੋਡਰ ਮੱਲ ਵੀ ਹਿੰਦੂ ਸੀ। ਜੇ ਮਹਾਰਾਜ ਦਾ ਹਿੰਦੂ ਧਰਮ ਨਾਲ ਵੈਰ ਹੁੰਦਾ ਤੇ ਉਹਨਾਂ ਦੀ ਖਾਤਰ ਆਪਣਾ ਪਿਤਾ ਵੀ ਤੋਰਿਆ। ਇਸ ਕਰਕੇ ਮਹਾਰਾਜ ਨੇ ਕਿਸੇ ਵੀ ਧਰਮ ਨਾਲ ਵੈਰ ਨਹੀਂ ਕੀਤਾ। ਉਹਨਾਂ ਦਾ ਵੈਰ ਸੀ ਸਿਰਫ ਜਿਹੜੇ ਜ਼ੁਲਮ ਕਰਦੇ ਸੀ। ਗੰਗੂ ਨੇ ਜ਼ੁਲਮ ਕੀਤਾ ਤੇ ਉਹਨੂੰ ਉਹੋ ਜਿਹਾ ਫਲ ਮਿਲਿਆ, ਪਾਗਲ ਹੋਇਆ, ਕੁੱਟਿਆ, ਮਾਰਿਆ ਗਿਆ। ਤੇ ਟੋਡਰ ਮੱਲ ਨੇ ਸਾਧ ਸੰਗਤ ਦੀ ਸੇਵਾ ਕੀਤੀ ਹੈ। ਤੇ ਅੱਜ ਦੇ ਲੋਕ ਜਾਂਦੇ ਆ ਤੇ ਟੋਡਰ ਮੱਲ ਨੂੰ ਵੀ ਨਾਲ ਜਾ ਕੇ ਨਮਸਕਾਰ ਕਰਦੇ ਆ। ਮੋਤੀ ਮਹਿਰਾ ਜੀ ਨੇ ਮਾਤਾ ਜੀ ਨੂੰ ਤੇ ਪੁੱਤਰਾਂ ਨੂੰ ਦੁੱਧ ਪਿਆਇਆ 2 ਦਿਨ, ਤੇ ਉਹਦਾ ਸਾਰਾ ਪਰਿਵਾਰ ਹੀ ਖਤਮ ਕਰ ਦਿੱਤਾ ਵੈਰੀਆਂ ਨੇ। ਪੋਲੂ ਵਿੱਚ ਪੀੜਿਆ। ਪੋਲੂ ਹੁੰਦਾ ਜਿਵੇਂ ਆਪਣੇ ਨਾ ਗੰਨੇ ਦਾ ਜੂਸ ਕੱਢਦੇ ਆ, ਗੰਨਾ ਵਿੱਚ ਪਾਉਂਦੇ ਆ, ਉਹ 2 ਵੇਲਣੇ ਚੱਲਦੇ ਆ ਤੇ ਕਿਸ ਤਰ੍ਹਾਂ ਉਹ ਪੀੜੇ ਜਾਂਦੇ ਆ, ਇਸ ਤਰ੍ਹਾਂ ਵਿੱਚ ਪੀੜੇ ਸੀ ਪਾ ਕੇ ਉਹ। ਇਸ ਕਰਕੇ ਸਾਧ ਸੰਗਤ ਜੀ ਗੁਰੂ ਜੀ ਦਾ ਵੀ ਕਿਸੇ ਨਾਲ ਧਰਮ ਨਾਲ ਵੈਰ ਨਹੀਂ ਸੀ। ਗੁਰੂ ਸਭ ਧਰਮਾਂ ਦੇ ਪਿਆਰ ਕਰਦੇ ਸੀ, ਸਾਂਝੇ ਸੀ। ਪਰ ਜਿਹੜਾ ਵੀ ਜ਼ੁਲਮ ਕਰਦਾ ਸੀ ਉਹਦਾ ਸਤਿਗੁਰਾਂ ਨੇ ਖਤਮ ਕੀਤਾ ਹੈ। ਸੋ ਸਮਾਂ ਹੋ ਚੁੱਕਿਆ ਹੈ। ਕੱਲ੍ਹ ਦਾ ਦਿਨ ਆਪਣੇ ਕੋਲ ਇੱਕ ਹੋਰ ਬਾਕੀ ਹੈ। ਕੱਲ੍ਹ ਨੂੰ ਆਪਾਂ ਸਾਧ ਸੰਗਤ ਜੀ ਇਤਿਹਾਸ ਅੱਗੇ ਜੋ ਸਤਿਗੁਰੂ ਜੀ ਬਾਸੀਵਾੜੇ ਦੇ ਵਿੱਚ ਗਣੀ ਖਾਂ ਤੇ ਨਵੀ ਖਾਂ ਦੇ ਘਰ ਆਏ ਹੋਏ ਨੇ, ਉੱਥੋਂ ਫਿਰ ਮਹਾਰਾਜ ਜੀ ਅੱਗੇ ਉੱਚ ਦੇ ਪੀਰ ਬਣ ਕੇ ਫਿਰ ਅੱਗੇ ਨੂੰ ਨਿਕਲਦੇ ਆ। ਜਿੱਥੋਂ ਤੱਕ ਅੱਗੇ ਇਤਿਹਾਸ ਆਪਾਂ ਕੱਲ੍ਹ ਤੱਕ ਫਿਰ ਸਰਵਣ ਕਰਾਂਗੇ। ਅਖੀਰਲਾ ਇੱਕ ਦਿਨ ਆਪਣੇ ਕੋਲੇ ਬਚਿਆ ਹੈ। ਸੋ ਇਸੇ ਤਰ੍ਹਾਂ ਹੀ ਹਮ ਹਮਾ ਕੇ ਪਿਆਰ ਭਾਵਨਾ ਨਾਲ ਆਪਾਂ ਗੁਰੂ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਨਾ ਹੈ। ਆਪਾਂ ਅੱਗੇ ਵੀ ਵਿਚਾਰ ਕਰਦੇ ਹਾਂ ਵੀ ਆਪਾਂ ਉਹਨਾਂ ਵਰਗੇ ਤੇ ਨਹੀਂ ਬਣ ਸਕਦੇ, ਕਿਉਂਕਿ ਜੇ ਕਿ ਨਾ 1% ਵੀ ਆਪਾਂ ਉਹਨਾਂ ਵਰਗੇ ਨਹੀਂ ਬਣ ਸਕਦੇ। ਪਰ ਇੰਨਾ ਹੀ ਆ ਵੀ ਉਹਨਾਂ ਯਾਦ ਵਿੱਚ ਜੁੜ ਜਾਈਏ, ਇੰਨਾ ਹੀ ਬਹੁਤ ਹੈ ਕਿ ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਰੱਖੀਏ। 25 ਤਰੀਕ ਹੁੰਦੀ ਹੈ ਸਾਧ ਸੰਗਤ ਜੀ, ਕ੍ਰਿਸਮਸ ਤਾਂ ਹਰ ਇੱਕ ਨੂੰ ਯਾਦ ਹੁੰਦਾ ਹੈ, ਪਰ ਸਾਹਿਬਜ਼ਾਦੇ ਸ਼ਹੀਦ ਹੋਇਆ ਕਿਸੇ ਨੂੰ ਯਾਦ ਨਹੀਂ ਹੁੰਦਾ। ਅਗਲੇ ਸਮੇਂ ਸੁਣਿਆ ਹੀ ਹੈ ਬਜ਼ੁਰਗਾਂ ਦੇ ਕੋਲੋਂ, ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਵੀ ਜਿਹੜਾ ਇੱਕ ਹਫ਼ਤਾ ਹੁੰਦਾ ਸੀ ਨਾ
6 ਪੋਹ ਤੋਂ ਲੈ ਕੇ 13 ਪੋਹ ਤੱਕ ਘਰ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਸੀ ਕਰਦਾ ਹੁੰਦਾ। ਕਿਸੇ ਦਾ ਵਿਆਹ ਸ਼ਾਦੀ ਮੰਗਣਾ ਇਸ ਦਿਨਾਂ ਵਿੱਚ ਨਹੀਂ ਸੀ ਕਰਦੇ। ਇਹਨਾਂ ਲੋਕਾਂ ਦੇ ਅੰਦਰ ਵਿਰਾਗ ਸੋਗ ਹੁੰਦਾ ਸੀ ਵੀ ਇਸ ਦਿਨ ਵਿੱਚ ਮੇਰੇ ਸਤਿਗੁਰੂ ਨੇ ਆਪਣੇ 4 ਪੁੱਤਰ ਵਾਰਤੇ, ਅਸੀਂ ਆਪਣੇ ਪੁੱਤ ਦੀ ਜੰਝ ਚੜ੍ਹਦੇ ਹਾਂ। ਇੰਨਾ ਵਿਰਾਗ ਲੋਕਾਂ ਅੰਦਰ ਹੁੰਦਾ ਸੀ ਕਿ ਆ ਇੱਕ ਹਫ਼ਤਾ ਕੋਈ ਵੀ ਕਰਨੇ। ਹੋਰ ਮਹਾਂਪੁਰਖਾਂ ਤੋਂ ਸੁਣਿਆ ਸੀ ਵੀ ਜਿਸ ਦਿਨ ਮਾਤਾ ਗੁਜਰੀ ਤੇ ਸਾਹਿਬਜ਼ਾਦੇ 12 ਪੋਹ ਤੇ 13 ਪੋਹ, ਇਹ 2 ਦਿਨ ਜਿਹੜੇ ਬਣਦੇ ਆ, ਕਿਉਂਕਿ ਇੱਕ ਇਹ ਬੜਾ ਵੱਡਾ ਭੁਲੇਖਾ ਲੱਗਦਾ। ਗੁਰੂ ਸਾਹਿਬ ਦਾ ਜਿੰਨਾ ਕੁਛ ਹੋਇਆ, ਹੁਣ ਆਪਾਂ ਪੋਹ ਦੇ ਹਿਸਾਬ ਨਾਲ ਚੱਲਦੇ ਆ, ਉਹ ਆਪਾਂ ਉਹਨੂੰ ਵੇਖਦੇ ਹਾਂ ਦਸੰਬਰ ਦੇ ਹਿਸਾਬ ਨਾਲ। ਉਦੋਂ ਦਸੰਬਰ ਹੈ ਹੀ ਨਹੀਂ ਸੀ ਜਦੋਂ ਮਾਤਾ ਗੁਜਰੀ ਜਾਏ ਕੁਛ, ਉਦੋਂ ਦਸੰਬਰ ਤਾਂ ਇਹ ਤਾਂ ਬਾਅਦ ਵਿੱਚ ਚਾਲੂ ਹੋਏ ਨੇ। ਉਦੋਂ ਤਾਂ ਇਹੀ ਸੀ ਪੋਹ ਮਾਘ ਫੱਗਣ ਅੱਸੂ ਕੱਤਾ, ਇਹ ਚੀਜ਼ਾਂ ਚੱਲਦੀਆਂ ਹੁੰਦੀਆਂ ਸੀ। ਇਸ ਕਰਕੇ ਉਹਨਾਂ ਦਾ ਇਤਿਹਾਸ ਆ 6 ਪੋਹ ਤੋਂ 13 ਪੋਹ ਦਾ। ਤਰੀਕ ਉਹ ਬਦਲਦੀ ਰਹਿੰਦੀ ਆ, ਕਦੇ 21 ਦਸੰਬਰ ਹੋ ਗਿਆ, ਕਦੇ 22, ਕਦੇ 23। ਉਹ ਦਸੰਬਰ ਬਦਲਦਾ ਰਹਿੰਦਾ ਪਰ ਪੋਹ ਉਹੀ ਰਹੇਗਾ। ਇਸ ਕਰਕੇ ਉਹ ਇਤਿਹਾਸ ਪੋਹ ਨਾਲ ਸੰਬੰਧਿਤ ਆ ਤੇ ਅੰਗਰੇਜ਼ੀ ਡੇਟਾਂ ਉਹਦੇ ਨਾਲ ਬਦਲਦੀਆਂ ਰਹਿੰਦੀਆਂ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਜਨਮ ਦਿਨ ਪੋਹ 7 ਦਾ, ਹੁਣ ਉਹ ਹੈ ਪੋਹ ਦੇ ਹਿਸਾਬ ਨਾਲ, ਅੰਗਰੇਜ਼ੀ ਦੇ ਨਾਲ ਕਦੇ ਉਹ ਜਨਵਰੀ 'ਚ ਵੀ ਆ ਜਾਂਦਾ, ਕਦੇ ਦਸੰਬਰ 'ਚ ਆ ਜਾਂਦਾ। ਤੇ ਅਸੀਂ ਸੋਚਦੇ ਹਾਂ ਵੀ ਐਂ ਕਿਵੇਂ ਹੋ ਗਿਆ, ਬਦਲੀ ਹੋ ਗਿਆ। ਪਰ ਅਸੀਂ ਜੁੜੇ ਹੋਏ ਹਾਂ ਅੰਗਰੇਜ਼ੀ ਕੈਲੰਡਰਾਂ ਨਾਲ ਤੇ ਸਾਡਾ ਇਤਿਹਾਸ ਜੁੜਿਆ ਹੋਇਆ ਬਿਕਰਮੀ ਕੈਲੰਡਰ ਨਾਲ। ਉਹਨੂੰ ਕਹਿੰਦੇ ਬਿਕਰਮੀ ਕੈਲੰਡਰ, ਇਹ ਆ ਈਸਵੀ ਕੈਲੰਡਰ। ਇਹ ਕੈਲੰਡਰਾਂ ਦਾ ਹਿਸਾਬ ਕਰਕੇ ਅਸੀਂ ਤਰੀਕਾਂ ਦੇ ਚੱਕਰਾਂ ਵਿੱਚ ਹੀ ਬੁੱਧੂ ਬਣੇ ਫਿਰਦੇ ਰਹਿੰਦੇ ਹਾਂ ਵੀ ਅੱਗੇ ਇੰਨੀ ਤਰੀਕ ਸੀ, ਹੁਣ ਇੰਨੀ ਤਰੀਕ ਕਿਉਂ ਆ ਗਈ। ਇਸ ਲਈ ਸਾਡਾ ਇਤਿਹਾਸ ਪੁਰਾਤਨ ਬਿਕਰਮੀ ਕੈਲੰਡਰ ਨਾਲ ਜੁੜਿਆ ਹੋਇਆ ਔਰ ਪੁਰਾਣੇ ਜਿਹੜੇ ਸਾਧ ਸੰਗਤ ਜੀ ਪੋਹ ਮਾਘ ਫੱਗਣ ਉਹਦੇ ਨਾਲ ਤੁਰਿਆ ਹੋਇਆ। ਕਿਉਂਕਿ ਇਸ ਗੱਲ ਦੀ ਸੇਧ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਆ। ਸਾਡਾ ਜਦੋਂ ਮਹੀਨਾ ਸ਼ੁਰੂ ਹੁੰਦਾ, ਅਸੀਂ 12 ਮਾਹਾਂ ਦੇ ਹਿਸਾਬ ਨਾਲ ਚੱਲਦੇ ਹਾਂ। ਸਾਡਾ ਮਹੀਨਾ ਸ਼ੁਰੂ ਹੁੰਦਾ ਉਹਦੇ ਵਿੱਚ ਸਾਧ ਸੰਗਤ ਜੀ ਮਾਰਚ ਤੋਂ। ਅੰਗਰੇਜ਼ੀ ਦੇ ਆਪਾਂ ਡੇਟ ਨਾਲ ਜੁੜੀਏ ਫਿਰ ਸ਼ੁਰੂ ਹੁੰਦਾ ਜਨਵਰੀ ਤੋਂ। ਪਰ ਜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਾਂ ਜੁੜਾਂਗੇ ਤੇ ਫਿਰ ਸਾਡਾ ਨਵਾਂ ਸਾਲ ਸ਼ੁਰੂ ਹੁੰਦਾ ਚੇਤ ਦੇ ਵਿੱਚ। ਉਦੋਂ ਮਾਰਚ ਦਾ ਮਹੀਨਾ ਆ ਜਾਂਦਾ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਕਣਾ, ਉੱਥੋਂ ਸਾਡਾ ਨਵਾਂ ਸਾਲ ਸ਼ੁਰੂ ਹੁੰਦਾ। ਅੰਗਰੇਜ਼ਾਂ ਦਾ ਜਿਹੜਾ ਸਾਲ ਹੈ ਉਹ ਜਨਵਰੀ 1 ਤੋਂ ਸ਼ੁਰੂ ਹੋ ਜਾਂਦਾ। ਇਸ ਕਰਕੇ ਸਾਡਾ ਇਹਨਾਂ ਨਾਲ ਮਿਲਾਪ ਨਹੀਂ ਹੈ ਤੇ ਤਰੀਕਾਂ ਦਾ ਫਰਕ ਪੈਂਦਾ ਰਹਿੰਦਾ। ਸਾਡੇ ਜਿੰਨੇ ਇਤਿਹਾਸ ਨੇ ਉਹ ਜੁੜੇ ਹੋਏ ਆ ਕਿ ਪੋਹ ਮਾਘ ਫੱਗਣ ਇਹਨਾਂ ਮਹੀਨਿਆਂ ਦੇ ਨਾਲ, ਪੁਰਾਤਨ ਉਹਨਾਂ ਦੇ ਨਾਲ, ਜਿਸ ਕਰਕੇ ਸਾਨੂੰ ਇਹ ਲੱਗਦਾ ਵੀ ਸ਼ਾਇਦ ਫਰਕ ਪੈ ਗਿਆ, ਦਿਨ ਅੱਗੇ ਪਿੱਛੇ ਹੋ ਜਾਂਦੇ ਆ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਇਹਨਾਂ ਦਿਨਾਂ ਦੇ ਵਿੱਚ ਲੋਕ ਗੱਲ ਚੱਲਦੀ ਜੀ ਵੀ 11 12 ਪੋਹ ਨੂੰ ਮਹਾਂਪੁਰਖਾਂ ਤੋਂ ਸੁਣਿਆ ਵੀ ਲੋਕ ਘਰਾਂ ਦੇ ਵਿੱਚ ਨਾ ਥੱਲੇ ਧਰਤੀ 'ਤੇ ਪੈਂਦੇ ਹੁੰਦੇ ਸੀ। ਜਿਹੜੇ ਬਜ਼ੁਰਗ ਹੁੰਦੇ ਸੀ, ਭਾਵੇਂ ਸੀ ਤੇ ਅਨਪੜ੍ਹ, ਹੁਣ ਅਸੀਂ ਜ਼ਿਆਦਾ ਪੜ੍ਹ ਗਏ ਹਾਂ। ਜੇ ਉਹਨਾਂ ਨੂੰ ਪੁੱਛਦੇ ਸੀ ਨਾ ਵੀ ਇਹ ਮਾਂ ਜਾਂ ਦਾਦਾ ਜਾਂ ਦਾਦੀ ਤੂੰ ਥੱਲੇ ਕਿਉਂ ਪਿਆ, ਉਹ ਅੱਗੇ ਜਵਾਬ ਦਿੰਦੇ ਸੀ, ਪੁੱਤਰ ਆਹ 2 ਰਾਤਾਂ ਮਾਤਾ ਗੁਜਰ ਕੌਰ ਨੇ ਥੱਲੇ ਪੈ ਕੇ ਗੁਜ਼ਾਰੀਆਂ ਸੀ। ਵੀ ਇਹ ਪੁੱਤਰ ਆਹ 2 ਰਾਤਾਂ ਨਾ 7 ਸਾਲ ਦਾ ਸੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ। ਆਪਾਂ 7 ਸਾਲ ਦੇ ਨੂੰ ਕਿਵੇਂ ਲਪੇਟਿਆ ਹੁੰਦਾ ਗਾ ਪੋਹ ਦੇ ਵਿੱਚ, ਕਿੰਨੀ ਠੰਡ ਵਿੱਚ, ਤੇ ਸਾਹਿਬਜ਼ਾਦਾ ਸਿਰਫ ਮਾਤਾ ਦੀ ਗੋਦ ਵਿੱਚ ਪਿਆ ਸੀਗਾ। ਇੱਕ ਪਾਸੇ ਬਾਬਾ ਜ਼ੋਰਾਵਰ ਸਿੰਘ, ਇੱਕ ਪਾਸੇ ਬਾਬਾ ਫਤਿਹ ਸਿੰਘ। ਕਹਿੰਦੇ ਸੀ ਤਾਂ ਵੀ ਉਹ ਫੀਲਿੰਗ ਆਵੇ, ਸਾਨੂੰ ਪਤਾ ਲੱਗੇ ਵੀ ਸਾਡੀ ਮਾਂ ਨੇ ਕਿੱਡੇ ਦੁੱਖ ਝੱਲੇ ਆ। ਸਾਡੇ ਨਿੱਕੇ ਜਿਹੇ ਬਾਬੇ ਨੇ, ਬਾਬਾ ਫਤਿਹ ਸਿੰਘ ਨੇ ਕਿੱਡੇ ਦੁੱਖ ਝੱਲੇ ਆ। ਕਿਵੇਂ ਉਹ ਧਰਤੀ 'ਤੇ ਪਏ ਹੋਣੇ ਆ, ਨਾ ਥੱਲੇ ਵਿਛਾਉਣ ਨੂੰ ਕੱਪੜਾ, ਨਾ ਉੱਪਰ ਲੈਣ ਨੂੰ ਕੱਪੜਾ, ਠੰਡੀ ਹਵਾ ਚੱਲਦੀ ਹੈ, ਐਉਂ ਸਾਧ ਸੰਗਤ ਜੀ ਚੀਰਦੀ ਜਾਂਦੀ ਹੈ ਹਵਾ। ਇਸ ਕਰਕੇ ਪੁਰਾਣੇ ਲੋਕ ਇਸ ਤਰ੍ਹਾਂ ਇਹ ਦਿਨ ਮਨਾਉਂਦੇ ਹੁੰਦੇ ਸੀ ਧਰਤੀ ਉੱਪਰ ਪੈ ਕੇ, ਤੇ ਕੋਈ ਖੁਸ਼ੀ ਦਾ ਦਿਨ ਨਹੀਂ ਸੀ ਮਨਾਉਂਦੇ। ਅਸੀਂ ਸਾਧ ਸੰਗਤ ਜੀ ਦਿਨਾਂ 'ਚ ਪਾਰਟੀਆਂ ਵੀ ਮਨਾਉਂਦੇ ਹਾਂ, ਵਿਆਹ ਵੀ ਕਰਦੇ ਹਾਂ, ਸਭ ਕੁਛ ਕਰਦੇ ਹਾਂ, ਕਿਉਂਕਿ ਉਹ ਚੀਜ਼ ਕਹਿ ਦਈਏ, ਉਹ ਫੀਲਿੰਗ, ਉਹ ਦੁੱਖ, ਉਹ ਦਰਦ, ਉਹ ਸਾਡੇ ਅੰਦਰ ਨਹੀਂ ਰਿਹਾ, ਗੁਰੂ ਦਾ ਪਿਆਰ ਨਹੀਂ ਰਿਹਾ, ਜਿਸ ਕਰਕੇ ਸਾਨੂੰ ਉਹ ਦਿਹਾੜੇ ਨਹੀਂ ਯਾਦ ਹੈ। ਸੋ ਆਓ ਸਾਰੇ ਧੰਨਤਾ ਦੇ ਯੋਗ ਜਿਨ੍ਹਾਂ ਨੇ ਵੀ ਹਾਜ਼ਰੀ ਭਰੀ ਹੈ, ਆਪਾਂ ਸਤਿਗੁਰੂ ਜੀ ਦੇ ਪਰਉਪਕਾਰਾਂ ਨੂੰ ਯਾਦ ਕਰੀਏ। ਇੱਕ ਦਿਨ ਆਪਣੇ ਕੋਲ ਹੋਰ ਬਾਕੀ ਹੈ। ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੇ ਲਾਹੇ ਖੱਟਣੇ। ਅਸੀਂ ਕੋਈ ਨਾ ਕੋਈ ਗੁਰੂ ਸਾਹਿਬ ਦਾ ਇਤਿਹਾਸ ਸੁਣੀਏ, ਕੋਈ ਉਹਨਾਂ ਦਾ ਖਿੰਨ ਮਾਤਰ, ਕੋਈ ਕਿਣਕਾ ਸਾਡੇ ਅੰਦਰ ਵਸ ਜਾਵੇ ਤੇ ਸਾਡਾ ਵੀ ਜੀਵਨ ਦਾ ਪਾਰ ਉਤਾਰਾ ਹੋ ਜਾਵੇ। ਸੋ ਬੋਲਦਿਆਂ ਤੋਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਸੰਗਤ ਬਖਸ਼ਣਯੋਗ ਹੈ। ਆਓ ਸਾਰੇ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ